लख लख बरमे वेद पढ़, इकस अखर भेद ना जाता। जोग ध्यान महेश लख, रूप न रेख न पेख पछाता। लख अवतार आकार कर, तिल विचार ना विष्णु पछाता। लख लख नौतन नाव लै, लख लख शेख विशेख ना ताता। चिर जीवन बहु हंडने, दर्शन पंथ ना शब्द सुझाता। दात लुभायन विसारियोन दाता। चिर जीवन बहु हंडने, दर्शन पंथ ना शब्द सुझाता। दात लुभाए विसारण दाता। ਭੁਜੰਗ ਪ੍ਰਿਆਤ ਛੰਦ। ਨਮੋ ਸਰਬ ਮਾਨੇ, ਸਮਸਤੀ ਨਿਧਾਨੇ। ਨਮੋ ਦੇਵ ਦੇਵੇ, ਅਪੇਖੀ ਅਪੇਵੇ। ਨਮੋ ਕਾਲ ਕਾਲੇ, ਨਮੋ ਸਰਬ ਪਾਲੇ। ਨਮੋ ਸਰਬ ਗੌਣੇ, ਨਮੋ ਸਰਬ ਭਉਣੇ। ਅਨੰਗੀ ਅਨਾਥੇ, ਨਿਰਸੰਗੀ ਪਰਮਾਥੇ। नमो भान भाने, नमो मान माने। नमो चंद्र चंद्रे, नमो भान भाने। नमो गीत गीते, नमो तान ताने। नमो नृत नृत्ते, नमो नाद नादे। नमो पान पाने, नमो बाद बादे। अनंगी अनामे, समस्ति स्वरूपे। परभंगी परमाथे, समस्ति विभूते। कलंकं बिना ने कलंकी स्वरूपे। नमो राज राजेश्वरं परम रूपे। नमो जोग जोगेश्वरं परम सिद्धे। नमो राज राजेश्वरं परम वृद्धे। नमो शस्त्र पाणे, नमो अस्त्र माणे। नमो परम ज्ञाता, नमो लोक माता। अपेखी अपरमी, अभोगी अभुगते। नमो जोग जोगेश्वरं परम जुगते। नमो नित नारायणे, करूर कर्मे। नमो प्रेत अप्रेत देवे सुधर्मे। नमो रोग हरता, नमो राग रूपे। नमो शाह शाहं, नमो भूप भूपे। नमो दान दाने, नमो मान माने। नमो रोग रोगे, नमस्तं सनाने। नमो मंत्र मंत्रं, नमो जंत्र जंत्रं। नमो इष्ट इष्टे, नमो तंत्र तंत्रं। सदा सचदानंद सर्वं प्रणासी। अनूपे अरूपे समस्तुल निवासी। सदा सिद्धा बुद्धा वृद्धि करता। अधो ऊर्ध अर्धं अघं ओग हरता। परं परम परमेश्वरं पुरोषपालं। सदा सर्वदा सिद्धाता दयालं। अछेदी अभेदी, अनामं अकामं। समस्तो पराजी, समस्तास्त तामं। समस्तो पराजी, समस्तास्त तामं। सतगुरां दी ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ, ਆਪ ਜੀ ਦੇ ਚਰਨਾਂ ਵਿੱਚ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਹਕੀਰ ਬੁੱਧੀ ਦੁਆਰਾ ਇੰਨੀ ਮਹਿੰਗੀ ਬਾਣੀ ਦਸ਼ਮੇਸ਼ ਜੀ ਦੀ ਜਾਪ ਸਾਹਿਬ ਨਿਤਨੇਮ ਦੀਆਂ ਬਾਣੀਆਂ ਚੋਂ ਇੱਕ ਉਹਦੀ ਅਗਲੀ ਵਿਚਾਰ ਹਾਜ਼ਰ ਹੈ। ਭੁਜੰਗ ਪ੍ਰਿਆਤ ਛੰਦ। ਨਮੋ ਸਰਬ ਮਾਨੇ, ਸਮਸਤੀ ਨਿਧਾਨੇ।
ਤੈਨੂੰ ਨਮਸਕਾਰ ਹੈ। ਹੇ ਸਾਰੇ ਜਗਤ ਦੇ ਮੰਨਣ, ਸਾਰੇ ਜਗਤ ਜਿਹੜਾ ਤੈਨੂੰ ਮੰਨਦਾ ਹੈ, ਸਭ ਦਾ ਤੂੰ ਮਾਨਿਆ ਹੈ, ਤੈਨੂੰ ਨਮਸਕਾਰ ਹੈ। ਸਮਸਤੀ ਨਿਧਾਨੇ, ਤੂੰ ਸਾਰਿਆਂ ਦਾ ਖਜ਼ਾਨਿਆਂ ਦਾ ਵੀ ਖਜ਼ਾਨਾ ਹੈ। ਨਮੋ ਦੇਵ ਦੇਵੇ, ਤੈਨੂੰ ਨਮਸਕਾਰ ਹੈ। ਦੇਵਤਿਆਂ ਦਾ ਵੀ ਦੇਵਤਾ ਹੈ। ਅਭੇਖੀ ਅਭੇਵੇ, ਤੇਰਾ ਕੋਈ ਭੇਖ ਨਹੀਂ, ਤੇਰਾ ਭੇਤ ਨਹੀਂ ਪਾਇਆ ਜਾ ਸਕਦਾ, ਤੈਨੂੰ ਨਮਸਕਾਰ ਹੈ। ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਹੇ ਕਾਲਾਂ ਦੇ ਵੀ ਕਾਲ, ਮਹਾਕਾਲ ਦੇ ਵੀ ਕਾਲ, ਤੈਨੂੰ ਨਮਸਕਾਰ ਹੈ। ਨਮੋ ਸਰਬ ਪਾਲੇ, ਤੂੰ ਸਾਰਿਆਂ ਨੂੰ ਪਾਲਦਾ ਹੈ, ਤੈਨੂੰ ਨਮਸਕਾਰ ਹੈ। ਨਮੋ ਸਰਬ ਗਾਉਣੇ, ਨਮੋ ਸਰਬ ਪਾਉਣੇ, ਸਭ ਜਗ੍ਹਾ ਤੇਰੀ ਪਹੁੰਚ ਹੈ, ਤੂੰ ਹਰ ਜਗ੍ਹਾ ਜਾ ਸਕਦਾ ਹੈ, ਸਾਰੇ ਸਥਾਨ ਵੀ ਤੇਰੇ ਹੈ, ਤੈਨੂੰ ਨਮਸਕਾਰ ਹੈ। ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ, ਤੂੰ ਬੌਡੀ ਰਹਿਤ ਹੈ, ਅਨਾਥਾਂ ਦਾ ਵੀ ਨਾਥ ਹੈ, ਔਰ ਤੇਰਾ ਕੋਈ ਨਾਥ ਵੀ ਹੈ ਨਹੀਂ, ਤੇਰਾ ਕੋਈ ਤੇਰੇ ਤੋਂ ਵੱਡਾ ਵੀ ਹੈ ਨਹੀਂ, ਤੂੰ ਨਾਥ ਰਹਿਤ ਹੈ। ਮਤਲਬ ਹੈ ਤੂੰ ਸਭ ਤੋਂ ਵੱਡਾ ਹੈ, ਤੇਰੇ ਤੇ ਉੱਪਰ ਕੋਈ ਹੋਰ ਸੱਤਾ ਨਹੀਂ ਹੈ, ਔਰ ਤੂੰ ਅਨਾਥਾਂ ਦਾ ਵੀ ਨਾਥ ਹੈ। ਨਿਰਸੰਗੀ ਪ੍ਰਮਾਥੇ, ਤੇਰਾ ਕੋਈ ਸੰਗੀ ਨਹੀਂ। ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਤੂੰ ਸੂਰਜਾਂ ਦਾ ਵੀ ਸੂਰਜ ਹੈ, ਤੈਨੂੰ ਨਮਸਕਾਰ ਹੈ। ਤੂੰ ਸਭ ਦਾ ਮਾਨੀ ਹੈ, ਤੈਨੂੰ ਨਮਸਕਾਰ ਹੈ। ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮਸਕਾਰ ਹੈ ਤੈਨੂੰ ਚੰਦਰਮਾ ਦੇ ਚੰਦਰੇ, ਚੰਦਰਮੇ ਤੇ ਸੂਰਜਾਂ ਦੇ ਸੂਰਜ, ਸਭ ਤੇਰੇ ਹੁਕਮ ਵਿੱਚ ਹੈ। ਹੇ ਰੱਬ, ਹੇ ਸੱਸ ਮੇਰੀ ਅਵੈ ਬੇਨਤੀ ਸੁਣ ਲੀਜੈ। ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਗੀਤਾਂ ਦਾ ਵੀ ਗੀਤ ਤੂੰ ਹੀ ਹੈ, ਸਭ ਗੀਤਾਂ 'ਚ ਤੂੰ ਹੀ ਹੈ, ਸਭ ਤਾਨਾਂ ਵਿੱਚ ਸੁਰਾਂ ਵਿੱਚ ਵੀ ਤੂੰ ਹੀ ਹੈ। ਨਮੋ ਨ੍ਰਿਤ ਨ੍ਰਿਤ, ਸਭ ਨਾਚ ਗਾਉਣਿਆਂ 'ਚ ਵੀ ਤੂੰ ਹੀ ਹੈ, ਤੈਨੂੰ ਨਮਸਕਾਰ ਹੈ। ਨਮੋ ਨਾਦ ਨਾਦੇ, ਸਭ ਨਾਦ ਵੀ ਤੇਰੇ ਹੈ, ਉਹਨਾਂ ਵਿੱਚ ਵੀ ਤੂੰ ਹੀ ਹੈ। ਨਮੋ ਪਾਨ ਪਾਨੇ, ਪਾਣੀਆਂ ਦਾ ਵੀ ਲਾਉਡ ਤੂੰ ਹੀ ਹੈ, ਸਭ ਸਮੁੰਦਰਾਂ ਦਾ ਰਾਖਾ ਤੂੰ ਹੀ ਹੈ, ਤੈਂ ਬਣਾਏ ਹੈ। ਨਮੋ ਬਾਦ ਬਾਦੇ, ਬਾਦ ਹਵਾ ਨੂੰ ਕਹਿੰਦੇ ਆ, ਹਵਾਵਾਂ ਸਭ ਤੇਰੇ ਹੁਕਮ ਵਿੱਚ ਚੱਲਦੀਆਂ, ਤੈਂ ਬਣਾਈਆਂ, ਤੈਨੂੰ ਨਮਸਕਾਰ ਹੈ। ਅਨੰਗੀ ਅਨਾਮੇ, ਤੇਰਾ ਕੋਈ ਵੀ ਅੰਗ ਨਹੀਂ ਹੈ, ਅਨੰਗੀ ਅਨੰਗੀ, ਔਰ ਅਨਾਮੇ ਬੋਡੀਲੈਸ ਹੈ ਤੂੰ, ਅਨੰਗੀ ਅਨਾਮੇ, ਤੇਰਾ ਕੋਈ ਨਾਮ ਨਹੀਂ ਹੈ। ਸਮਸਤੀ ਸਰੂਪੇ, ਸਾਰੇ ਸਰੂਪ ਵੀ ਤੇਰੇ ਹੀ ਹੈ। ਪਰਭੰਗੀ ਪਰਮਾਥੇ, ਪਰਭੰਗੀ ਕਹਿੰਦੇ ਤੋੜਨ ਵਾਲੇ ਨੂੰ, ਜਿਹੜਾ ਵਿਨਾਸ਼ ਕਰਦਾ ਹੋਵੇ, ਵਿਨਾਸ਼ਕ, ਤੂੰ ਵਿਨਾਸ਼ਕ ਵੀ ਹੈ ਦੁਨੀਆ ਦਾ, ਔਰ ਚੰਗੀ ਤਰ੍ਹਾਂ ਰਿੜਕਦਾ ਵੀ ਹੈ ਦੁਨੀਆ ਨੂੰ। ਪਰਮਾਰਥ ਹੁੰਦਾ ਰਿੜਕਣਾ, ਮੰਥਨ ਕਰਨਾ, ਤੂੰ ਚੰਗੀ ਤਰ੍ਹਾਂ ਰਿੜਕ ਵੀ ਰਿਹਾ ਸੰਸਾਰ ਨੂੰ, ਲੈ ਵੀ ਕਰ ਦਿੰਦਾ। ਸਮਸਤੀ ਵਿਭੂਤੇ, ਸਾਰਿਆਂ ਸਰੀਰਾਂ ਵਿੱਚ ਵੀ ਤੂੰ ਹੀ ਹੈ, ਸਾਰੀ ਜਿੰਨੀ ਵੀ ਸੰਪਤੀ ਹੈ ਸਭ ਤੂੰ ਹੀ ਹੈ। ਕਲੰਕੰ ਬਿਨਾ, ਤੈਨੂੰ ਤੇਰੇ ਪਰ ਕੋਈ ਕਲੰਕ ਨਹੀਂ ਹੈ। ਜਿਵੇਂ ਸੂਰਜ ਵਿੱਚ ਵੀ ਅੱਗ ਹੈ, ਚੰਦਰਮਾ ਨੂੰ ਵੀ ਦਾਗ ਹੈ, ਹੋਰ ਕਿੰਨੇ ਹੀ ਦੇਵੀ ਦੇਵਤਿਆਂ ਦੇ ਉੱਤੇ ਕਥਾ ਕਹਾਣੀਆਂ ਦੇ ਵਿੱਚ ਦਾਗ ਲੱਗੇ ਹੋਏ, ਜਿਵੇਂ ਬ੍ਰਹਮਾ ਜੀ ਆਪਣੀ ਲੜਕੀ 'ਤੇ ਆਸ਼ਕ ਹੋਇਆ, ਸ਼ਿਵਾ ਉੱਪਰ ਵੀ ਹੈ, ਵਿਸ਼ਨੂੰ 'ਤੇ ਵੀ ਹੈ, ਜਲੋਧਰਾ ਨਾਮ ਦੀ ਲੜਕੀ ਦੇ ਨਾਲ। ਤੋ ਇਸ ਤੂੰ ਬਿਨਾਂ ਦਾਗ ਤੋਂ ਹੈ, ਇਹ ਵਾਹਿਗੁਰੂ ਨੇ ਕਲੰਕੀ ਸਰੂਪੇ, ਤੂੰ ਬਿਨਾਂ ਕਲੰਕ ਤੋਂ ਤੇਰਾ ਸਰੂਪ ਹੈ। ਨਮੋ ਰਾਜ ਰਜੇਸ਼ਰਮ ਪਰਮ ਰੂਪੇ, ਤੂੰ ਰਾਜਿਆਂ ਦਾ ਵੀ ਰਾਜਾ ਹੈ, ਸੁਲਤਾਨ ਹੈ, ਔਰ ਪਰਮ ਰੂਪ ਹੈ। ਨਮੋ ਜੋਗ ਜੋਗੇਸ਼ਰਮ ਪਰਮ ਸਿੱਧੇ, ਤੂੰ ਜੋਗੀਆਂ 'ਚੋਂ ਵੀ ਬੜਾ ਜੋਗੀ ਹੈ, ਪਰਮ ਸਿੱਧੀ ਤੇਰੇ ਕੋਲ ਹੈ। ਨਮੋ ਰਾਜ ਰਜੇਸ਼ਰਮ ਪਰਮ ਬ੍ਰਿਧੇ, ਤੂੰ ਰਾਜਿਆਂ ਦਾ ਰਾਜਾ ਹੈ, ਔਰ ਬਜ਼ੁਰਗਾਂ 'ਚੋਂ ਵੀ ਬਜ਼ੁਰਗ ਹੈ, ਬ੍ਰਿਧ, ਜਿਹਨੂੰ ਆਪਾਂ ਬਿਰਧ ਕਹਿ ਦਿੰਦੇ ਹਾਂ। ਨਮੋ ਸ਼ਸਤਰ ਪਾਣੇ, ਤੈਨੂੰ ਨਮਸਕਾਰ ਹੈ, ਤੇਰੇ ਹੱਥ ਵਿੱਚ ਸ਼ਸਤਰ ਹੈ। ਪਰਮਾਤਮਾ ਦਾ ਸਰੂਪ ਸ਼ਸਤਰਾਂ ਵਾਲਾ ਵੀ ਹੈ। ਕਈ ਲੋਕਾਂ ਨੂੰ ਇਹ ਬੜਾ ਭੁਲੇਖਾ ਜਿਹਾ ਪੈਂਦਾ ਹੈ ਵੀ ਸੰਤਗਿਰੀ ਸ਼ਾਇਦ ਸ਼ਸਤਰਾਂ ਤੋਂ ਬਿਨਾਂ ਹੀ ਹੁੰਦੀ ਹੈ। ਨਹੀਂ ਸਾਧ ਸੰਗਤ ਜੀਓ, ਰਾਮ ਚੰਦਰ ਜੀ ਨੇ ਸ਼ਸਤਰ ਉਠਾਏ, ਕ੍ਰਿਸ਼ਨ ਜੀ ਨੇ ਸੁਦਰਸ਼ਨ ਚੱਕਰ ਚਲਾਇਆ, ਮੁਹੰਮਦ ਸਾਹਿਬ ਨੇ ਚਲਾਏ, 6ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਨੇ ਚਲਾਏ, 9ਵੇਂ ਪਾਤਸ਼ਾਹ ਨੇ ਵੀ ਪਹਿਲੀ ਉਮਰ 'ਚ ਸ਼ਸਤਰ ਚਲਾਏ।
ਤੋ ਸ਼ਾਸਤਰ ਹੋਣਾ ਤਾਂ ਚੰਗੀ ਗੱਲ ਹੈ, ਕੋਈ ਬੁਰੀ ਗੱਲ ਨਹੀਂ ਹੈ। ਸ਼ਾਸਤਰਾਂ ਦੇ ਨਾਲ ਗਰੀਬਾਂ ਨੂੰ ਤੰਗ ਨਹੀਂ ਕਰਨਾ, ਗਰੀਬਾਂ ਦੀ ਰਾਖੀ ਲਈ ਸ਼ਾਸਤਰ ਉਠਾਉਣਾ। ਨਮੋ ਅਸਤਰ ਮਨ, ਸ਼ਾਸਤਰ ਹੁੰਦਾ ਜਿਹੜਾ ਹੱਥ ਚੋਂ ਹੱਥ ਨਾਲ ਚਲਾਇਆ ਜਾਂਦਾ, ਵੀਲਡ ਕਰਿਆ ਜਾਂਦਾ। ਅਸਤਰ ਹੁੰਦਾ ਜਿਹੜਾ ਹੱਥ ਦੇ ਨਾਲ ਭਗਾ ਕੇ ਮਾਰਿਆ ਜਾਂਦਾ। ਜਿਵੇਂ ਤੋਪ ਦਾ ਗੋਲਾ ਹੁੰਦਾ, ਗੋਲੀ ਹੁੰਦੀ ਹੈ। ਕੋਈ ਬ੍ਰਹਮ ਅਸਤਰ ਹੁੰਦਾ, ਉਹ ਅਸਤਰ ਹੈ। ਨੇਜਾ ਇੱਕ ਐਸਾ ਹਥਿਆਰ ਹੈ ਜਿਹੜਾ ਸ਼ਸਤਰ ਵੀ ਹੈ ਔਰ ਅਸਤਰ ਵੀ ਹੈ। ਹੱਥ ਨਾਲ ਵੀ ਚਲਾਇਆ ਜਾਂਦਾ, ਦੂਰ ਤੋਂ ਭਗਾ ਕੇ ਵੀ ਮਾਰਿਆ ਜਾਂਦਾ। ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ। ਹੇ ਵਾਹਿਗੁਰੂ ਜੀ, ਤੂੰ ਪਰਮ ਗਿਆਤਾ ਹੈ। ਸਾਰਾ ਗਿਆਨ ਤੇਤੋਂ ਆਉਂਦਾ, ਤੇਰੇ ਵਿੱਚ ਹੀ ਸਮਾਪਤ ਹੋ ਜਾਂਦਾ। ਨਮੋ ਲੋਕ ਮਾਤਾ, ਤੂੰ ਸਾਰੇ ਜਗਤ ਦੀ ਮਾਤਾ ਵੀ ਹੈ। ਇੱਥੇ ਸਾਧ ਸੰਗਤ ਜੀਓ, ਮਿਸ਼ਨਰੀ ਜਿਹੜੇ ਸਾਡੇ ਭਰਾ ਹੈ, ਅਸੀਂ ਵੀ ਮਿਸ਼ਨਰੀ ਹਾਂ, ਪਰ ਜਿਹੜੇ ਅਲਟਰਾ ਮਿਸ਼ਨਰੀ ਬਣਦੇ ਕੁਛ, ਉਹ ਇਸ ਤਰ੍ਹਾਂ ਦੀ ਬਾਤ ਕਰਦੇ ਹੈ ਬਈ ਦੇਵੀ ਦੀ ਪੂਜਾ ਕਰੀ ਗਈ ਹੈ 10ਵੇਂ ਪਾਤਸ਼ਾਹ ਦੁਆਰਾ ਇਸ ਗ੍ਰੰਥ ਵਿੱਚ, ਵੀ ਇਹ ਉਹਨਾਂ ਦੀ ਬਾਣੀ ਹੋਣੀ ਹੈ ਜੀ। ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕਰੀ ਹੈ। ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਉਹਨਾਂ ਨੇ ਸਿਰਫ ਉਲੱਥਾ ਕਰਿਆ। ਦਸਮ ਕਥਾ ਭਗਵਤ ਕੀ ਭਾਖਾ ਕਰੀ ਬਣਾਏ, ਆਪਣੇ ਵੱਲੋਂ ਨਹੀਂ ਲਿਖਿਆ ਕੁਛ ਵੀ। ਜਿਹੜੀ ਗੱਲ ਇੱਥੇ ਲੋਕ ਮਾਤਾ ਦੀ ਆ ਰਹੀ ਹੈ, ਜਾਂ ਜਿਹੜੀ ਯਾਨੀ ਇਸਤਰੀ ਲਿੰਗ ਦੀ ਬਾਤ ਆ ਰਹੀ ਹੈ, ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਹੈ। ਦੇਖੋ ਕਿਵੇਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਉ ਕਿਹਾ ਕਾੜਾ ਜੀ। ਤੂੰ ਮੇਰਾ ਪਿਤਾ ਵੀ ਹੈ, ਮਾਤਾ ਵੀ ਹੈ। ਤੋ ਮਾਤਾ ਜਿਹੜੀ ਹੈ ਜਾਂ ਇਸਤਰੀ ਹੈ, ਉਹ ਕਿਹੜੇ ਪਰਮਾਤਮਾ ਤੋਂ ਬਾਹਰ ਹੈ ਭਾਈ? ਜਦ ਉਹ ਸਭ ਕੁਛ ਹੈ। ਇਹਨੂੰ ਮਾਧੁਰਜ ਭਾਵ ਕਹਿੰਦੇ ਸੰਸਕ੍ਰਿਤ ਵਿੱਚ। ਇਹ ਸ਼ਬਦ ਵੀ ਸਿੱਖ ਸਾਹਿਤਕਾਰੀ 'ਚ ਹੈ ਨਹੀਂ। ਮਾਧੁਰਜ ਭਾਵ ਦਾ ਮਤਲਬ ਹੁੰਦਾ ਹੈ ਵੀ ਤੂੰ ਮੇਰਾ ਪਿਤਾ ਵੀ ਹੈ, ਤੂੰ ਮਾਤਾ ਵੀ ਹੈ, ਤੂੰ ਬੰਧਪ ਵੀ ਹੈ, ਤੂੰ ਰਿਸ਼ਤੇਦਾਰ ਵੀ ਹੈ, ਤੂੰ ਮੇਰਾ ਪੁੱਤਰ ਵੀ ਹੈ, ਇੱਥੋਂ ਤੱਕ ਵੀ। ਦੇਖੋ ਚੌਂਕ ਨਾ ਜਾਇਓ, ਜਦੋਂ ਰਾਣੀ ਦੀ ਗੋਦੀ 'ਚ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਬੈਠੇ, ਉਦੋਂ ਉਹ ਬੱਚੇ ਦੇ ਰੂਪ ਸੀਗੇ, ਮਾਂ ਕਹਿ ਕੇ ਬੁਲਾਇਆ। ਤੋ ਗੁਰੂ ਔਰ ਪਰਮਾਤਮਾ ਸਾਰਿਆਂ ਰੂਪਾਂ 'ਚ ਹੈ, ਸਭ ਉਸੇ ਦੇ ਹੈ। ਲੋਕ ਮਾਤਾ, ਸਾਰੇ ਜਗਤ ਦੀ ਮਾਤਾ ਵੀ ਪਰਮਾਤਮਾ ਹੀ ਹੈ। ਇਹ ਕੋਈ ਦੇਵੀ ਦੀ ਗੱਲ ਨਹੀਂ ਕਰ ਰਹੇ ਗੁਰੂ ਸਾਹਿਬ। ਦੇਖੋ ਜਿੱਥੇ ਲੋਕ ਮਾਤਾ ਦੀ ਗੱਲ ਆ ਰਹੀ ਹੈ, ਬਈ ਮੇਰਾ ਗ੍ਰੰਥ ਪੂਰਨ ਹੋਇਆ, ਕਿਰਪਾ ਕਰੀਏ, ਕਿਰਪਾ ਕਰੀ ਹਮ ਪਰ ਜਗ ਮਾਤਾ। ਲੋਕ ਮਾਤਾ ਜਾਂ ਜਗ ਮਾਤਾ ਦੋ ਸ਼ਬਦ ਆਏ। ਉੱਥੇ ਸ੍ਰੀ ਅਸਤੁ ਜਪ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਜਦੋਂ ਸ੍ਰੀ ਅਸਤੁ ਜੀ ਮੇਰੇ ਤੇ ਕਿਰਪਾ ਕਰੀ ਉਹਨਾਂ ਨੇ, ਤਾਂ ਗ੍ਰੰਥ ਪੂਰਾ ਹੋ ਗਿਆ। ਦੂਜੇ ਪਾਸੇ ਕਹਿ ਰਹੇ ਜਦੋਂ ਲੋਕ ਮਾਤਾ ਨੇ ਕਿਰਪਾ ਕਰੀ ਜਾਂ ਜਗ ਮਾਤਾ ਨੇ ਕਿਰਪਾ ਕਰੀ, ਮੇਰਾ ਗ੍ਰੰਥ ਸੰਪੂਰਨ ਹੋ ਗਿਆ ਉਸੇ ਰਾਤ। ਹੁਣ ਇਹ ਜਿਹੜੇ ਸ਼ਬਦ ਹੈ, ਸ੍ਰੀ ਅਸਤੁ ਜੀਓ, ਮਹਾਕਾਲ ਨੂੰ ਕਹਿੰਦੇ, ਲੇਕਿਨ ਗੋਪਾਲ ਵੀ ਤਾਂ ਕ੍ਰਿਸ਼ਨ ਜੀ ਨੂੰ ਕਹਿੰਦੇ, ਔਰ ਗੋਬਿੰਦ ਵੀ ਉਹਨਾਂ ਨੂੰ ਕਹਿੰਦੇ, ਧਰਨੀ ਧਰ ਵੀ ਉਹਨਾਂ ਨੂੰ ਕਹਿੰਦੇ, ਗੋਵਰਧਨ ਧਾਰੀ ਵੀ ਉਹੀ ਹੈ। ਔਰ ਰਘੁਵੰਸ਼ੀ ਕੌਣ ਹੈ? ਸ਼੍ਰੀ ਰਾਮ ਚੰਦਰ ਜੀ। ਪਰਮਾਤਮਾ ਖਾਤਰ ਵੀ ਇਹ ਸ਼ਬਦ ਆਇਆ ਹੋਇਆ। ਤੋ ਇਹਨਾਂ ਲੋਕਾਂ ਨੂੰ ਸਮਝ ਨਹੀਂ ਆ ਰਹੀ, ਪਤਾ ਨਹੀਂ ਕਾਹਤੇ ਵਾਰ-ਵਾਰ ਇਸ ਤਰ੍ਹਾਂ ਦੀ ਬਹਿਸ ਛੇੜਦੇ ਸਿੱਖ ਪੰਥ ਵਿੱਚ, ਬਈ ਗੁਰੂ ਸਾਹਿਬ ਕਦੇ ਵੀ ਮਾਤਾ ਦੀ ਪੂਜਾ ਨਹੀਂ ਸੀ ਕਰ ਸਕਦੇ। ਉਹ ਭਾਈ ਮਾਤਾ ਨੂੰ ਪਰਮਾਤਮਾ ਦੇ ਰੂਪ 'ਚ ਪੇਸ਼ ਕਰਿਆ ਉਹਨਾਂ ਨੇ, ਜਿਵੇਂ ਗੁਰਬਾਣੀ 'ਚ ਹੈ ਉਸੇ ਤਰੀਕੇ ਨਾਲ ਦਸਮ ਗ੍ਰੰਥ 'ਚ। ਔਰ ਦਸਮ ਗ੍ਰੰਥ ਦੇ ਰਾਹੀਂ ਅਰਥ ਕਰਨਾ ਚਾਹੁੰਦੇ ਆਪਣੀ ਸਮਝ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ, ਜਦ ਕਿ ਇਹ ਦੋਨੋਂ ਇੱਕ ਦੂਜੇ ਦੇ ਪੂਰਕ ਹੈ। ਜਿਹੜੀ ਚੀਜ਼ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲੁਕੋ ਕੇ ਰੱਖੀ ਹੋਈ ਹੈ, ਉਹਨੂੰ ਦਸਮ ਗ੍ਰੰਥ ਖੋਲ੍ਹਦਾ। ਜਿਹੜੀ ਦਸਮ ਗ੍ਰੰਥ ਵਿੱਚ ਸਮਝ ਨਹੀਂ ਆਉਂਦੀ, ਉਹ ਤੋਂ ਗੁਰਬਾਣੀ ਤੋਂ ਆਸ਼ਾ ਲਈ ਹੋ ਜਾਂਦਾ ਉਹਦਾ। ਤੋ ਇੱਕ ਦੂਜੇ ਦੇ ਪੂਰਕ ਹੈ, ਨਾ ਕਿ ਉਲਟਾ ਐਂਟੀਗਨਿਸਟਿਕ ਨਹੀਂ ਹੈ। ਬੁੱਧੀ ਜ਼ਰੂਰ ਇਸ ਤਰ੍ਹਾਂ ਸਮਝਦੀ ਹੈ। ਸੋ ਇਹਦੇ 'ਚ ਕਿਆ ਬੁਰਾਈ ਹੈ? ਜੇ ਗੁਰੂ ਸਾਹਿਬ ਕਹਿੰਦੇ ਆ ਵੀ ਤੂੰ ਮਹਾਕਾਲ ਦਾ ਵੀ ਕਾਲ ਹੈ, ਤਾਂ ਕਿੱਥੇ ਪੂਜਾ ਕਰਦੇ ਹੋ ਮਹਾਕਾਲ ਦੇਵਤੇ ਦੀ? ਸਮਝਣ ਦਾ ਫਰਕ ਹੈ ਸਿਰਫ। ਜਿਵੇਂ ਗੁਰਬਾਣੀ ਤੋਂ ਵੀ ਕਈ ਲੋਕਾਂ ਨੂੰ ਇਹ ਟਪਲਾ ਪੈਂਦਾ ਵੀ ਸ਼ਾਇਦ ਅਵਤਾਰਾਂ ਦੀ ਪੂਜਾ ਦਾ ਵਿਧਾਨ ਹੈ। ਨਹੀਂ ਹੈ ਸਾਧ ਸੰਗਤ ਜੀ, ਇਸ ਤਰ੍ਹਾਂ ਦੀ ਗੱਲ। ਜ਼ਿਕਰ ਕਰਿਆ ਉਹਨਾਂ ਨੇ, ਇੱਥੇ ਉਹ ਸਿਧਾਂਤ ਲਾਗੂ ਹੁੰਦਾ ਵੀ ਪਰਮਾਤਮਾ ਸਭ ਕੁਛ ਹੈ, ਉਹਨੂੰ ਕਿਸੇ ਵੀ ਰੂਪ 'ਚ ਪੂਜਿਆ ਜਾ ਸਕਦਾ। ਉਹ ਪੱਥਰ ਦੇ ਰੂਪ 'ਚ ਵੀ ਹੈ,
वो सालग्राम भी है, परमात्मा कुछ भी है, फुੱਲ भी है, कंडा भी है, देव भी है, दैंत भी है। लेकिन ਜਿਹੜੀ ਉਹਦੀ ਕ੍ਰੀਏਸ਼ਨ ਹੈ ਉਹਨੇ ਬਣਾਈ ਹੋਈ ਹੈ ਸਾਰੀ ਨੇਚਰ ਕੁਦਰਤ, ਉਹ ਰੱਬ ਨਹੀਂ ਹੈ। ਵਿੱਚ ਜ਼ਰੂਰ ਬਿਰਾਜਮਾਨ ਹੈ ਉਹ, ਲੇਕਿਨ ਉਹ ਪਰਮਾਤਮਾ ਨਹੀਂ ਹੈ ਮੰਨਿਆ ਉਸਨੇ। ਪਰਮਾਤਮਾ ਹਾਲਾਂਕਿ ਸਭ ਕੁਛ ਹੈ, ਸਭ ਦੇ ਵਿੱਚ ਹੈ। ਦੇਖੋ ਇਹ ਗੱਲ ਬੜੀ ਔਖੀ ਸਮਝ ਆਉਂਦੀ ਹੈ, ਬੁੱਧੀ ਨਾਲ ਤਾਂ ਇਹ ਆਉਣੀ ਨਹੀਂ ਹੈ, ਕਿਉਂਕਿ ਬੁੱਧੀ ਇੱਕ ਪਾਸੜ ਹੁੰਦੀ ਹੈ, ਜਾਂ ਇੱਧਰ ਜਾਂ ਉੱਧਰ। ਇਹ ਗੱਲ ਹੈ ਇਨ ਬਿਟਵੀਨ, ਦੋਹਾਂ ਦੇ ਵਿਚਾਲੇ। ਸਾਰੀ ਗੁਰਬਾਣੀ ਦਾ, ਗੁਰਮਤਿ ਦਾ ਅਸੂਲ ਇਹੀ ਹੈ, ਉਹ ਇੱਕ ਪਾਸੜ ਹੈ ਹੀ ਨਹੀਂ। ਕਿਤੇ ਜਗਤ ਦੇ ਤਿਆਗ ਦੀ ਗੱਲ ਕਹਿੰਦੀ ਹੈ ਗੁਰਬਾਣੀ, ਫਰਮਾਉਂਦੀ ਹੈ, ਕਿਤੇ ਲੋਕ ਸੰਬੰਧਾਂ ਨੂੰ, ਯਾਨੀ ਜਿਹੜੇ ਰਿਸ਼ਤੇਦਾਰ ਹੈ ਸਭ ਨੂੰ ਤੋੜਨ ਦੀ ਗੱਲ ਕਰਦੀ ਹੈ। ਲੋਕ ਕੁਟੰਬ ਸਭ ਹੂੰ ਤੇ ਤੋਰੈ ਤਵ ਆਪਨ ਵੇਢੀ ਆਵੇ ਹੋ। ਕਿਤੇ ਸੰਸਾਰ ਨੂੰ ਪਰਮ ਪਵਿੱਤਰ ਆਖਦੀ ਹੈ, ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨ ਹਰ ਪੂਰੈ ਕਰੀਆ। ਇਹ ਜਗ ਸੱਚੈ ਕੀ ਹੈ ਕੋਟੜੀ ਸੱਚੇ ਕਾ ਵਿਚਵਾਸ। ਇਹ ਇਨ ਬਿਟਵੀਨ। ਜੇ ਆਪਾਂ ਇਹਨੂੰ ਇੱਕ ਪਾਸੇ ਤੋਂ ਦੇਖਾਂਗੇ ਨਹੀਂ ਸਮਝ ਆਉਣੀ ਗੁਰਮਤਿ ਦੀ, ਇਸੇ ਕਰਕੇ ਨਹੀਂ ਆ ਰਹੀ। ਉਹ ਬੁੱਧੀ ਹੈ, ਜਿੰਨਾ ਚਿਰ ਬੁੱਧੀ ਢਲੀ ਨਹੀਂ ਪੈਂਦੀ ਗੁਰੂ ਸਾਹਿਬ ਕਿਰਪਾ ਨਹੀਂ ਕਰਦੇ, ਨਹੀਂ ਸਮਝ ਆਉਂਦੀ ਇਸ ਚੀਜ਼ ਦੀ। ਇਹੀ ਕਾਰਨ ਹੈ ਵੀ ਜਿਹੜੀ ਵਾਰ-ਵਾਰ ਬਹਿਸ ਹੁੰਦੀ। ਜਦ ਦਸ਼ਮੇਸ਼ ਜੀ ਫਰਮਾ ਰਹੇ हैं ਵੀ मैं ना प्रथम कृष्ण मैं ना गणेशा प्रथम मनाऊं किशन बिशन कबहू न त्याऊं। तो बाकी गल तो रह ही नहीं जाती भी उन्होंने किसी की पूजा करी होवे। और गुरबाणी च जेकर आउंदा तू कहियत ही आद भवानी मुक्ति की बरिया कहाँ छुपानी। हाँ देवी ਦੇ ਵਿੱਚ ਵੀ ਪਰਮਾਤਮਾ ਹੈਗਾ, ਕਿਉਂ ਨਹੀਂ ਹੈ। ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦੈ ਸਿਰਕਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ, ਤੈਹੀਂ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ। ਦੁਰਗਾ ਦੇਵੀ ਕੋਲ ਵੀ ਤਾਂ ਤੈਹੀਂ ਸੱਤਾ ਦਿੱਤੀ ਸੀਗੀ, ਸਭ ਸੱਤਾ ਤਾਂ ਤੇਰੀ ਚੱਲਦੀ ਹੈ, ਸੁਪਰੀਮੇਸੀ ਤਾਂ ਤੇਰੀ ਹੈ। ਇਹ ਵਾਹਿਗੁਰੂ ਜੀਓ ਤੂੰ ਸਰਬ ਸ਼ਕਤੀਮਾਨ ਹੈ, ਤੂੰ ਓਮਨੀ ਪ੍ਰੈਜੈਂਟ ਵੀ ਹੈ, ਤੂੰ ਓਮਨੀ ਪੋਟੈਂਟ ਵੀ ਹੈ। ਤੇਤੋਂ ਸੱਤਾ ਲੈ ਕੇ ਹੀ ਹਰ ਇੱਕ ਨੇ ਆਪਣੀ ਅੱਗੇ ਸੱਤਾ ਚਲਾਈ ਹੈ। ਸੱਤਾ ਤੇਥੋਂ ਆਉਂਦੀ ਹੈ, ਤੇਰੇ ਕੋਲੇ ਚਲੀ ਜਾਂਦੀ ਹੈ। ਹੋਰ ਕੋਈ ਵਿਅਕਤੀ ਵਿਸ਼ੇਸ਼ ਵੱਡਾ ਨਹੀਂ ਹੈ, ਤੂੰ ਆਪਣੇ ਆਪ ਤੋਂ ਹੈ, ਤੂੰ ਇਕੱਲਾ ਹੀ ਹੈ। ਤਾਂ ਨਾ ਤੇਰਾ ਕੋਈ ਸ਼ਰੀਕ ਹੈ, ਨਿਰਸ਼ਰੀਕ ਹੈ, ਤੇਰੇ ਵਰਗਾ ਕੋਈ ਨਹੀਂ ਹੈ। ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਐਵੇਂ ਨਹੀਂ ਕਿਹਾ ਗੁਰੂ ਮਹਾਰਾਜ ਨੇ। ਪਤਾ ਨਹੀਂ ਕਿਉਂ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਚਲੋ ਮਹਾਰਾਜ ਦਾ ਹੁਕਮ ਹੀ ਐਸਾ ਹੈ। ਇਹਦੇ 'ਚ ਆਪਣਾ ਜਾਪ ਸਾਹਿਬ ਦੇ ਵਿੱਚ ਲੋਕ ਮਾਤਾ ਔਰ ਜਗ ਮਾਤਾ ਤਾਂ ਆਉਂਦਾ ਉੱਧਰ ਚੌਪਈ ਸਾਹਿਬ ਦੇ ਪਿੱਛੇ ਤੋਂ। ਇਹ ਲੋਕ ਮਾਤਾ ਜਾਂ ਜਗ ਮਾਤਾ ਦਾ ਜ਼ਿਕਰ ਜ਼ਰੂਰ ਕਰਿਆ ਗੁਰੂ ਸਾਹਿਬ ਨੇ, ਲੇਕਿਨ ਉਹ ਪਰਮਾਤਮਾ ਖਾਤਰ ਕਰਿਆ ਹੋਇਆ। ਜਿਵੇਂ ਧੰਨ ਧੰਨ ਤੂੰ ਮਾਤਾ ਦੇਵਕੀ ਜੇ ਗ੍ਰਹਿ ਰਮਈਆ ਕਮਲਾਪਤੀ। ਮਾਤਾ ਦੇਵਕੀ ਜੀ ਨੂੰ ਵੀ ਗੁਰਬਾਣੀ 'ਚ ਧੰਨ ਧੰਨ ਕਿਹਾ ਗਿਆ। ਤਾਂ ਕੋਈ ਜਿਹੜੀ ਇਸਤਰੀ ਆ ਉਹ ਕਿਹੜੇ ਪਰਮਾਤਮਾ ਤੋਂ ਬਾਹਰ ਹੈ ਭਾਈ। ਇੱਕ ਮਿਸ਼ਨਰੀ ਨੇ ਸਵਾਲ ਵੀ ਕਰਿਆ ਇੱਕ ਦਿਨ ਦਾਸਰੇ ਨੂੰ ਇਹਦੇ 'ਤੇ ਫੋਨ 'ਤੇ, ਬਈ ਪਰਮਾਤਮਾ ਨੂੰ ਇਸਤਰੀ ਲਿੰਗ ਵਿੱਚ ਵੀ ਕਿਤੇ ਪੂਜਿਆ ਜਾਂਦਾ, ਮੈਨੂੰ ਦੱਸੋ ਕਿਤੇ ਗੁਰਬਾਣੀ 'ਚ। ਅਸਲ 'ਚ ਇਹ ਲੋਕ ਨਾ ਫਾਨਾ ਉਡਾਉਂਦੇ, ਇਹ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਿਖਾਓ ਗੱਲ ਹੈ। ਇਸ ਤਰ੍ਹਾਂ ਦੀ ਬਾਤ ਨਹੀਂ ਹੈ ਸਾਧ ਸੰਗਤ ਜੀ। ਸਾਰਾ ਕੁਛ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਹੈ। ਕਿਵੇਂ? ਗਿਆਨ ਤਾਂ ਸਾਰਾ ਹੀ ਹੈਗਾ, ਲੇਕਿਨ ਕੁਛ ਬਾਤਾਂ ਇਤਿਹਾਸ 'ਚ ਹੁੰਦੀਆਂ, ਕੁਛ ਸਾਡੀ ਪਰੰਪਰਾ ਹੁੰਦੀ ਹੈ, ਉਹ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਜਿਵੇਂ ਅੰਮ੍ਰਿਤ ਛਕਣ ਦੀ ਰਸਮ ਹੈ, ਕਿੱਥੇ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ? ਕਿ ਆਪਾਂ ਛੱਡ ਦਈਏ? 1699 ਦੀ ਜਿਹੜੀ ਘਟਨਾ ਹੈ, ਸਾਹਿਬਜ਼ਾਦਿਆਂ ਦੀ ਕੋਈ ਜ਼ਿਕਰ ਸ਼ਹੀਦੀ ਦਾ ਗੁਰਬਾਣੀ 'ਚ ਨਹੀਂ ਹੈ। ਹੋਰ ਪਾਸੇ ਹੈ ਲੇਕਿਨ ਗੁਰਬਾਣੀ 'ਚ ਨਹੀਂ ਹੈ। ਹੋਰ ਸਿੰਘਾਂ ਦੀਆਂ ਇੰਨੀਆਂ ਸ਼ਹੀਦੀਆਂ ਹੋਈਆਂ, ਉਹਨਾਂ ਦਾ ਜ਼ਿਕਰ ਨਹੀਂ ਹੈ। ਸੋ ਉਹ ਇਹ ਗੱਲ ਨੂੰ ਪਤਾ ਨਹੀਂ ਕਿਉਂ ਵਾਰ-ਵਾਰ ਉਠਾਉਂਦੇ। ਇਸ ਤਰ੍ਹਾਂ ਦੀ ਗੱਲ ਅਸਲ 'ਚ ਹੈ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਮੁੱਚਾ ਸਮਗਰ ਫੁੱਲਨੈਸ ਆਫ ਟਰੂਥ ਹੈ। ਲੇਕਿਨ ਜੇ ਕੋਈ ਕਹੇ ਵੀ ਇਤਿਹਾਸ ਔਰ ਪਰੰਪਰਾ ਵੀ ਵਿੱਚ ਦਿਖਾਓ, ਉਹ ਗੱਲ ਨਹੀਂ ਬਣਨੀ ਹੈ, ਨਹੀਂ ਹੈ ਉਹ ਵਿੱਚ। 10ਵੇਂ ਪਾਤਸ਼ਾਹ ਨੇ ਕਿੰਨੀਆਂ ਲੜਾਈਆਂ ਕਰੀਆਂ, 6ਵੇਂ ਪਾਤਸ਼ਾਹ ਨੇ ਕਰੀਆਂ। ਕਿਤੇ ਮਾੜਾ ਮੋਟਾ ਇੰਡੀਕੇਸ਼ਨ ਹੈ ਉਹਨਾਂ ਦੀ ਗੁਰਬਾਣੀ 'ਚ, ਵੈਸੇ ਉਹਨਾਂ ਦਾ ਕੋਈ ਹਵਾਲਾ ਨਹੀਂ ਆਉਂਦਾ। ਤਾਂ ਫਿਰ ਅਸੀਂ ਕਿਵੇਂ ਉਸ ਚੀਜ਼ ਨੂੰ ਵਿਸਾਰ ਦੂੰਗੇ? ਹਰ ਗੱਲ ਨੂੰ ਇਹੀ ਕਹਿੰਦੇ ਉਹ ਇੱਥੇ ਦਲੀਲ ਲਿਆਉਂਦੇ। ਤਾਂ ਚਲੋ ਸਾਧ ਸੰਗਤ ਜੀਓ, ਬੁੱਧੀ ਆਪਣੀ ਆਪਣੀ ਹੈ, ਜਿੱਕਣ ਉਹਨੇ ਬਖਸ਼ਿਆ ਵਾ ਕਿਸੇ ਨੂੰ ਜਿੰਨੀ ਕੁ ਬੁੱਧੀ ਦਿੰਦਾ। ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ।
सब मुबारक है अपनी जगह, क्योंकि फुल भी तू ही है, कंडा भी तू ही है, गले निबड़ जाती आके। वो भी तो तैं खड़े करे हुए हैं। ਜਿਹੜੇ ਸਾਡੇ सनातनी मत वाले भरा हैं वो भी तेरे ही हैं, मिशनरी भी तेरे ही हैं, सब जहान ही तेरा, किसी चीज़ बारे कोई छड्डी नहीं गुंजाइश। तो चलो विचारां करद्या फिर कई दफ़ा विचार लंबी हो जाती है साध संगत जी। हुण आपां अगे ਤੋਰੀਏ अपनी विचार नूं। नमो फिर रह गया कितों, हाँ नमो परम ज्ञाता नमो लोक माता, इत्थों गल चली सी। अपेखी अभरमी अभोगी अभुगते, तू भेख तो रहत है, तू भरमा तो रहत है, तू भोगां विच नहीं है। हालांकि सारे जगत दे विच भोगां विच भी तू ही बैठा है, पर तू अभोगी है। तू एक भी है, तू अनेक भी है। फिर इन बिटवीन वाली गल आ रही है। अभुगता है, तू किसी चीज़ नूं भोगदा नहीं है। निर्गुण विच तू अभुगता है, पर सरगुण बन के तू सारा कुछ भोग रहा है। नमो जोग जोगेश्वरम परम जुगते, हे जोगियां दे जोगीश्वर तैनू नमस्कार, तेरे को सब जुगतां है। नमो नित नारायणे करूर करमे, तैनू हे नारायण नमस्कार है। तू करूर कर्मा भी है। करूर हुंदा हीनस क्राइम करने वाला, बहुत घोर अपराधी जिक्कण हुंदा, जिहदे च नफरत हुंदी है जिस काम च, उहनूं कहने करूर निगाह। हे वाहिगुरू जी तू करूर करमी भी है। देखो हुण इत्थे फिर शंका पैदा होना भी रब तो सब तो सुंदर चीज़ है, सच का आनंद है, सच चित आनंद है, ਉਹਦਾ ਸਰੂਪ ऐसा है, वो करूर किवें हो गया? वो भाई जिहड़ा करूर है उत्थे भी तो वही बैठा है। नमो अंधकारे नमो तेज तेजे, तू अंधकार भी है संसार का, सब उधर भी तू ही है। और तेज तेजे जिहड़ा चानना वो भी तू ही है, फुल भी तू ही है, कंडा भी तू ही है। ये चीज़ दसम ग्रंथ खोलता है बहुत वधिया, भाई गुरदास जी भी खोलते हैं इस चीज़ नूं। सो ये एक दूजे दे बाणी गुरबाणी और दसम ग्रंथ, भाई गुरदास जी भाई नंद लाल जी एक दूजे दे पूरक हैं, ना कि अदरवाइज हैं। नमो प्रेत अप्रेत देवे सुधर्मे, तू प्रेत भी है, तू अप्रेत भी है, तू देवता भी है, चंगा धर्म वाला भी है, तैनू नमस्कार है। सब तू ही तो है, तेरे तो बाहर कुछ भी है ही नहीं। नमो रोग हरता नमो राग रूपे, तू रोगां नूं हरन वाला भी तू ही है, और राग दे विच भी सुंदर रूपां दे विच भी तू ही बैठा। नमो शाह शाहम नमो भूप भूपे, शाह दा भी तू शाह है, भूपां दा तू भूप है, राजियां दा राजा, तैनू नमस्कार है। नमो दान दाने नमो मान माने, हे दाना दे भी दान, मनने वालियां दे भी पूरी परम गति वाले परम माने, तैनू नमस्ते नमस्कार नमस्तास्ते, तैनू सिर झुकदा। नमो रोग रोगे नमस्तंग सनाने, रोगां दा भी रोग तू ही है, उधर भी तू ही बैठा है, तू ही लगा रहे हैं। आपे दैंत लाए दिते संत जना को, आपे राखा सोई, दैंत भी तू ही है, उधर दैंत बन के चिंबड़ जाना। प्रहलाद विच भी तू ही सी, ਉਹਦੇ पिता दैंत हरनाक्ष ਦੇ ਵਿੱਚ ਕਿਹੜਾ ਕੋਈ ਹੋਰ ਸੀਗਾ, उधर भी तू ही ਸੀਗਾ। तेरी ਉਹ रचना है सारी। एक पासे तू सिदक दिना सच्चाई दिना, दूजे पासे पुट्ठे पासे ला के अपनी लीला रचाउना। आपे छिंज पवाए मल्ला खाड़ा रचिया, किते ढैना है किते ढा रहे हैं। बहुत विचित्र विचार है, इन बिटवीन विचार है, एक पासे नहीं हो सकती कदे भी गुरबाणी दी विचार। नमो मंत्र मंत्रं नमो जंतर जंतर, सारे मंत्रां दा मंत्र भी तू ही है, सारे जंत्रां दा जंतर भी तू ही। साध संगत जीओ आपां मूल मंत्र पढ़ते हैं, आराधते भी हैं, ध्याउंदे भी हैं। साडे हिंदू भरा गायत्री मंत्र पढ़ते हैं, कोई कलमा पढ़दा हो। ये ਜਿਹੜੇ ਮੰਤਰ ਹੈ ਇਹਨਾਂ ਸਾਰਿਆਂ ਦਾ ਮੰਤਰ ਵਾਹਿਗੁਰੂ ਰਾਮ ਅੱਲਾ ਗੋਡ ਹੈ। ਕਿਵੇਂ ਸਾਰੀ ਬਾਣੀ ਪੜ੍ਹ ਕੇ ਨਿਚੋੜ ਇੱਥੇ ਆ ਕੇ ਮਨ ਖੜਦਾ ਹੈ ਵੀ
ਨਾਮ ਪੈਦਾ ਹੋ ਜਾਂਦਾ ਅੰਦਰ, ਉਹਦਾ ਨਾਮ ਅੰਦਰੋਂ ਫੁੱਟ ਪੈਂਦਾ। ਸੋਈ ਨਾਮ ਅਛਲ ਭਗਤਾਂ ਭਵਤਾਰਨ ਅਮਰਦਾਸ ਗੁਰ ਕੋ ਫੁਰਿਆ। ਉਹ ਫੁਰ ਪੈਂਦਾ ਅੰਦਰੋਂ, ਫੁੱਟ ਪੈਂਦਾ। ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਇੰਦਾ। ਇਹ ਨਾਮ ਗੁਰਬਾਣੀ ਤੋਂ ਮਿਲਣਾ ਜਿਹੜਾ ਅੰਦਰ ਵੱਸਦਾ ਹੈ। ਕਹਿੰਦੇ ਤਾਂ ਆਪਾਂ ਸਾਰੇ ਹੀ ਰੱਬ ਦਾ ਨਾਮ ਲੈਂਦੀ, ਸਾਰੀ ਸ੍ਰਿਸ਼ਟੀ ਉਹ ਲੈਂਦੀ ਹੈ, ਪਰ ਨਾਮ ਅਸਲ 'ਚ ਉਹ ਹੈ ਜਿਹੜਾ ਅੰਦਰੋਂ ਫੁੱਟਦਾ ਗੁਰੂ ਦੀ ਕਿਰਪਾ ਦੇ ਨਾਲ। ਉਹ ਸਾਰਿਆਂ ਮੰਤਰਾਂ ਦਾ ਮੰਤਰ ਹੈ। ਹਾਥੀ ਦੀ ਪੈੜ 'ਚ ਸਾਰੇ ਜਾਨਵਰਾਂ ਦੀ ਪੈੜ ਆ ਜਾਂਦੀ ਹੈ। ਇਸੀ ਕਰਕੇ ਸੰਤ ਲੋਕ ਫਿਰ ਬਾਣੀ ਨੂੰ ਵਿਸਾਰਦੇ ਨਹੀਂ ਕਦੇ ਵੀ, ਗਾਹੇ ਵਗਾਹੇ ਬਾਣੀ ਵੀ ਪੜ੍ਹਦੇ ਵਿਚਾਰਦੇ ਸੰਗਤ ਵਿੱਚ, ਲੇਕਿਨ ਹਰ ਵਕਤ ਨਾਮ ਤੇ ਆਉਂਦੇ ਆ। ਨਾਮ ਸਭ ਤੋਂ ਉੱਚੀ ਸਟੇਜ ਹੈ। ਨਾਮ ਨਾਯਾਬ ਚੀਜ਼ ਹੈ, ਦੁਰਲੱਭ ਚੀਜ਼ ਹੈ, ਅਲੱਭ ਚੀਜ਼ ਹੈ। ਇਹ ਆਪਣੇ ਵੱਲੋਂ ਨਹੀਂ ਹੈ, ਇਹ ਗੁਰੂ ਵੱਲੋਂ ਮਿਲਦਾ ਜੇ ਕਿਸੇ ਨੂੰ ਮਿਲ ਜਾਏ। ਤੋ ਸਾਰਿਆਂ ਮੰਤਰਾਂ ਦਾ ਮੰਤਰ ਪਰਮਾਤਮਾ ਖੁਦ ਹੈ, ਉਹਦਾ ਨਾਮ ਹੈ। ਨਮੋ ਇਸ਼ਟ ਇਸ਼ਟ, ਇਸ਼ਟ ਹੁੰਦਾ ਜਿਹਨੂੰ ਆਪਾਂ ਪੂਜਦੇ ਹਾਂ। ਪੂਜਣੇ ਵਾਲੇ ਇਸ਼ਟਾਂ ਦਾ ਵੀ ਇਸ਼ਟ ਤੂੰ ਹੀ ਹੈ। ਨਮੋ ਤੰਤਰ ਤੰਤਰਮ, ਸਦਾ ਸੱਚ ਦਾ ਆਨੰਦ ਸਰਬੰ ਪ੍ਰਣਾਸੀ। ਤੂੰ ਸੱਚ ਚਿੱਤ ਆਨੰਦ, ਉਹਦਾ ਸ਼ਾਰਟ ਹੈ ਸੱਚ ਦਾ ਆਨੰਦ। ਸੱਚ ਚਿੱਤ ਆਨੰਦ ਸੰਸਕ੍ਰਿਤ 'ਚ ਹੁੰਦਾ। ਤੂੰ ਸਦਾ ਵਾਸਤੇ ਸੱਚ ਚਿੱਤ ਆਨੰਦ ਹੈ, ਸੱਚਾ ਵੀ ਹੈ ਤੂੰ, ਚੇਤਨ ਸੱਤਾ ਵੀ ਹੈ, ਚਿੱਤ ਕੌਨਸ਼ੀਅਸਨੈਸ, ਔਰ ਆਨੰਦ ਵੀ ਹੈ। ਸਰਬਮ ਪ੍ਰਣਾਸੀ, ਅਨੂਪੇ ਅਰੂਪੇ ਸਮਸਤੁਲ ਨਿਵਾਸੀ। ਅਨੂਪ ਵੀ ਹੈ, ਅਰੂਪ ਵੀ ਹੈ, ਸਭ ਜਗ੍ਹਾ ਤੂੰ ਨਿਵਾਸ ਰੱਖ ਰਿਹਾ। ਸਦਾ ਸਿੱਧਾ ਬੁੱਧਾ ਬਿਰਧ ਕਰਤਾ, ਸਾਰੀਆਂ ਸਿੱਧੀਆਂ, ਸਾਰੀ ਬੁੱਧੀ ਵਿਜ਼ਡਮ ਸਭ ਦਾ ਦਾਤਾ ਤੂੰ ਹੈ। ਇਹਨਾਂ 'ਚ ਵਾਧਾ ਵੀ ਕਰਦਾ, ਪ੍ਰਮੋਟਰ ਵੀ ਹੈ ਸਿੱਧੀਆਂ ਦਾ, ਐਸ਼ਵਰਜ ਔਰ ਵਿਜ਼ਡਮ ਦਾ, ਬੁੱਧੀ ਦਾ। ਅਦੋ ਉਰਧ ਅਰਧਮ, ਹੇਠਾਂ ਵੀ ਤੂੰ ਹੀ ਹੈ ਧਰਤੀ ਪਰ, ਆਕਾਸ਼ ਵਿੱਚ ਵੀ ਤੂੰ ਹੀ ਹੈ, ਹੇਠ ਉੱਪਰ ਸਭ ਜਗ੍ਹਾ ਤੂੰ ਹੀ ਹੈ। ਅਗੰ ਔਗ ਹਰਤਾ, ਜਿੰਨੇ ਵੀ ਪਾਪ ਹੈ ਸਾਰਿਆਂ ਦਾ ਹਰਤਾ ਵੀ ਤੂੰ ਹੀ ਹੈ। ਲਾਏ ਹੋਏ ਵੀ ਤਾਂ ਤੇਰੇ ਹੀ ਹੈ। ਜਦ ਤੈਂ ਹਉਮੈ ਪਾਈ ਹੈ ਤਾਂ ਹਉਮੈ ਤਾਂ ਬੇਕਾਰ ਹੈ, ਉਹ ਵੀ ਤਾਂ ਤੇਰੀ ਓ ਪਾਈ ਹੋਈ ਹੈ। ਕੱਢਦਾ ਵੀ ਤੂੰ ਹੀ ਹੈ ਗੁਰੂ ਦੇ ਰਾਹੀਂ। ਪਰਮ ਪਰਮ ਪਰਮੇਸ਼ਰੰ ਪ੍ਰੋਸ਼ ਪਾਲੰ, ਹੇ ਪਰਮ ਪਰਮ ਪਰਮੇਸ਼ਰ ਜੀਓ, ਤੂੰ ਸਭ ਨੂੰ ਪਾਲਣਾ ਪੋਸ਼ਣਾ ਕਰਦਾ ਹੈ। ਤੈਨੂੰ ਨਮਸਕਾਰ ਹੈ। ਸਦਾ ਸਰਵਦਾ ਸਿੱਧ ਦਾਤਾ ਦਿਆਲ, ਸਾਰੀਆਂ ਸਿੱਧੀਆਂ ਦਾ ਦਾਤਾ ਤੂੰ ਹੀ ਹੈ। ਔਰ ਤੂੰ ਦਿਆਲੂ ਵੀ ਹੈ। ਅਛੇਦੀ ਅਭੇਦੀ ਅਨਾਮੰ ਅਕਾਮੰ, ਅਛੇਦੀ ਅਭੇਦੀ, ਤੂੰ ਛੇਦਿਆ ਨਹੀਂ ਜਾ ਸਕਦਾ, ਗਲੀ ਨਹੀਂ ਕੱਢੀ ਜਾ ਸਕਦੀ ਤੇਰੇ 'ਚ, ਤੈਨੂੰ ਭੰਗ ਨਹੀਂ ਕਰਿਆ ਜਾ ਸਕਦਾ, ਤੇਰਾ ਭੇਦ ਨਹੀਂ ਪਾਇਆ ਜਾ ਸਕਦਾ। ਤੂੰ ਅਨਾਮ ਹੈ, ਤੇਰਾ ਕੋਈ ਨਾਂ ਨਹੀਂ ਹੈ। ਜੇ ਕੋਈ ਸਿੱਖ ਕਹੇ ਵੀ ਵਾਹਿਗੁਰੂ ਹੀ ਨਾਮ ਹੈ ਉਹਦਾ, ਕੋਈ ਹਿੰਦੂ ਭਰਾ ਕਹੇ ਰਾਮ ਹੀ ਉਹਦਾ ਨਾਂ ਹੈ, ਮੁਸਲਮਾਨ ਕਹੇ ਖੁਦਾ ਹੀ ਉਹਦਾ ਨਾਂ ਹੈ, ਇਹ ਗਲਤ ਗੱਲ ਹੈ। ਸਾਰੇ ਹੀ ਨਾਮ ਉਸਦੇ, ਜਿਹੜਾ ਮਰਜ਼ੀ ਜਪੋ। ਇਸੀ ਕਰਕੇ ਹੁਕਮਨ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੋਈ ਇੱਕ ਨਾਮ ਨਹੀਂ ਪਾਇਆ ਵਾਹਿਗੁਰੂ ਦਾ। ਵਾਹਿਗੁਰੂ ਸ਼ਬਦ ਭੱਟਾਂ ਨੇ ਵਰਤਿਆ ਬਹੁਤ ਵਾਰ, ਲੇਕਿਨ ਉਹ ਵਾਹਿਗੁਰੂ ਵਾਹਿਗੁਰੂ ਗੁਰੂ ਦੀ ਵਡਿਆਈ ਕਰੀਏ। ਗੁਰੂ ਨੂੰ ਪਰਮਾਤਮਾ ਹੀ ਸਮਝਦੇ ਸੀਗੇ ਉਹ, ਕਿਉਂਕਿ ਗੁਰੂ ਪਰਮਾਤਮਾ ਦਾ ਸਰੂਪ ਹੈ। ਉਸ ਕਰਕੇ ਵਾਹਿਗੁਰੂ 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 ਵਾਹਿਗੁਰੂ, ਤਾਂ ਕਰਕੇ ਉਹ ਉੱਥੇ ਆਇਆ ਹੋਇਆ। ਇੱਕ ਨਾਂ ਨਹੀਂ ਹੈ ਕੋਈ ਵੀ ਪਰਮਾਤਮਾ ਦਾ, ਹਰ ਹਰ ਸਭ ਤੋਂ ਜ਼ਿਆਦਾ ਵਾਰੀ ਆਇਆ ਹੋਇਆ। ਅਕਾਮੰ, ਤੈਨੂੰ ਕੋਈ ਕਾਮਨਾ ਵੀ ਹੈ ਨਹੀਂ। ਸਮਸਤੋ ਪਰਾਜੀ, ਤੂੰ ਸਾਰਿਆਂ ਨੂੰ ਹਰਾਉਣ ਵਾਲਾ ਹੈ। ਕੋਈ ਤੇਰੇ ਅੱਗੇ ਨਹੀਂ ਅੜਿਆ। ਨਮਰੂਦ ਹੋਏ, ਫਿਰੌਨ ਹੋਏ, ਹਿਰੌਡ ਹੋਵੇ, ਅਕਬਰ ਹੋਵੇ, ਰਾਵਣ ਹੋਵੇ, ਕੈਰੋਂ ਹੋਏ, ਸਭ ਨੂੰ ਤੈਂ ਪਰਾਜੈ ਕਰੀਏ। ਕੁਛ ਟਾਈਮ ਹੁੰਦਾ ਵਧਾਉਂਦਾ ਵੀ ਉਹਨਾਂ ਨੂੰ ਤੂੰ ਹੀ ਹੈ ਹਉਮੈ ਦੇ ਵਿੱਚ, ਫਿਰ ਢਾਉਂਦਾ ਵੀ ਤੂੰ ਹੀ ਹੈ। ਰਾਮ ਚੰਦਰ ਜੀ ਨੂੰ ਬਲ ਦੇ ਕੇ ਰਾਵਣ ਨੂੰ ਢਾਹ ਲਿਆ, ਕ੍ਰਿਸ਼ਨ ਜੀ ਨੂੰ ਬਲ ਦੇ ਕੇ ਕੰਸ ਨੂੰ ਔਰ ਕੌਰਵਾਂ ਨੂੰ ਹਰਾਤਾ। ਜਿਹੜਾ ਨਮਰੂਦ ਔਰ ਫਿਰੌਨ ਕਹਿੰਦੇ ਸੀਗੇ ਵੀ ਅਸੀਂ ਰੱਬ ਹੈ, ਹਰਨਾਕਸ਼ ਕਹਿੰਦਾ ਸੀ ਮੈਂ ਹੀ ਰੱਬ ਹੈ, ਪੁੱਤਰ ਨੂੰ ਕਹਿੰਦਾ ਸੀ ਵੀ ਮੇਰਾ ਜਾਪ ਕਰੋ, ਨਰਸਿੰਘ ਬਣ ਕੇ ਆ ਕੇ ਪਾੜ ਕੇ ਰੱਖ ਦਿੱਤਾ ਨਾ, ਕਥਾ ਕਹਾਣੀ ਹੈ। ਤੋ ਨਮਰੂਦ ਨੇ ਇੱਕ ਵਾਰੀ ਉੱਪਰ ਨੂੰ ਤੀਰ ਛੱਡੇ 5-6, ਦੁਨੀਆ ਨੂੰ ਕਹਿੰਦਾ ਵੀ ਦੇਖੋ ਤੀਰ ਮੁੜ ਕੇ ਨਹੀਂ ਆਏ। ਜੇ ਅੱਲਾ ਹੁੰਦਾ ਉੱਪਰ ਤਾਂ ਜ਼ਰੂਰ ਤੀਰਾਂ ਦਾ ਜਵਾਬ ਤੀਰਾਂ ਨਾਲ ਦਿੰਦਾ,
ਕੋਈ ਰੱਬ ਨਹੀਂ ਹੈ, ਐਂ ਕਹਿੰਦਾ ਸੀ ਉਹ। ਅਖੀਰ ਨੂੰ ਮਰਿਆ ਨੀਲ ਦਰਿਆ 'ਚ ਡੁੱਬ ਕੇ। ਸਮਸਤੋ ਪਰਾਜੀ ਸਮਸਤਸਤ ਧਾਮੰ, ਸਾਰਿਆਂ ਧਾਮਾਂ 'ਚ ਸਭ ਜਗ੍ਹਾਵਾਂ 'ਚ ਤੂੰ ਹੀ ਨੇ, ਤੂੰ ਹੀ ਹੈ, ਤੂੰ ਹੀ ਹੈ। ਤੈਨੂੰ ਨਮਸਕਾਰ ਹੈ, ਤੈਨੂੰ ਨਮਸਤੇ ਹੈ, ਤੈਨੂੰ ਪ੍ਰਣਾਮ ਹੈ। ਤੂੰ ਹੀ, ਤੂੰ ਹੀ, ਤੂੰ ਹੀ, ਤੂੰ ਹੀ। ਸਾਧ ਸੰਗਤ ਜੀਓ, ਇਹ ਤਾਂ ਵਿਚਾਰ ਸੀ ਆਪਣੀ ਬੁੱਧੀ ਦੁਆਰਾ, ਕਿਉਂਕਿ ਬੁੱਧੀ ਖਾਮ ਹੈ ਨਾ ਪਰਫੈਕਟ ਹੈ। ਇਸ ਕਰਕੇ ਵਾਰ ਵਾਰ ਦਾਸ ਰਾਜ ਬੇਨਤੀ ਕਰ ਦਿੰਦਾ ਵੀ ਸ਼ਬਦ ਜਿਹੜੇ ਉਹਨੇ ਬਿਆਨ ਤਾਂ ਉਹਨੇ ਸ਼ਬਦਾਂ 'ਚ ਹੀ ਹੋਣਾ, ਪਰ ਹੁਣ ਉਹ ਕਿੰਨੀ ਕੁ ਸਹੀ ਹੈ ਨਹੀਂ ਸਹੀ ਹੈ ਇਹ ਆਪ ਜੀ ਜਾਣੋ ਜਾਂ ਪਰਮਾਤਮਾ ਗੁਰੂ ਜਾਣੇ। ਜਿੰਨੀ ਕੁ ਬੁੱਧੀ ਦਿੰਦਾ ਉਨੀ ਕੁ ਵਿਚਾਰ ਕਰਦੇ ਹਾਂ। ਫਿਰ ਵੀ ਬੁੱਧੀ ਨੂੰ ਟਪਲਾ ਰਹਿਣ ਦੀ ਹਰ ਵਕਤ ਗੁੰਜਾਇਸ਼ ਹੁੰਦੀ ਹੈ। ਕਿਸੇ ਸੰਤ ਨੂੰ ਪੁੱਛਿਆ ਸੀ ਕਿਸੇ ਨੇ ਬਈ ਸੰਤ ਜੀ ਮੇਰੇ ਕੁੱਤੇ ਦੀ ਪੂੰਛ ਚਿੱਟੀ ਹੈ ਜਾਂ ਤੁਹਾਡੀ ਦਾੜੀ ਚਿੱਟੀ ਹੈ? ਉਹ ਸੰਤ ਜੀ ਕਹਿੰਦੇ ਭਾਈ ਸਮੇਂ ਪਰ ਜਵਾਬ ਦੇਵਾਂਗੇ। ਜਦੋਂ ਥੋੜ੍ਹਾ ਜਿਹਾ ਸਮਾਂ ਰਹਿ ਗਿਆ, ਘੰਟਾ 2 ਘੰਟੇ, ਬੁਲਾ ਲਿਆ ਉਹ ਪੁਰਸ਼ ਨੂੰ। ਕਹਿੰਦਾ ਜੀ ਦੱਸੋ, ਯਾਦ ਕਰਿਆ। ਕਹਿੰਦੇ ਭਾਈ ਤੇਰਾ ਜਵਾਬ ਦੇਣ ਲੱਗੇ, ਦੱਸੋ। ਕਹਿੰਦੇ ਜੀ ਮੇਰੀ ਦਾੜੀ ਚਿੱਟੀ ਹੈ। ਉਹ ਬੰਦਾ ਕਹਿੰਦਾ ਮਨ ਚਲਾ, ਕਹਿੰਦਾ ਜੀ ਫਿਰ ਤੁਸੀਂ ਆਹ ਗੱਲ ਉਦਣੇ ਕਹਿ ਦਿੰਦੇ। ਕਹਿੰਦੇ ਨਹੀਂ, ਉਦਣ ਨਹੀਂ ਸੀ ਕਹੀ ਜਾ ਸਕਦੀ। ਅਜੋ ਸੋ ਨਾਓ ਸਮੁੰਦਰ ਮੈਂ ਕਿਆ ਜਾਣੇ ਕਿਆ ਹੋਏ। ਸਮੁੰਦਰ 'ਚ ਕਿਸ਼ਤੀ ਹੈ, ਕਦ ਡੁੱਬ ਜਾਏ, ਕਦ ਤੂਫਾਨ ਆ ਜਾਏ, ਕੋਈ ਪਤਾ ਚੱਲਦਾ? ਆ ਕਰੋਨੇ ਨੇ ਦੁਨੀਆ ਗੋਡਿਆਂ ਭਾਰ ਕਰਤੀ। ਸਾਰੇ ਪੜ੍ਹੇ ਲਿਖੇ ਮੁਲਕ, ਸਾਰੇ ਸੰਪਦਾ ਵਾਲੇ, ਮੈਡੀਕਲ ਫੈਸਿਲਿਟੀਜ਼ ਵਾਲੇ, ਇਟਲੀ USA ਵਰਗੇ, ਇੰਗਲੈਂਡ ਜਰਮਨੀ ਵਰਗੇ ਗੋਡਿਆਂ ਭਾਰ ਕਰਤੇ। ਕਿਸੇ ਦਾ ਕੋਈ ਯਤਨ ਨਹੀਂ ਚੱਲਿਆ। ਅਖੀਰ ਨੂੰ ਹੱਥ ਖੜੇ ਕਰ ਗਏ ਵੀ ਸਾਡੇ ਕੋਲ ਇਹਦਾ ਕੋਈ ਇਲਾਜ ਨਹੀਂ। ਕਿੰਨੀਆਂ ਮੌਤਾਂ ਹੋਈਆਂ, ਪਹਿਲਾਂ ਵੀ ਹੁੰਦੀਆਂ ਰਹੀਆਂ ਸੰਸਾਰ 'ਚ। ਕਦੇ ਪਲੇਗ ਪੈ ਗਈ, ਕਦੇ ਕੁਛ ਹੋ ਗਿਆ। ਉਹਦਾ ਨਿਦਾਨ ਵੀ ਆਪੇ ਨਿਦਾਨ ਬਾਅਦ 'ਚ ਕਰਾ ਦਿੱਤਾ, ਟੀਕੇ ਲੱਭ ਗਏ। ਹੋ ਸਕਦਾ ਕਰੋਨੇ ਦਾ ਵੀ ਕਰਾ ਦੂ ਕਿਸੇ ਟਾਈਮ, ਔਰ ਹੁਣ ਤਾਂ ਵੈਕਸੀਨ ਬਣੇ ਗਈ ਹੈ। ਲੇਕਿਨ ਇਹ ਸਾਰਾ ਉਸਦੇ ਹੱਥ ਵਿੱਚ ਹੈ। ਉਹਨੂੰ ਆਪਾਂ ਇਸੀ ਕਰਕੇ ਗੁਰਬਾਣੀ ਉਹਨੂੰ ਸਰਬ ਸ਼ਕਤੀਮਾਨ ਮੰਨਦੀ ਹੈ ਵੀ ਸਾਰਿਆਂ ਪਾਸਿਆਂ 'ਚ ਤੂੰ ਹੀ ਹੈ। ਕਰੋਨਾ ਵੀ ਤਾਂ ਉਸੇ ਨੇ ਕਰਿਆ। ਇੱਕ ਅੱਖ ਨਾਲ ਨਾ ਦੇਖਣ ਵਾਲਾ ਜੀਵ, ਛੋਟਾ ਜਿਹਾ ਸੂਖਮ ਜੀਵ ਇੰਨੀ ਦੁਨੀਆ ਦਾ ਵਿਨਾਸ਼ ਕਰ ਸਕਦਾ ਹੈ। ਇਹ ਗੱਲ ਗੁਰਬਾਣੀ ਦੀ ਗੱਲ ਬਿਲਕੁਲ ਸਹੀ ਹੈ। ਆਪਾਂ ਨੂੰ ਬੇਸ਼ੱਕ ਨਾ ਲੱਗੇ, ਪਰ ਗੁਰਬਾਣੀ ਤਾਂ ਕਦੇ ਗਲਤ ਹੋ ਹੀ ਨਹੀਂ ਸਕਦੀ ਹੈ, ਸੱਚੋ ਸੱਚ ਹੈ। ਤੋ ਸਾਧ ਸੰਗਤ ਜੀ ਥੋੜ੍ਹੀ ਜਿਹੀ ਵਿਚਾਰ ਹੈ, 5-10 ਮਿੰਟ ਆਪਣੇ ਕੋਲ ਹੋਰ ਵਿਚਾਰ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 5 ਸ਼ਹੀਦਾਂ ਦੀ ਬਾਣੀ ਹੈ। ਗੁਰੂ ਅਰਜਨ ਦੇਵ ਜੀ, ਧੰਨ ਧੰਨ, ਔਰ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਧੰਨ ਬਾਬਾ ਰਵਿਦਾਸ ਜੀ। ਇੱਥੇ ਚੌਂਕਿਓ ਨਾ, ਇਹ ਗੱਲ ਸਾਬਤ ਹੋ ਚੁੱਕੀ ਹੈ। ਨੈੱਟ ਪਰ ਕਈ ਜਗ੍ਹਾ PhD ਹੋਈ ਉਹ ਬੁੱਕਸ ਪਈਆਂ ਹੈ। ਸਿੱਖ ਧਰਮ ਦੇ ਬਹੁਤ ਬੜੇ ਵਿਦਵਾਨ ਇਸ ਗੱਲ ਨੂੰ ਮਾਨਤਾ ਦੇ ਰਹੇ ਹੈ ਵੀ ਬਾਬਾ ਰਵਿਦਾਸ ਜੀ ਨੂੰ ਸ਼ਹੀਦ ਕਰਿਆ ਗਿਆ ਸੀ ਰਾਣਿਆਂ ਦੁਆਰਾ, ਰਾਜਿਆਂ ਦੁਆਰਾ ਬਹਾਨਾ ਬਣਾ ਕੇ। ਔਰ 2 ਭੱਟ ਸਾਹਿਬਾਨ ਵੀ ਸ਼ਹੀਦ ਹੈ। ਭਿੱਖਾ ਭੱਟ ਹੈ, ਉਹਦੀ ਵੀ ਬਾਣੀ ਹੈ। ਭਿੱਖੇ ਦੇ 2 ਲੜਕੇ ਸੀਗੇ, ਇੱਕ ਭੱਟ ਮਥੁਰਾ ਜੀ, ਇੱਕ ਭੱਟ ਕੀਰਤ ਜੀ। ਇਹਨਾਂ ਦੋਹਾਂ ਨੇ ਸ਼ਹੀਦੀ ਪਾਈ ਹੈ। ਕਿਵੇਂ ਪਾਈ, ਇਹ ਥੋੜ੍ਹੀ ਜਿਹੀ ਵਿਚਾਰ ਕਰਕੇ ਫਿਰ ਸਮਾਪਤੀ ਕਰ ਦਿੰਦੇ। ਜਿਹੜਾ ਮਥੁਰਾ ਭੱਟ ਸੀਗਾ, 1621 ਦੇ ਵਿੱਚ ਚੰਦੂ ਦੇ ਲੜਕੇ ਭਗਵਾਨ ਦਾਸ ਘੇਰੜ ਨੇ 6ਵੇਂ ਪਾਤਸ਼ਾਹ 'ਤੇ ਹਮਲਾ ਕਰ ਦਿੱਤਾ। ਹਰਗੋਬਿੰਦਪੁਰੇ ਦੀ ਘਟਨਾ ਹੈ। ਜਦ ਹਮਲਾ ਕਰਿਆ ਤਾਂ ਉੱਥੇ ਮਥੁਰਾ ਜੀ ਨੇ ਬਹੁਤ ਜੌਹਰ ਦਿਖਾਏ। ਹਾਲਾਂਕਿ ਦੇਖ ਲਓ ਉਹਨਾਂ ਦੀ ਬਾਣੀ ਵੀ ਹੈਗੀ ਹੈ, ਸਾਰਿਆਂ ਪਾਤਸ਼ਾਹਾਂ ਦੀ ਇਹਨਾਂ ਦੀ ਬਾਣੀ ਹੈ ਜਿਨ੍ਹਾਂ ਨੇ ਆਪਣਾ ਸ਼ਹੀਦੀਆਂ ਪਾਈਆਂ। ਔਰ ਉਹ ਫਿਰ ਮਥੁਰਾ ਜੀ ਉੱਥੇ ਸ਼ਹੀਦ ਵੀ ਹੋਏ। ਉਸ ਤੋਂ ਬਾਅਦ 1634 ਈਸਵੀ 'ਚ ਮੁਰਤਜ਼ਾ ਖਾਨ ਨੇ, ਜਦੋਂ ਬੀਬੀ ਬੀਰੋ ਦਾ ਵਿਆਹ ਰੱਖਿਆ ਹੋਇਆ ਸੀਗਾ, ਮੁਰਤਜ਼ਾ ਖਾਨ ਨੇ ਹੱਲਾ ਕਰ ਦਿੱਤਾ। ਖਾਲਸਾ ਕਾਲਜ ਹੈ ਜਿੱਥੇ ਅੱਜ ਕੱਲ੍ਹ, ਉਸ ਸਥਾਨ 'ਤੇ ਹੋਈ ਸੀ ਲੜਾਈ। ਤੋ ਜਿਹੜਾ ਕੀਰਤ ਭੱਟ ਹੈ, ਉਹਨੇ ਉੱਥੇ ਮੁਰਤਜ਼ਾ ਖਾਨ ਨੂੰ ਮਾਰਿਆ। ਬਹਾਦਰੀ, ਸ਼ਹੀਦੀ ਵੀ ਪਾਈ ਹੈ। ਇਹ ਬਾਤ ਗਿਆਨੀ ਗਿਆਨ ਸਿੰਘ ਜੀ ਨੇ ਮੁਲਤਾਨੀ ਸਿੰਧੀ ਭੱਟ ਬਈਆਂ 'ਚ ਦੱਸੀ ਹੈ। ਤੋ ਭੱਟ ਬਹੁਤ ਉੱਚੀ ਅਵਸਥਾ ਵਾਲੇ ਤਾਂ ਹੈਗੇ ਹੀ ਸੀਗੇ ਜਿਨ੍ਹਾਂ ਨੇ ਬਾਣੀ ਰਚੀ ਹੈ, ਨਾਲ ਦੀ ਨਾਲ ਬਹਾਦਰ ਵੀ ਥੇ।
ਨਾ ਜ਼ੁਲਮ ਸਹਿਣਾ ਜਾਣ ਦਿੱਤੇ, ਨਾ ਜ਼ੁਲਮ ਕਰਦੇ। ਉਹੀ ਗੁਰੂ ਸਾਹਿਬ ਵਾਲੀ ਜਿਹੜੀ ਸਾਨੂੰ ਸੰਦੇਸ਼ ਹੈ, ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨ ਤਾਨ। ਸੋ ਸਾਧ ਸੰਗਤ ਜੀਓ, ਇਹ ਜਿਹੜਾ ਪਾਪੀ ਹੁੰਦਾ ਹੈ, ਪਾਪੀ ਵੀ ਰੱਬ ਦੇ ਹੁਕਮ ਵਿੱਚ ਹੁੰਦਾ, ਕੋਈ ਬਾਹਰ ਨਹੀਂ ਹੁੰਦਾ ਉਹ ਤੋਂ। ਉਹਨੂੰ ਉੱਧਰ ਉਹਨੇ ਜਾਣ ਕੇ ਖੇਲ ਦਿੱਤਾ ਵਾ ਹੁੰਦਾ, ਰੋਲ ਦਿੱਤਾ ਵਾ ਹੁੰਦਾ। ਜਿਕਣ ਵਿਲਨ ਹੁੰਦੇ ਨਾ ਫਿਲਮਾਂ 'ਚ, ਹੀਰੋ ਔਰ ਵਿਲਨ, ਬਿਲਕੁਲ ਇਸੇ ਤਰ੍ਹਾਂ ਰਾਵਣ ਨੂੰ ਵੀ ਰੋਲ ਦਿੱਤਾ ਹੋਇਆ ਸੀ ਉਹਨੇ, ਸ਼੍ਰੀ ਰਾਮ ਚੰਦਰ ਜੀ ਨੂੰ ਵੀ ਦਿੱਤਾ ਹੋਇਆ ਸੀਗਾ। ਕਿਉਂਕਿ ਸਾਰਿਆਂ ਪਾਸੇ ਉਸੇ ਦਾ ਵਰਤਾਰਾ ਹੈ, ਉਸ ਤੋਂ ਬਾਹਰ ਕੋਈ ਹੈ ਹੀ ਨਹੀਂ। ਤੋ ਪਾਪ ਜਿਹੜਾ ਕਰਦਾ ਬੰਦਾ, ਬੁਰਾ ਕਰਮ ਕਰਦਾ ਹੈ, ਉਹਨੂੰ ਉਦੋਂ ਉਹ ਚੰਗਾ ਲੱਗਦਾ ਤਾਂ ਕਰਦਾ। ਜਿਵੇਂ ਕਿੱਕਰ ਦੇ ਕੰਡੇ ਹੁੰਦੇ ਆ, ਕੰਡਿਆਂ ਵਿੱਚ ਤਾਂ ਕੋਈ ਕਿੱਕਰ ਦੇ ਜਿਹੜੇ ਬੀਜ ਹੁੰਦੇ ਤੁੱਕਿਆਂ 'ਚ, ਉਹਨਾਂ 'ਚ ਕੋਈ ਕੰਡਾ ਨਹੀਂ ਹੁੰਦਾ। ਪਰ ਸਮਾਂ ਪਾ ਕੇ ਜਦੋਂ ਉਹ ਬੀਜ ਉੱਗਦਾ ਧਰਤੀ 'ਚੋਂ, ਛੋਟਾ ਜਿਹਾ ਬੂਟਾ ਵੀ ਬਣਦਾ ਤਾਂ ਸੂਲਾਂ ਨਿਕਲ ਆਉਂਦੀਆਂ, ਕੰਡੇ ਬਣ ਜਾਂਦੇ, ਚੁੱਭਦੇ ਆ ਫਿਰ। ਇਸੇ ਤਰ੍ਹਾਂ ਪਾਪੀ ਜਿਹੜਾ ਪਾਪ ਕਰਦਾ ਹੈ, ਉਸ ਟਾਈਮ ਤਾਂ ਉਹਨੂੰ ਵਧੀਆ ਲੱਗਦਾ, ਬੜਾ ਮੁਲਾਇਮ ਜਿਹਾ ਹੁੰਦਾ ਕਿੱਕਰ ਦੇ ਬੀਜ ਵਰਗਾ। ਪਰ ਜਦ ਫਿਰ ਉਹ ਫੁੱਟਦਾ ਨਾ ਪਾਪ ਬਾਅਦ ਵਿੱਚ, ਫਿਰ ਬੜਾ ਦੁੱਖ ਹੁੰਦਾ। ਫਿਰ ਉਹਦੀ ਮੌਤ ਵੀ ਬਹੁਤ ਭਿਅੰਕਰ ਹੁੰਦੀ ਹੈ। ਜਦੋਂ ਹਰਨਾਕਸ਼ ਇੰਨੇ ਹਉਮੈ 'ਚ ਸੀਗਾ ਵੀ ਆਪਣੇ ਪੁੱਤਰ ਨੂੰ ਮਾਰਨ ਤੱਕ ਤੁਲਿਆ ਹੋਇਆ ਸੀਗਾ, ਦੁਸ਼ਟ ਚੰਡਾਲ ਚੌਂਕੜੀ ਜਿਹੜੀ ਉਹਦੇ ਆਲੇ ਦੁਆਲੇ ਸੀ, ਸਾਰਿਆਂ ਨੇ ਮਤਾ ਬਣਾ ਲਿਆ ਵੀ ਇਹਦੀ ਉਮਰ ਨੂੰ ਘਨੇਰੀ ਕਰ ਦਿਓ, ਖਤਮ ਕਰ ਦਿਓ ਇਹਨੂੰ। ਤਾਂ ਫਿਰ ਉਸ ਟਾਈਮ ਪਰਮਾਤਮਾ ਨੂੰ ਆਉਣਾ ਪਿਆ ਨਰਸਿੰਘ ਦੇ ਰੂਪ 'ਚ, ਜਿਹਦੀ ਸ਼ਕਲ ਅੱਧੀ ਕੁ ਸ਼ੇਰ ਦੀ ਸੀਗੀ, ਅੱਧੀ ਕੁ ਮਨੁੱਖ ਦੀ। ਪੰਜਿਆਂ ਦੇ ਨਾਲ ਪਾੜ ਕੇ ਸਿੱਟ ਦਿੱਤਾ, ਉਹ ਮਾਰਿਆ ਭਗਾ ਕੇ। ਤਾਂ ਪਾਪੀ ਜਿਹੜਾ ਹੁੰਦਾ, ਉਹਨੂੰ ਚੰਗਾ ਲੱਗਦਾ ਹੁੰਦਾ ਉਸ ਟਾਈਮ ਪਾਪ ਕਰਨਾ। ਪਰ ਜਦ ਫਿਰ ਸਮਾਂ ਆਉਂਦਾ ਉਹ ਪਾਪ ਉਹਨੂੰ ਉਘੇੜ ਕੇ ਰੱਖ ਦਿੰਦਾ। ਕਈ ਤਾਂ ਮਾਫੀ ਵੀ ਮੰਨ ਲੈਂਦੇ, ਉਹ ਵੀ ਉਹਦਾ ਹੁਕਮ ਹੈ। ਜਿਹੜੇ ਸਮਝ ਜਾਂਦੇ ਵੀ ਮੇਰੇ ਤੋਂ ਪਾਪ ਹੋਇਆ, ਜਾਮਲ ਤੋਂ ਹੋਇਆ, ਗੰਨਕਾ ਨੇ ਕਰਿਆ, ਸਾਰੀ ਉਮਰ ਪਾਪ ਕਰੇ, ਲੇਕਿਨ ਅਖੀਰ ਦੇ ਟਾਈਮ ਉਹਨਾਂ ਨੂੰ ਸਮਝ ਦੇ ਦਿੱਤੀ, ਉਹਨਾਂ ਦਾ ਆਧਾਰ ਹੋ ਗਿਆ। ਗੁਰਬਾਣੀ 'ਚ ਉਹਨਾਂ ਦੀ ਵਡਿਆਈ ਹੈ, ਜਗ੍ਹਾ ਜਗ੍ਹਾ ਆਈ ਹੋਈ ਹੈ। ਅਸੀਂ ਸਭ ਉਹਦੇ ਪੁੱਤਰ ਹੈ। ਆਪਣੇ ਆਪ ਨੂੰ ਕੋਈ ਕਿੱਡਾ ਹੀ ਸਮਝੇ, ਹੈ ਉਹਦੇ ਪੁੱਤਰ ਹੈ ਪਰਮਾਤਮਾ ਦੇ। ਕਦੇ ਵੀ ਆਪਾਂ ਗਲਤੀ ਕਰ ਸਕਦੇ। ਟੂ ਐਰਰ ਇਜ਼ ਹਿਊਮਨ, ਟੂ ਫਾਰਗਿਵ ਡਿਵਾਈਨ। ਬੰਦਾ ਭੁੱਲਣਹਾਰ ਹੈ ਹਮੇਸ਼ਾ, ਪਰਮਾਤਮਾ ਹਮੇਸ਼ਾ ਬਖਸ਼ਣਹਾਰ ਹੈ। ਇਸੇ ਸਿਧਾਂਤ ਦੇ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਹੋਈ ਹੋਈ ਹੈ। ਪਾਪੀਆਂ ਨੂੰ ਦੰਡ ਦੇਣਾ, ਜੇ ਕੋਈ ਪਾਪੀ ਆ ਕੇ ਸ਼ਰਨ ਪੈ ਗਿਆ, ਕੋਈ ਗਲਤੀ ਹੋ ਗਈ, ਉਹਨੂੰ ਮਾਫ ਕਰ ਦੇਣਾ ਉਸੇ ਘੜੀ। ਦੇਖੋ, ਉਹ ਜਿਹੜਾ ਸਿਧਾਂਤ ਹੈ ਗੁਰਬਾਣੀ ਦਾ, ਗੁਰਮਤਿ ਦਾ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰਾਹੀਂ ਲਾਗੂ ਕਰਾਇਆ ਹੋਇਆ। ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਹੈ, ਦਰਬਾਰ ਸਾਹਿਬ, ਉਹ ਰੂਹਾਨੀਅਤ ਦਾ ਕੇਂਦਰ ਹੈ, ਅਤੇ ਨਾਲ ਨਾਲ ਫਿਰ ਸ਼ਕਤੀ ਦਾ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਹੈ। ਇਸ ਚੀਜ਼ ਨੂੰ ਸਮਝਣਾ ਬਹੁਤ ਔਖਾ, ਸਿੱਖ ਨਹੀਂ ਸਮਝਦੇ, ਦੂਜਿਆਂ ਨੇ ਕਿਆ ਸਮਝਣਾ। ਅਕਾਲ ਦੇ ਤਖ਼ਤ ਨੂੰ ਦੂਜਿਆਂ ਨੇ ਕਿਆ ਸਮਝਣਾ, ਨਹੀਂ ਸਮਝ ਸਕਦੇ। ਇਹ ਰੂਹਾਨੀਅਤ ਹੈ ਜਿਹੜੀ, ਨੂਰਾਨੀਅਤ, ਇਹ ਸਿੱਖ ਧਰਮ ਦਾ ਹੀ ਖਾਸਾ ਹੈ। ਇਸ ਕਰਕੇ ਸਾਧ ਸੰਗਤ ਜੀਓ, ਸਮਾਂ ਹੋ ਗਿਆ ਖਾਸਾ, ਸਮਾਪਤੀ ਕਰੀਏ। ਇੱਕ ਸ਼ਬਦ, ਇੱਕ ਚੀਜ਼ ਹੋਰ ਖਿਆਲ ਆ ਗਈ ਹੈ। ਇੱਕ ਜਿਹੜੇ 10 ਅਵਤਾਰਾਂ ਦਾ ਜ਼ਿਕਰ ਆਉਂਦਾ ਹੈ, ਉਹਨਾਂ 'ਚ ਮੱਛ ਔਰ ਕੱਛ 2 ਅਵਤਾਰ ਹੈ। ਇਹਨਾਂ ਵਿੱਚ ਅੱਗੇ ਫਿਰ ਬਰਾਹ, ਬੌਨਾ, ਰਾਮ ਚੰਦਰ ਜੀ, ਪਰਸੁਰਾਮ ਜੀ ਔਰ ਕ੍ਰਿਸ਼ਨ ਜੀ, ਬੁੱਧ, ਨੇਕਲੰਕੀ, ਇਹ 10 ਅਵਤਾਰ ਗਿਣੇ ਜਾਂਦੇ। ਵੈਸੇ 24 ਵੀ ਗਿਣਦੇ ਆ, ਪਰ ਮੁੱਖ 10 ਹੈ। ਹੁਣ ਇਹ ਜਿਹੜੇ ਮੱਛ ਔਰ ਕੱਛ ਹੈ, ਇਹਨਾਂ ਦਾ ਵਿਚਾਰ, ਇਹਨਾਂ ਦੀ ਬਾਣੀ 'ਚ ਵਿਚਾਰ ਆਉਂਦੀ ਹੈ। ਇਹਨਾਂ ਦਾ ਥੋੜ੍ਹਾ ਜਿਹਾ ਜ਼ਿਕਰ, ਮੱਛ ਅਵਤਾਰ, ਇਹਦਾ ਇਸ ਤਰ੍ਹਾਂ ਜ਼ਿਕਰ ਆਉਂਦਾ ਹੈ ਵੀ ਪਰਲੋ ਦੇ ਸਮੇਂ ਜਦ ਸਾਰੇ ਲੋਕ ਡੁੱਬ ਰਹੇ ਸੀ, ਕਹਾਣੀ ਹੈ, ਆਪਾਂ ਗਿਆਨ ਲੈਣਾ। ਜਦ ਸਾਰੇ ਲੋਕ ਡੁੱਬ ਰਹੇ ਸੀ, ਤਾਂ ਵਿਧਾਤਾ ਦੇ ਮੂੰਹ 'ਚੋਂ ਵੇਦ ਨਿਕਲੇ। ਵੇਦ ਨਿਕਲੇ ਉਸੇ ਟਾਈਮ ਹਯਗਰੀਵ ਨਾਂ ਦਾ ਇੱਕ ਦੈਂਤ, ਉਹਨੇ ਉਹ ਚੁਰਾ ਲਏ, ਔਰ ਚੁਰਾ ਕੇ ਹੇਠਾਂ ਸਮੁੰਦਰ 'ਚ ਲੈ ਗਿਆ। ਫਿਰ ਵਿਸ਼ਨੂੰ ਨੇ ਮੱਛ ਦਾ ਅਵਤਾਰ ਧਾਰ ਕੇ ਉਹ ਵੇਦ ਵਾਪਸ ਲਿਆਂਦੇ ਸੀ। ਇਹਦਾ ਹਵਾਲਾ ਗੁਰਬਾਣੀ 'ਚ ਵੀ ਆਉਂਦਾ, ਵੇਦ ਕੀ ਬਿਪਤ ਪੜੀ ਪਛਤਾਨਿਆ, ਬ੍ਰਹਮੈ ਗਰਭ ਕੀਆ ਨਹੀਂ ਜਾਣਿਆ। ਪਹਿਲਾਂ ਤਾਂ ਗਰਭ ਹੋ ਗਿਆ ਵੀ ਮੈਂ ਵੇਦਾਂ ਦੀ ਰਚਨਾ ਕਰੀ ਹੈ। ਉਹਦਾ ਗਰਭ ਤੋੜਨ ਖਾਤਰ ਜਦੇ ਰਿਸ਼ੀ ਆਪਣਾ ਦੈਂਤ ਹਯਗਰੀਵ ਪੈਦਾ ਕਰਤਾ, ਉਹ ਉਹਨਾਂ ਨੂੰ ਚੋਰੀ ਕਰਕੇ ਹੇਠਾਂ ਲੈ ਗਿਆ ਸਮੁੰਦਰ 'ਚ। ਫਿਰ ਰੋਇਆ, ਬ੍ਰਹਮਾ ਜੀ ਰੋਏ,
ਫਿਰ ਵਿਸ਼ਨੂੰ ਨੇ ਮੱਛ ਦਾ ਅਵਤਾਰ ਧਾਰ ਕੇ ਉਹ ਵੇਦ ਵਾਪਸ ਲਿਆਂਦੇ। ਇਹ ਕਥਾ ਕਹਾਣੀ ਹੈ। ਕਥਾ ਕਹਾਣੀ ਵੇਦੀ ਆਣੀ ਪਾਪ ਪੁੰਨ ਵਿਚਾਰ। ਅੰਮ੍ਰਿਤ ਬਾਣੀ ਜਿਹੜੀ ਹੈ ਉਹ ਹੋਰ ਚੀਜ਼ ਹੈ, ਜਿਹੜੀ ਕਥਾ ਕਹਾਣੀ ਹੈ ਉਹ ਹੋਰ ਚੀਜ਼ ਹੁੰਦੀ ਹੈ। ਕਥਾ ਕਹਾਣੀ ਮਿਥੀ ਹੋਈ ਹੁੰਦੀ ਹੈ, ਅੰਮ੍ਰਿਤ ਬਾਣੀ ਜਿਹੜੀ ਹੁੰਦੀ ਹੈ ਉਹ ਸੱਚਾਈ ਹੁੰਦੀ ਹੈ। ਦੂਜਾ ਹੈ ਕੱਛਪ ਅਵਤਾਰ, ਕੱਛੂ ਦਾ। ਜਦੋਂ ਧਰਤੀ ਰਿੜਕੀ ਦੇਵਤਿਆਂ ਔਰ ਦੈਂਤਾਂ ਨੇ ਮੰਦਾਰ ਪਹਾੜ ਜਿਹੜਾ ਭਾਗਲਪੁਰ ਦੇ ਕੋਲ ਹੈ ਬਿਹਾਰ 'ਚ, ਉਹਦਾ ਮਧਾਣਾ ਬਣਾਇਆ। ਉਹ ਪਹਾੜ ਭਾਰੀ ਸੀਗਾ, ਮਧਾਣੀ ਭਾਰੀ ਹੋ ਗਈ। ਜਦੋਂ ਰਿੜਕ ਰਹੇ ਸੀ ਨਾ ਦੇਵੀ ਔਰ ਦੇਵਤੇ ਔਰ ਦੈਂਤ, ਤਾਂ ਫਿਰ ਉਹ ਹੇਠਾਂ ਧੱਸਦਾ ਜਾਂਦਾ ਸੀਗਾ ਧਰਤੀ ਉਹਦੇ ਵਜਨ ਕਰਕੇ, ਕਿਉਂਕਿ ਮਧਾਣਾ ਭਾਰੀ ਸੀਗਾ। ਉਹ ਹੇਠਾਂ ਜਾਣ ਤੋਂ ਰੋਕਣ ਵਾਸਤੇ ਕੱਛੂ ਨੇ ਫਿਰ ਸਹਾਰਾ ਦਿੱਤਾ ਉਹਨੂੰ। ਫਿਰ ਉਹ ਰਿੜਕਣ ਹੋਇਆ, ਜਿਹੜਾ ਸਮੁੰਦਰ ਮੰਥਨ ਹੋਇਆ। ਤੋ ਸਾਧ ਸੰਗਤ ਜੀ ਇਹ ਹੈਗੀਆਂ ਨੇ ਸਾਡੀਆਂ ਕਥਾ ਕਹਾਣੀਆਂ। ਜਿਵੇਂ ਧਰਤੀ ਹੇਠ ਇੱਕ ਬਲਦ ਹੈ, ਉਹਨੇ ਧਰਤੀ ਦਾ ਭਾਰ ਚੱਕਿਆ ਹੋਇਆ ਆਪਣੇ ਸਿੰਘਾਂ ਦੇ ਉੱਤੇ, ਇਹ ਵੀ ਮਨੌਤ ਹੈ ਸਾਡੇ ਹਿੰਦੂ ਧਰਮ ਵਿੱਚ। ਔਰ ਇਹਦਾ ਹਵਾਲਾ ਵੀ ਆਉਂਦਾ ਗੁਰਬਾਣੀ 'ਚ। ਮਾਰੂ ਸੋਹਲਿਆਂ 'ਚ ਜ਼ਿਕਰ ਹੈ ਇੱਕ ਜਗ੍ਹਾ, ਹੁਕਮੇ ਧੌਲ ਹੁਕਮੇ ਧਰਤੀ ਧੌਲ ਸਿਰ ਭਾਰਨ, ਹੁਕਮੇ ਪੌਣ ਪਾਣੀ ਗੈਨਾਰਨ। ਪੌਣ ਪਾਣੀ ਔਰ ਆਕਾਸ਼ ਹੁਕਮ ਵਿੱਚ ਹੈ, ਹੁਕਮ ਵਿੱਚ ਹੀ ਬੈਲ ਨੇ ਧਰਤੀ ਚੱਕੀ ਹੋਈ ਹੈ। ਹੁਕਮੇ ਧਰਤੀ ਧੌਲ ਸਿਰ ਭਾਰਨ, ਧੌਲ ਬਲਦ ਨੂੰ ਕਹਿੰਦੇ। ਹੁਣ ਜੇ ਆਪਾਂ ਇੱਥੋਂ ਸੋਚੀਏ ਵੀ ਗੁਰਬਾਣੀ 'ਚ ਜ਼ਿਕਰ ਆਇਆ ਵੀ ਇਹ ਸੱਚ ਹੈ, ਨਹੀਂ ਸਾਧ ਸੰਗਤ ਜੀ ਇੱਕ ਨਹੀਂ ਹੈ, ਤਾਂ ਹੀ ਸਾਨੂੰ ਸਮਝ ਨਹੀਂ ਆਉਂਦੀ ਗੁਰਬਾਣੀ ਦੀ। ਸਮੱਗਰਤਾ ਸਾਹਮਣੇ ਹੋਣੀ ਚਾਹੀਦੀ ਹੈ। ਕਿਵੇਂ ਆਪਾਂ ਤਾਂ ਕਹਿ ਨਹੀਂ ਸਕਦੇ ਕੋਈ ਗੱਲ ਇਹੀ ਜੀ ਜਿਹੜੀ ਗੁਰਬਾਣੀ 'ਚ ਆਈ ਹੈ, ਪਰ ਜਿੱਥੇ ਗੁਰਬਾਣੀ ਵਿੱਚ ਉਹਦਾ ਖੰਡਨ ਕਰਿਆ ਹੋਇਆ। ਜਪਜੀ ਸਾਹਿਬ ਦੇ ਪਹਿਲਾਂ ਹੀ ਇਹ ਗੱਲ ਆਉਂਦੀ ਹੈ, ਜੇ ਕੋ ਬੁੱਝੈ ਹੋਵੇ ਸਚਿਆਰ ਧਵਲੇ ਉੱਪਰ ਕੀਤਾ ਭਾਰ। ਗੁਰੂ ਨਾਨਕ ਪਾਤਸ਼ਾਹ ਫਰਮਾ ਰਹੇ ਇਹ ਗੱਲ ਨੂੰ ਵੀ ਜੇ ਕੋਈ ਬੁੱਝੈ ਸਚਿਆਰਾ ਬਣੇ, ਧਰਤੀ ਕਿੱਕਣ ਭਾਰ ਚੱਕ ਲੂਗਾ ਬਲਦ ਬਈ। ਧਰਤੀ ਹੋਰ ਪਰੇ ਹੋਰ ਧਰਤੀਆਂ ਤਾਂ ਜਿਹੀਆਂ ਕਰੋੜਾਂ ਹੀ ਬ੍ਰਹਿਮੰਡ ਖੰਡ ਹੈ, ਫਿਰ ਤਾਂ ਸਭ ਦੇ ਹੇਠੇ ਬਲਦ ਹੋਣੇ, ਸਭ ਦੇ ਹੇਠ ਕੱਛੂ ਕੁੰਮੇ ਹੋਣੇ। ਨਹੀਂ ਭਾਈ ਇਸ ਤਰ੍ਹਾਂ ਦੀ ਗੱਲ ਨਹੀਂ, ਸਚਿਆਰੇ ਬਣੋ। ਤੋ ਗੁਰਬਾਣੀ ਵਿੱਚ ਜਿਨ੍ਹਾਂ ਚੀਜ਼ਾਂ ਦਾ ਜ਼ਿਕਰ ਆਇਆ ਹੈ ਉਹਨਾਂ ਦਾ ਜ਼ਿਕਰ ਕਰਕੇ ਆਪਣਾ ਖਿਆਲ ਦੱਸਿਆ ਹੋਇਆ ਉਹਦੇ ਅਨੁਸਾਰ, ਵੀ ਉਹ ਇਹ ਕਹਿੰਦੇ ਆ ਤੇ ਅਸੀਂ ਇਹ ਕਹਿ ਰਹੇ ਹਾਂ। ਤੋ ਕਥਾ ਕਹਾਣੀ ਦੇ ਵਿੱਚ ਔਰ ਗੁਰਬਾਣੀ ਦੇ ਵਿੱਚ ਬਹੁਤ ਅੰਤਰ। ਇਹਨੂੰ ਸੁਰਤ ਲਾ ਕੇ ਸੁਰਤਿਆਂ ਨੇ ਧਿਆ ਕੇ ਬਾਹਰ ਲਿਆਂਦਾ ਗੁਰਬਾਣੀ ਨੂੰ। ਕਿਸੇ ਵਿਰਲੇ ਦੇ ਕਰਮਾਂ ਵਾਲੇ ਦੇ ਹਿਰਦੇ 'ਚ ਵੱਸਦੀ ਹੈ, ਇਹਦੀ ਸਮਝ ਆਉਂਦੀ ਹੈ। ਇਹਨੂੰ ਕੋਈ ਵਿਰਲਾ ਹੀ ਵਿਚਾਰ ਕਰਦੇ ਸਾਰੇ ਹੀ ਹੈ, ਉਹ ਬੁੱਧੀ ਨਾਲ ਵਿਚਾਰਾਂ ਹੋਰ ਹੈ। ਲੇਕਿਨ ਜਿਹੜਾ ਅੰਤਰੀਵ ਭਾਵ ਹੈ ਜਿਹਨੂੰ ਆਪਾਂ ਬੁੱਝਣਾ ਕਹਿੰਦੇ, ਉਹ ਬਹੁਤ ਵਿਰਲਾ ਹੈ। ਸਮਝ ਨਹੀਂ ਆਉਂਦੀ ਵੀ ਇਹਨਾਂ ਦਾ ਜ਼ਿਕਰ ਫਿਰ ਕਾਹਤੇ ਕਰਿਆ ਗੁਰੂ ਮਹਾਰਾਜ ਨੇ। ਉਹਨਾਂ ਦਾ ਜ਼ਿਕਰ ਕਰਕੇ ਆਪਣਾ ਥੋਟ ਰੱਖਿਆ ਮੂਹਰੇ। ਜਿਵੇਂ ਹੁਣ ਇੱਕ ਪ੍ਰਚਲਿਤ ਖਿਆਲ ਹੀ ਚੱਲਿਆ ਆਉਂਦਾ ਵੀ 4 ਯੁੱਗ ਹੋਏ ਆ, ਸਿੱਖ ਵੀ ਮੰਨਦੇ ਹਵਾਲੇ ਵੀ ਦਿੰਦੇ, ਉਹਦਾ ਜ਼ਿਕਰ ਵੀ ਆਉਂਦਾ ਗੁਰਬਾਣੀ 'ਚ। ਲੇਕਿਨ ਨਾਲ ਜ਼ਿਕਰ ਇਹ ਵੀ ਕਰ ਦਿੱਤਾ ਵੀ ਸਾਰੇ ਯੁੱਗਾਂ ਦੇ ਵਿੱਚ ਨਾਮ ਉੱਤਮ ਹੁੰਦਾ ਹੈ, ਕਿਸੇ ਯੁੱਗ ਵਿੱਚ ਨਹੀਂ 7 ਜੱਗਾਂ ਨਾਲ ਕੋਈ ਆਧਾਰ ਹੋਇਆ ਕਿਸੇ ਦਾ। ਸਭ ਯੁੱਗ ਮੈਂ ਨਾਮ ਉੱਤਮ ਹੋਈ, ਸਾਰਿਆਂ ਦੇ ਵਿੱਚ ਨਾਮ ਨਾਲ ਆਧਾਰ ਹੋਇਆ। ਔਰ ਯੁੱਗ ਕਿੰਨੇ ਕਹੇ ਅੰਤੇ ਨਹੀਂ ਹੈ। ਕੋਈ 4 ਯੁੱਗਾਂ ਦੀ ਬਾਤ ਨਹੀਂ ਗੁਰਬਾਣੀ ਪਾਉਂਦੀ। ਗੁਰਬਾਣੀ ਤਾਂ ਕਹਿੰਦੀ ਹੈ ਵੀ ਕੋਟਾਂ ਹੀ ਯੁੱਗ ਹੋਏ, ਅੰਤ ਕੋਈ ਨਹੀਂ। 4 ਖਾਣੀਆਂ ਦਾ ਜ਼ਿਕਰ ਆਉਂਦਾ, ਪਰ ਗੁਰਬਾਣੀ ਇਹ ਵੀ ਫਰਮਾਉਂਦੀ ਹੈ ਵੀ ਇੱਥੇ ਤਾਂ ਪਤਾ ਹੀ ਨਹੀਂ ਕੇਤੀਆਂ ਖਾਣੀ ਕੇਤੀਆਂ ਬਾਣੀ ਕਿੰਨੀਆਂ ਕਹੇ, ਕੋਈ ਪਤਾ ਨਹੀਂ ਹੈ। ਉਹ ਜਿਹੜਾ ਪਰਮਾਤਮਾ ਦੀ ਕੁਦਰਤ ਹੈ ਉਹਨੇ ਬਣਾਈ ਹੈ, ਉਹਦਾ ਕੋਈ ਅੰਤ ਨਹੀਂ ਹੈ। ਜਿਵੇਂ ਆਪ ਉਹ ਬੇਅੰਤ ਹੈ, ਤਾਂ ਉਹਦੀ ਰਚਨਾ ਦਾ ਵੀ ਕੋਈ ਅੰਤ ਨਹੀਂ ਆਉਂਦਾ ਵੀ ਕਿੰਨੀ ਕੁ। ਸਾਨੂੰ ਤਾਂ ਥੋੜ੍ਹੀ ਜਿਹੀ ਦਿਖਦੀ ਹੈ, 10%, 90% ਤਾਂ ਅਣਦਿਸਦਾ ਸੰਸਾਰ ਹੈ। ਆਹ ਕਰੋਨਾ ਕਿਸੇ ਨੂੰ ਦਿਖਦਾ ਸੀ ਪਹਿਲਾਂ? ਛੋਟਾ ਜਿਹਾ ਉਹ ਹੈ ਵਾਇਰਸ ਹੈ, ਅੱਖ ਨਾਲ ਤਾਂ ਇਹ ਦਿਖਦਾ ਹੀ ਨਹੀਂ। ਤਾਂ ਉਹ ਕਿੱਡਾ ਕੁ ਮਹਾਨ ਹੈ, ਕਿੱਡਾ ਕੁ ਵੱਡਾ ਹੈ, ਕਿੰਨੇ ਬ੍ਰਹਿਮੰਡ ਹੈ, ਕਿੰਨੀਆਂ ਆਕਾਸ਼ ਗੰਗਾ ਹੈ, ਜਿੰਨੀਆਂ ਕੁ ਸਾਇੰਸਦਾਨਾਂ ਨੇ ਦੇਖ ਲਈਆਂ ਜਾਂ ਹੋਰ ਪਤਾ ਨਹੀਂ ਕਿੰਨੀਆਂ ਕੁ। ਇਹ ਵਿਚਾਰ ਹੈ ਜਿਹੜੀ ਗੁਰਬਾਣੀ ਦੀ, ਇਹ ਬਹੁਤ, ਇਹਨੂੰ ਵਿਸਿਆਰ ਕਹਿ ਸਕਦੇ ਹਾਂ ਆਪਾਂ। ਬਹੁਤ ਵਿਸਿਆਰ ਹੁੰਦਾ, ਬਹੁਤ ਵੱਡਾ ਜਿਕਣ ਸਮੁੰਦਰ ਹੈ ਜਿਹਦਾ ਥਾਂ ਪਤਾ ਹੀ ਨਾ ਹੋਵੇ ਕੁਛ, ਇਸ ਤਰ੍ਹਾਂ ਹੈ। ਬੁੱਧੀ ਨਾਲ ਕਿੰਨਾ ਕੁ ਦੇਖ ਸਕਦੇ ਹਾਂ? ਥੋੜ੍ਹਾ ਬਹੁਤ। ਹਾਂ ਜੇ ਵਿਵੇਕ ਬਖਸ਼ ਦੇਵੇ ਉਹ, ਫਿਰ ਜ਼ਰੂਰ ਕੁਛ ਨਾ ਕੁਛ ਪਤਾ ਚੱਲ ਜਾਂਦਾ, ਫਿਰ ਉਹਦੇ 'ਚ ਲੀਨ ਹੋ ਜਾਂਦਾ ਬੰਦਾ। ਅੰਤ ਤਾਂ ਉਹਦਾ ਫਿਰ ਵੀ ਨਹੀਂ ਪਾ ਸਕਦਾ ਕੋਈ ਵੀ।
ਪਰ ਉਹਦੇ ਵਿੱਚ ਲੀਨ ਜ਼ਰੂਰ ਹੋ ਜਾਂਦਾ ਸਮੁੰਦਰ ਦੇ ਵਿੱਚ। ਸਮੁੰਦਰ ਵੀ ਅਸਲ 'ਚ ਛੋਟੀ ਗੱਲ ਹੈ, ਸਮੁੰਦਰ ਦਾ ਉਹ ਤਾਂ ਸਮੁੰਦਰਾਂ ਦਾ ਵੀ ਬਾਦਸ਼ਾਹ। ਕਿੰਨੇ ਹੀ ਸਮੁੰਦਰ ਹੈ ਉਹਨੇ ਬਣਾਏ ਹੋਏ, ਜਿਹੜੇ ਦਿਖਦੇ ਵੀ ਹੈ, ਕਈ ਅਣਦਿਖਦੇ ਵੀ ਹੋਣਗੇ ਹੋਰ ਧਰਤੀਆਂ 'ਤੇ, ਨਹੀਂ ਪਤਾ ਅਜੇ। ਪਹਿਲਾਂ ਤਾਂ ਧਰਤੀਆਂ ਨੂੰ ਵੀ ਲੋਕ ਹੋਰ ਕੁਝ ਸਮਝਦੇ ਸੀ। ਚੰਦਰਮਾ ਦੇ ਉੱਤੇ ਬੁੱਢੀ ਚਰਖਾ ਕੱਤਦੀ ਐਂ ਕਹਿੰਦੇ ਹੁੰਦੇ ਸੀ, ਉਹ ਪਹਾੜ ਜਿਹਾ ਜਿਹੜਾ ਕਾਲਾ ਜਿਹਾ ਦਿਖਦਾ, ਦਾਗ ਲੱਗਿਆ ਹੋਇਆ। ਮਿਥਿਹਾਸ ਵਿੱਚ ਤਾਂ ਉਹ ਦਾਗ ਲੱਗਿਆ ਹੋਇਆ ਗੌਤਮ ਰਿਸ਼ੀ ਦੇ ਸ਼ਰਾਪ ਕਰਕੇ। ਚੰਦਰਮਾ ਨੂੰ ਸ਼ਰਾਪ ਦਿੱਤਾ ਸੀ ਨਾ ਵੀ ਤੈਂ ਵਾਂਗ ਦਿੱਤੀ ਹੈ, ਕੁਕਰਮ ਵਿੱਚ ਸਹਾਈ ਹੋਇਆ, ਮੇਰੇ ਘਰ ਵਾਲੀ ਕੋਲ ਇੰਦਰ ਆਇਆ ਹੈ, ਤੈਂ ਉਹਦੇ 'ਚ ਬੁਰਾ ਕਰਮ ਕਰਿਆ, ਤੈਂ ਵਾਂਗ ਦੇ ਕੇ ਉਹਨੂੰ ਅੰਦਰੋਂ ਭਜਾ ਤਾ। ਪਹਿਲਾਂ ਗੱਲ ਹੋਈ ਸੀਗੀ ਵੀ ਤੂੰ ਵਾਂਗ ਦੇਈਂ ਜੇ ਕੋਈ ਉਹ ਆਉਣ ਲੱਗਿਆ, ਕੋਈ ਬਾਹਰ ਕੋਈ ਹਰਕਤ ਹੋਈ। ਤਾਂ ਉਹ ਆ ਕੇ ਉਹਦੇ ਕਰਕੇ ਉਹ ਨਿਚੋੜਿਆ ਹੋਇਆ ਮੋਢੇ 'ਤੇ ਕੱਪੜਾ ਸੀ ਰਿਸ਼ੀ ਦੇ, ਜਦੋਂ ਇਸ਼ਨਾਨ ਕਰਕੇ ਆ ਰਹੇ ਸੀ, ਉਹਨੇ ਉਹ ਕੱਪੜਾ ਮਾਰਿਆ ਚੰਦਰਮਾ ਦੇ ਆ ਕੇ, ਇਹ ਦਾਗ ਤਾਂ ਲੱਗਿਆ। ਇਹ ਤਾਂ ਭਾਈ ਕਥਾ ਕਹਾਣੀ ਹੈ। ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ। ਤਾਂ ਗੁਰਬਾਣੀ ਜਿਹੜੀ ਹੈ ਉਹ ਕਥਾ ਕਹਾਣੀ ਨਹੀਂ ਹੈ। ਕਥਾ ਕਹਾਣੀ ਦਾ ਜ਼ਿਕਰ ਕਰਕੇ ਆਪਣਾ ਥੋਟ ਸੱਚ ਵਿੱਚ ਦਿੱਤਾ ਹੋਇਆ, ਉਹਨੂੰ ਸਮਝਣ ਦੀ ਲੋੜ ਹੈ, ਉਹਨੂੰ ਫਰੋਲਣ ਦੀ ਲੋੜ ਹੈ। ਜੇ ਗੁਰੂ ਕਿਰਪਾ ਕਰ ਦੇਵੇ ਤਾਂ ਹੋ ਸਕਦਾ, ਅਦਰਵਾਈਜ਼ ਇਹ ਵੀ ਬੜੀ ਮੁਸ਼ਕਿਲ ਗੱਲ ਹੈ। ਬਲਕਿ ਬੰਦਾ ਹੋਰ ਭਟਕ ਜਾਂਦਾ ਸਗੋਂ। ਰੱਬ ਇੱਕ ਗੋਰਖ ਧੰਦਾ ਖੋਲ੍ਹਣ ਲੱਗਿਆਂ ਪੇਚ ਇਸਦੇ, ਕਾਫਰ ਹੋ ਜਾਏ ਬੰਦਾ। ਕਈ ਤਾਂ ਛੱਡੇ ਜਾਂਦੇ ਵੀ ਛੱਡੋ ਪਰੇ, ਇਹ ਤਾਂ ਪਤਾ ਹੀ ਨਹੀਂ ਲੱਗਦਾ ਕਿਆ ਚੀਜ਼ ਹੈ। ਸਗੋਂ ਜਦ ਥੋੜ੍ਹਾ ਜਿਹਾ ਗਿਆਨ ਹੁੰਦਾ ਉਹਦੇ 'ਚ ਹੋਰ ਭਟਕ ਜਾਂਦਾ ਬੰਦਾ। ਜਿੰਨਾ ਚਿਰ ਸ਼ਰਧਾ ਨਾਲ ਨਾ ਹੋਵੇ ਗਿਆਨ ਦੇ, ਭਟਕ ਜਾਏਗਾ ਬੰਦਾ ਇਕੱਲੇ ਗਿਆਨ ਨਾਲ। ਬੜੇ ਪ੍ਰਮੁੱਖ ਫਿਰਕਿਆਂ ਦੇ ਜਿਹੜੇ ਐਂ ਲੱਗਦਾ ਸੀ ਵੀ ਬਹੁਤ ਨੇੜੇ ਆ ਰੱਬ ਦੇ, ਉਹ ਜਮਾਂ ਹੀ ਛੱਡ ਕੇ ਰੱਬ ਨੂੰ ਕਰਮ ਕਾਂਡੇ ਦੱਸਣ ਲੱਗ ਪਏ ਆ। ਨਾਂ ਕਾਹਨੂੰ ਲੈਣਾ। ਤਾਂ ਇਹ ਜਿਹੜਾ ਛੋਟਾ ਗਿਆਨ ਹੈ, ਕੱਚਾ ਗਿਆਨ ਹੈ, ਖਾਮ ਗਿਆਨ ਹੈ, ਦੁਨਿਆਵੀ ਗਿਆਨ ਹੈ, ਇਹਦੇ ਅਨੁਸਾਰ ਸੋਚਦਾ ਬੰਦਾ, ਨਹੀਂ ਸੋਚਿਆ ਜਾ ਸਕਦਾ। ਤੋ ਦਿਓ ਆਗਿਆ, ਕਾਫੀ ਟਾਈਮ ਹੋ ਗਿਆ। ਕੋਈ ਅਪਸ਼ਬਦ ਦੀ ਖਿਮਾ ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ, ਸਦਾ ਸਰਬਦਾ ਰਿੱਧ ਸਿੱਧਿ ਨਿਵਾਸੀ। ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ, ਸਦਾ ਸਰਬਦਾ ਰਿੱਧ ਸਿੱਧਿ ਨਿਵਾਸੀ। ਨਮੋ ਸਰਬ ਰੋਗੇ, ਨਮੋ ਸਰਬ ਭੋਗੇ, ਨਮੋ ਰੋਖ ਰੋਖੇ, ਨਮੋ ਸੋਖ ਸੋਖੇ। ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ, ਸਦਾ ਸਰਬਦਾ ਰਿੱਧ ਸਿੱਧਿ ਨਿਵਾਸੀ। ਨਮੋ ਸਰਬ ਦੇਸੇ, ਨਮੋ ਸਰਬ ਭੇਸੇ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਅਕਾਲੇ, ਨਮਸਤੰ ਅਪਾਲੇ, ਸਦਾ ਸਚਿਦਾਨੰਦ ਸਰਬੰ ਪ੍ਰਣਾਸੀ। ਅਨੂਪੇ ਅਰੂਪੇ ਸਮਸਤੁਲ ਨਿਵਾਸੀ, ਸਦਾ ਸਚਿਦਾਨੰਦ ਸਰਬੰ ਪ੍ਰਣਾਸੀ। ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਨਮੋ ਚੰਦਰ ਚੰਦਰੇ, ਨਮੋ ਪਾਨ ਪਾਨੇ, ਨਮੋ ਮੀਤ ਨਮੋ ਗੀਤ ਗੀਤੇ, ਨਮੋ ਤਾਨ ਤਾਨੇ। ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ, ਸਦਾ ਸਰਬਦਾ ਰਿੱਧ ਸਿੱਧਿ ਨਿਵਾਸੀ। ਨਮਸਤਸਤ ਦੇਵੈ, ਨਮਸਤਸਤ ਭੇਵੈ, ਨਮਸਤਸਤ ਦੇਵੈ, ਨਮਸਤੰ ਅਭੇਵੈ, ਨਮਸਤੰ ਨਿਰਧੂਤੇ, ਨਮਸਤੰ ਅਭੂਤੇ। ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ, ਸਦਾ ਸਰਬਦਾ ਰਿੱਧ ਸਿੱਧਿ ਨਿਵਾਸੀ। ਸਦਾ ਸਰਬਦਾ ਰਿੱਧ ਸਿੱਧਿ ਨਿਵਾਸੀ। ਸਤਿਗੁਰਾਂ ਦੀ ਗੋਦ ਵਿੱਚ ਸਜੀ ਹੋਈ ਪਿਆਰੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਗਰੁੱਪ ਦੇ ਸੂਝਵਾਨ ਪਤਵੰਤਿਓ, ਸਤਵੰਤਿਓ,
ਆਪ ਜੀ ਦੇ ਚਰਨਾਂ ਦੇ ਵਿੱਚ ਅਗਲੀ ਤੁੱਛ ਬੁੱਧੀ ਦੁਆਰਾ ਵਿਚਾਰ ਹਾਜ਼ਰ ਹੈ। ਜਾਪ ਸਾਹਿਬ ਦੇ ਵਿੱਚੋਂ ਤੇਰਾ ਜੋਤ ਚਾਚਰੀ ਛੰਦ। ਜਲੇ ਹੈ ਥਲੇ ਹੈ अपीत हैं अपे हैं प्रभु हैं अजू हैं आदेश हैं अपेश हैं। भुजंग प्रयात छंद। अगाधे अबाधे आनंदी स्वरूपे नमो सर्वमाने समस्ति निदाने। नमस्तं निर्नाथे नमस्तं परमाथे नमस्तं अगंजे नमस्तं अपंजे नमस्तं अकाले नमस्तं अपाले। नमो सर्वदेशे नमो सर्वपेशे नमो राज राजे नमो साज साजे नमो शाह शाहे नमो माहे। नमो गीत गीते नमो प्रीत प्रीते नमो रोख रोखे नमो सोख सोखे। नमो सर्व रोगे नमो सर्व भोगे नमो सर्व जीतं नमो सर्व पीतं। नमो सर्व ज्ञानं नमो परमतानं नमो सर्वमन्त्रं नमो सर्वजन्त्रं। नमो सर्वदृशं नमो सर्वकृशं नमो सर्वरंगे त्रिपंगी अनंगे। नमो जीव जीवं नमो बीज बीजे अखिजे अपेजे समस्तं प्रसिजे। कृपालं स्वरूपे कुकर्मं प्रणासी सदा सर्वदा रिद सिद्धि है निवासी। चरपट छंद त्वय प्रसाद। अमृत कर्मे अमृत धर्मे अखल जोगे अचल भोगे। अचल राजे अटल साजे अखल धर्मं अलख कर्मं। सर्वं दाता सर्वं ज्ञाता सर्वं पाने सर्वं माने। सर्वं प्राणं सर्वं त्राणं सर्वं भोगता सर्वं जुगता। सर्वं देवं सर्वं पेवं सर्वं काले सर्वं पाले। रुआल छंद त्वय प्रसाद। आद रूप अनाद मूरत अजोन पुरख अपार सर्वमान त्रिमान देव अपेव आद उदार। सर्व पालक सर्व कालक सर्व को पुन काल जत्र तत्र विराजहि अवधूत रूप रसाल। नाम ठाम न जात जाकर रूप रंग न रेख आद पुरख उदार मूरत अजोनि आद असेख। देश और न पेश जाकर रूप रेख न राग जत्र तत्र दिशा विशा होए फैल्यो अनुराग। नाम काम विहीन पेखत ताम हूँ न जाहै सर्वमान सर्वत्र मान सदैव मानत ताहै। एक मूरत अनेक दर्शन कीन रूप अनेक खेल खेल अखेल खेलन अंत को फिर एक। देव पेव न जानही जेह वेद और कतेव रूप रंग न जात पात सो जान ई कहें जेव। तात मात न जात जेकर जाकर जन्म मरण विहीन चक्कर बत्र फिरै चतुर चक मान ही पुरतीन।
ਲੋਕ 14 ਕੀ ਬਿਖੈ, ਜਗ ਜਾਪਹੀਂ ਜਿਹ ਜਾਪ। ਆਦ ਦੇਵ ਅਨਾਦ ਮੂਰਤ, ਥਾਪਿਓ ਸਭੈ ਜਿਹ ਥਾਪ। ਪਰਮ ਰੂਪ ਪੁਨੀਤ ਮੂਰਤ, ਪੂਰਨ ਪੁਰਖ ਅਪਾਰ। ਸਰਬ ਵਿਸਵ ਰਚਿਓ ਸਵੰਭਵ, ਗੜਨ ਭੰਜਨ ਹਾਰ। ਸਰਬ ਵਿਸਵ ਰਚਿਓ ਸਵੰਭਵ, ਗੜਨ ਭੰਜਨ ਹਾਰ। ਸਾਧ ਸੰਗਤ ਜੀਓ, ਦੁਬਾਰਾ ਫਿਰ ਤੋਂ ਆਪ ਜੀ ਦੇ ਚਰਨਾਂ 'ਚ ਪ੍ਰਣਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਦਸ਼ਮੇਸ਼ ਜੀ ਜਾਪ ਸਾਹਿਬ ਦੀ ਬਾਣੀ ਦੁਆਰਾ, ਜਿਹੜੀ ਕਿ ਸਾਡੇ ਰੋਜ਼ ਦੇ ਨਿਤਨੇਮ 'ਚ ਸ਼ਾਮਿਲ ਹੈ, ਅੱਗੇ ਬਿਆਨ ਕਰ ਰਹੇ ਹਾਂ। ਜਲੇ ਹੈ ਥਲੇ ਹੈ, ਹੇ ਵਾਹਿਗੁਰੂ ਜੀਓ, ਤੂੰ ਜਲ ਵਿੱਚ ਵੀ ਹੈ, ਤੂੰ ਥਲ ਵਿੱਚ ਵੀ ਹੈ। ਅਭੀਤ ਹੈ ਅਭੈ ਹੈ, ਤੂੰ ਡਰ ਰਹਿਤ ਹੈ ਔਰ ਤੂੰ ਭੇਦ ਰਹਿਤ ਹੈ, ਤੇਰਾ ਕਿਸੇ ਨੂੰ ਭੇਦ ਨਹੀਂ ਆਉਂਦਾ। ਪਰ ਭੂ ਹੈ ਅਜੂ ਹੈ, ਜਿਹਨੂੰ ਆਪਾਂ ਪ੍ਰਭੂ ਬੋਲਦੇ ਹਾਂ। ਤੂੰ ਮਾਸਟਰ ਹੈ ਸਭ ਦਾ, ਸੁਆਮੀ ਹੈ ਔਰ ਅਨਬੋਰਨ ਹੈ, ਤੂੰ ਕਦੇ ਪੈਦਾ ਨਹੀਂ ਹੁੰਦਾ, ਅਜੂਨੀ ਹੈ। ਆਦੇਸ਼ ਹੈ ਅਪੇਸ਼ ਹੈ, ਤੇਰਾ ਕੋਈ ਦੇਸ਼ ਨਹੀਂ, ਤੇਰਾ ਕੋਈ ਭੇਸ਼ ਨਹੀਂ। ਭੁਜੰਗ ਪ੍ਰਿਆਤ ਛੰਦ, ਅਗਾਧੇ ਅਬਾਧੇ ਆਨੰਦੀ ਸਰੂਪੇ। ਇਹ ਕਈ ਵਾਰ ਹੋਲੀ ਵਿਚਾਰ ਇਹਨਾਂ ਸ਼ਬਦਾਂ ਦੀ। ਨਮੋ ਸਰਬ ਮਾਨੇ ਨਮਸਤੀ ਨਿਧਾਨ, ਸਮਸਤੀ ਨਿਧਾਨ। ਨਮਸਤੰ ਨਿਰਨਾਥੇ ਨਮਸਤੰ ਪਰਮਾਥੇ। ਹੇ ਬਿਨਾ ਨਾਥ ਤੋਂ, ਤੇਰਾ ਕੋਈ ਨਾਥ ਨਹੀਂ, ਤੂੰ ਸਭ ਤੋਂ ਸ਼੍ਰੋਮਣੀ ਹੈ। ਸਭ ਲੋਕਾਂ ਦਾ ਨਾਥ ਪਰਮਾਤਮਾ ਹੈ, ਪਰ ਤੇਰਾ ਕੋਈ ਨਾਥ ਨਹੀਂ ਹੈ। ਤੂੰ ਸਭ ਤੋਂ ਵੱਡਾ, ਤੈਨੂੰ ਨਮਸਕਾਰ ਹੈ। ਔਰ ਤੂੰ ਸਭ ਦਾ ਮੰਥਨ ਕਰਦਾ ਹੈ, ਸਭ ਨੂੰ ਲੈ ਕਰਦਾ ਹੈ, ਮਾਰਦਾ ਹੈ, ਤੈਨੂੰ ਨਮਸਕਾਰ ਹੈ। ਨਮਸਤਮ ਗੰਜੇ ਨਮਸਤਮ ਅਪੰਜੇ, ਨਮਸਤਮ ਅਕਾਲੇ ਨਮਸਤਮ ਅਪਾਲੇ। ਤੂੰ ਕਾਲ ਰਹਿਤ ਹੈ, ਤੂੰ ਸਭ ਨੂੰ ਪਾਲਦਾ ਹੈ, ਤੈਨੂੰ ਨਮਸਕਾਰ ਹੈ। ਨਮੋ ਸਰਬ ਦੇਸੇ ਨਮੋ ਸਰਬ ਪੇਸੇ, ਨਮੋ ਰਾਜ ਰਾਜੇ ਨਮੋ ਸਾਜ ਸਾਜੇ। ਤੂੰ ਰਾਜਿਆਂ ਦਾ ਵੀ ਰਾਜਾ ਹੈ, ਤੂੰ ਸਾਰੀਆਂ ਸਜਾਵਟਾਂ ਦੇ ਵਿੱਚ ਹੈ। ਨਮੋ ਸ਼ਾਹ ਸ਼ਾਹੇ, ਤੂੰ ਸ਼ਾਹਾਂ ਦਾ ਵੀ ਸ਼ਾਹ ਹੈ, ਰਾਜਿਆਂ ਦਾ ਵੀ ਰਾਜਾ ਹੈ। ਨਮੋ ਮਾਹ ਮਾਹੇ, ਮਾਹ ਹੁੰਦਾ ਚੰਦਰਮਾ, ਤੂੰ ਚੰਦਰਮਾ ਦੇ ਵਿੱਚ ਵੀ ਤੂੰ ਹੀ ਹੈ, ਚੰਦਰਮਾ ਦੇ ਚੰਦਰਮਾ ਵੀ ਤੂੰ ਹੀ ਹੈ। ਨਮੋ ਗੀਤ ਗੀਤੇ, ਗੀਤਾਂ ਵਿੱਚ ਵੀ ਤੂੰ ਹੀ ਹੈ। ਨਮੋ ਪ੍ਰੀਤ ਪ੍ਰੀਤੇ, ਸਾਰੇ ਪ੍ਰੇਮ ਦੇ ਵਿੱਚ ਵੀ ਤੂੰ ਹੀ ਹੈ। ਨਮੋ ਰੋਖ ਰੋਖੇ, ਨਮੋ ਸੋਖ ਸੋਖੇ। ਰੋਖ ਕਹਿੰਦੇ ਸਾਧ ਸੰਗਤ ਜੀ ਕ੍ਰੋਧ ਨੂੰ, ਵੀਰ ਰਸ ਨੂੰ। ਜਦੋਂ ਵੀਰ ਰਸ ਵਿੱਚ ਆਉਣਾ ਤਾਂ ਵੀ ਤੂੰ ਹੀ ਹੁੰਦਾ। ਛੇਵੇਂ ਪਾਤਸ਼ਾਹ ਨੂੰ ਜਦੋਂ ਪੈਂਦੇ ਖਾਂਦੇ ਨਾਲ ਲੜਾਈ ਹੋ ਰਹੀ ਸੀਗੀ, ਉਹਦੇ ਇੱਕ ਜਰਨੈਲ ਦੇ ਨਾਲ ਜਦੋਂ ਵੀਰ ਰਸ ਆਇਆ, ਵੀਰ ਰਸ ਦੇ ਵਿੱਚ ਵੀ ਪਹਿਲੇ ਕਿਰਪਾਨ ਨੂੰ ਹੱਥ ਨਹੀਂ ਗਿਆ। ਉਹਨੂੰ 3 ਵਾਰ ਕਰਨ ਦਾ ਹੁਕਮ ਕਰਿਆ ਵੀ 3 ਵਾਰ ਕਰ ਲੈ, ਤੇਰੇ ਮਨ 'ਚ ਨਾ ਭੁਲੇਖਾ ਰਹਿ ਜਾਏ। 3 ਵਾਰ ਰੋਕ ਦਿੱਤੇ ਗਏ ਔਰ ਫਿਰ ਇੱਕੋ ਹੀ ਵਾਰ ਕਰਿਆ, ਉਹ ਮਾਰਿਆ ਭਗਾ ਕੇ। ਤੋ ਜਿਹੜਾ ਵੀਰ ਰਸ ਹੈ ਉਹਦਾ ਕ੍ਰੋਧ ਨਾਲੋਂ ਅੰਤਰ ਹੁੰਦਾ। ਜਦ ਤੈਨੂੰ ਵੀਰ ਰਸ ਚੜ੍ਹਦਾ ਉੱਥੇ ਵੀ ਤੂੰ ਹੀ ਹੈ। ਜਦੋਂ ਸਾਰੇ ਸੰਸਾਰ ਨੂੰ ਤੂੰ ਸੋਖਦਾ ਹੈ, ਯਾਨੀ ਸੂਰਜ ਬਣ ਕੇ ਸਾਰਿਆਂ ਦੀ ਜਿਹੜੀ ਠੰਡ ਹੈ ਉਹ ਹਟਾ ਦਿੰਦਾ, ਉਹ ਵੀ ਤੂੰ ਹੀ ਹੈ। ਨਮੋ ਸਰਬ ਰੋਗੇ ਨਮੋ ਸਰਬ ਭੋਗੇ, ਸਭ ਰੋਗਾਂ 'ਚ ਵੀ ਤੂੰ ਹੀ ਹੈ, ਸਰਬ ਭੋਗਾਂ 'ਚ ਵੀ ਤੂੰ ਹੀ। ਨਮੋ ਸਰਬ ਜੀਤੰ ਨਮੋ ਸਰਬ ਪੀਤੰ, ਸਾਰੀਆਂ ਜਿੱਤਾਂ ਵਿੱਚ ਵੀ ਤੂੰ ਹੀ ਹੈ, ਸਾਰੇ ਡਰਾਂ ਵਿੱਚ ਵੀ ਤੂੰ ਹੀ ਹੈ। ਨਮੋ ਸਰਬ ਗਿਆਨੰ ਨਮੋ ਪਰਮ ਤਾਨ, ਸਾਰਾ ਦੁਨੀਆ ਦਾ ਜਿੰਨਾ ਗਿਆਨ ਹੈ ਉਹ ਵੀ ਤੇਰਾ ਹੀ ਹੈ, ਔਰ ਜਿੰਨਾ ਦੁਨੀਆ ਦੇ ਵਿੱਚ ਤਾਣ ਹੈ ਉਹ ਵੀ ਸਭ ਤੇਰਾ, ਤੈਨੂੰ ਨਮਸਕਾਰ ਹੈ। ਨਮੋ ਸਰਬ ਮੰਤਰੰ, ਸਾਰਿਆਂ ਮੰਤਰਾਂ ਦਾ ਮੰਤਰ ਵੀ ਤੂੰ ਹੀ ਹੈ, ਜਿੰਨੇ ਦੁਨੀਆ 'ਚ ਮੰਤਰ ਹੈ ਉਹ ਵੀ ਤੂੰ ਹੀ ਹੈ। ਨਮੋ ਸਰਬ ਜੰਤਰੰ, ਸਾਰੀ ਦੁਨੀਆ ਦੇ ਜੰਤਰ ਵੀ ਤੂੰ ਹੀ ਹੈ। ਨਮੋ ਸਰਬ ਦ੍ਰਿਸ਼ੰ, ਦ੍ਰਿਸ਼ੰ ਹੁੰਦਾ ਬਿਹੋਲਡ ਕਰਨਾ, ਦੇਖਣਾ। ਸਭ ਨੂੰ ਤੂੰ ਦੇਖ ਰਿਹਾ, ਵਾਚ ਰਿਹਾ, ਬੈਠਾ ਵੇਖੈ ਵਖ ਇਕੇਲਾ, ਉਹ ਭਾਵ ਹੈ। ਨਮੋ ਸਰਬ ਕ੍ਰਿਸ਼ੰ, ਸਾਰੇ ਦੁਨੀਆ ਦੀ ਅਟਰੈਕਸ਼ਨ ਵੀ ਤੂੰ ਹੀ ਹੈ, ਖਿੱਚ ਕ੍ਰਿਸ਼ੰ। ਨਮੋ ਸਰਬ ਰੰਗੇ ਅਭੰਗੀ ਅਨੰਗੇ, ਸਾਰਿਆਂ ਰੰਗਾਂ 'ਚ ਵੀ ਤੂੰ ਹੀ ਹੈ, ਔਰ 3 ਲੋਕਾਂ ਦੀ ਡਿਸਟਰਕਸ਼ਨ ਵੀ ਤੂੰ ਹੀ ਕਰਦਾ, ਮਾਰਦਾ ਵੀ ਤੂੰ ਹੀ।
ਨਮੋ ਜੀਵ ਜੀਵੰ, ਨਮੋ ਬੀਜ ਬੀਜੇ। ਸਾਰਿਆਂ ਜੀਵਾਂ ਦਾ ਜੀਵ ਵੀ ਤੂੰ ਹੀ ਹੈ, ਆਤਮਾ ਤੂੰ ਹੈ। ਸਾਰੇ ਬੀਜਾਂ ਦਾ ਬੀਜ ਵੀ ਤੂੰ ਹੀ ਹੈ। ਅਖਿਜੇ ਅਭਿਜੇ ਸਮਸਤੰ ਪ੍ਰਸਿਜੇ। ਤੂੰ ਕਦੇ ਖਿਜਦਾ ਨਹੀਂ ਹੈ, ਤੇਰੇ ਮੱਥੇ ਤੇ ਕਦੇ ਵੱਟ ਨਹੀਂ ਪੈਂਦਾ। ਤੂੰ ਅਭਿਜ ਰਹਿਣਾ ਹਮੇਸ਼ਾ, ਤੇਰੇ ਤੇ ਕੋਈ ਅਸਰ ਨਹੀਂ ਹੁੰਦਾ। ਨਮਸਤੰ ਪ੍ਰਸਿਜੇ, ਤੂੰ ਪਸੀਜ ਕੇ ਦਾਤਾਂ ਦੇਣ ਵਾਲਾ ਹੈ, ਤੈਨੂੰ ਪ੍ਰਣਾਮ ਹੈ। ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ। ਤੂੰ ਕਿਰਪਾਲ ਸਰੂਪ ਹੈ, ਕੁਕਰਮਾਂ ਨੂੰ ਮਾਰਨ ਵਾਲਾ ਹੈ, ਦੂਰ ਕਰਨ ਵਾਲਾ ਹੈ। ਸਦਾ ਸਰਬਦਾ ਰਿੱਧ ਸਿੱਧਿਆਂ ਨਿਵਾਸੀ। ਜਿੰਨੀਆਂ ਵੀ ਸੰਪਦਾ ਹੈ ਸਾਰੀਆਂ ਰਿੱਧੀਆਂ ਸਿੱਧੀਆਂ ਉਹ ਤੇਰੇ ਕੋਲ ਹੈ। ਔਰ ਸਾਧ ਸੰਗਤ ਜੀਓ, ਜਿਹੜਾ ਉਹਦਾ ਹੋ ਜਾਂਦਾ ਹੈ ਉਹਦੇ ਬਾਰੇ ਜ਼ਿਕਰ ਆਉਂਦਾ ਗੁਰਬਾਣੀ 'ਚ। ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈਂ, ਜੋ ਹਰ ਹਿਰਦੈ ਸਦਾ ਵਸਾਏ। ਮਗਰ ਮਗਰ ਫਿਰਦੀਆਂ ਫਿਰੇ ਰਿੱਧੀਆਂ ਸਿੱਧੀਆਂ, ਪੈਸਾ ਧੇਲਾ ਦੌਲਤ, ਚਰਪਟ ਛੰਦ ਤੋਇ ਪ੍ਰਸਾਦ। ਅੰਮ੍ਰਿਤ ਕਰਮੇ ਅੰਮ੍ਰਿਤ ਧਰਮ। ਜਿਹਨੂੰ ਮੌਤ ਨਾ ਹੋਵੇ ਉਹਨੂੰ ਅੰਮ੍ਰਿਤ ਕਹਿੰਦੇ। ਅੰਮ੍ਰਿਤ ਹੁੰਦੀ ਹੈ ਮੌਤ। ਤੂੰ ਮੌਤ ਤੋਂ ਰਹਿਤ ਹੈ, ਤੇਰੇ ਕਰਮ ਹੈ ਜਿਹੜੇ ਉਹ ਸਭ ਮੌਤ ਤੋਂ ਰਹਿਤ ਹੈ। ਔਰ ਅੰਮ੍ਰਿਤ ਧਰਮ ਅਖੰਡ ਬਿਆਨ ਰਹਿਤ ਤੇਰਾ ਧਰਮ। ਅਖਲ ਜੋਗੇ ਅਚਲ ਭੋਗੇ। ਖਲ ਹੁੰਦਾ ਹੈ ਵਿਲਨ, ਯਾਨੀ ਖੈਲਾ ਜਿਹਨੂੰ ਕਹਿੰਦੇ ਆਪਾਂ ਪੰਜਾਬੀ 'ਚ। ਤੂੰ ਅਖਲ ਹੈ, ਤੂੰ ਵਿਲਨ ਨਹੀਂ ਹੈ, ਤੂੰ ਸਿਆਣਾ ਹੈ, ਜਿਹਨੂੰ ਆਪਾਂ ਹੀਰੋ ਕਹਿੰਦੇ ਹਾਂ। ਔਰ ਸਾਰਿਆਂ ਯੋਗਾਂ ਦੇ ਵਿੱਚ ਵੀ ਤੂੰ ਹੀ ਹੈ। ਅਚਲ ਭੋਗੇ, ਅਚਲ ਹੈ, ਸਟੇਸ਼ਨਰੀ ਹੈ, ਸਾਰਿਆਂ ਭੋਗਾਂ ਦੇ ਵਿੱਚ ਵੀ ਤੂੰ ਹੀ ਭੋਗ ਰਿਹਾ। ਇੱਥੋਂ ਸਾਧ ਸੰਗਤ ਜੀ ਇਹ ਗੱਲ ਬਹੁਤ ਕਲੀਅਰ ਹੋ ਜਾਂਦੀ ਹੈ ਵੀ ਜੇ ਤੂੰ ਅੰਮ੍ਰਿਤ ਪੀਂਦਾ ਪਿਲਾਉਣਾ ਇੱਕ ਜਗ੍ਹਾ, ਤਾਂ ਦੂਜੀ ਜਗ੍ਹਾ ਠੇਕੇ 'ਚ ਬੈਠਾ ਸ਼ਰਾਬ ਪੀਣੇ ਵਾਲਾ ਵੀ ਤੂੰ ਹੀ ਹੈ, ਉਹ ਵੀ ਤੇਰੇ ਤੋਂ ਬਾਹਰ ਨਹੀਂ ਹੈ। ਇਹ ਵੀ ਦਸ਼ਮੇਸ਼ ਜੀ ਦਾ ਹੀ ਬਚਨ ਹੈ। ਅਚਲ ਰਾਜੇ ਅਟਲ ਸਾਜੇ। ਤੇਰਾ ਰਾਜ ਵੀ ਅਚਲ ਹੈ, ਸਦਾ ਰਹਿਣ ਵਾਲਾ। ਬਾਕੀ ਸਾਰੀ ਦੁਨੀਆ ਦਾ ਰਾਜ ਕਦੇ ਨਾ ਕਦੇ ਇੱਧਰ ਉੱਧਰ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਔਰ ਤੇਰੀ ਜਿਹੜੀ ਸਜਾਵਟ ਹੈ ਸਾਰੇ ਸੰਸਾਰ ਦੀ, ਉਹ ਵੀ ਅਟਲ ਹੈ। ਅਖਲ ਧਰਮ ਅਲਖ ਕਰਮ। ਤੇਰੇ ਕਰਮਾਂ ਨੂੰ ਲਖਿਆ ਨਹੀਂ ਜਾ ਸਕਦਾ, ਤੇਰਾ ਧਰਮ ਵੀ ਅਖਲ ਹੈ। ਸਰਬੰ ਦਾਤਾ ਸਰਬੰ ਗਿਆਤਾ। ਤੂੰ ਸਾਰੀ ਸ੍ਰਿਸ਼ਟੀ ਦਾ ਦਾਤਾ ਹੈ ਔਰ ਸਾਰੀ ਸ੍ਰਿਸ਼ਟੀ ਦਾ ਗਿਆਤਾ ਵੀ ਹੈ। ਹਰ ਇੱਕ ਜੀਵ ਜੰਤੂ ਤੇਰੀ ਨਿਗਾਹ ਦੇ ਵਿੱਚ ਹੈ। ਸਰਬੰ ਭਾਨੇ ਸਰਬੰ ਮਾਨੇ। ਤੂੰ ਸਾਰੀ ਸ੍ਰਿਸ਼ਟੀ ਦਾ ਸੂਰਜ ਹੈ, ਭਾਨ ਸੂਰਜ ਨੂੰ ਕਹਿੰਦੇ। ਸਭ ਨੂੰ ਗਿਆਨ ਤੂੰ ਹੀ ਦਿੰਦਾ, ਰੋਸ਼ਨੀ ਤੂੰ ਹੀ ਦਿੰਦਾ। ਤੂੰ ਸਰਬ ਮਾਨਿਆ, ਸਭ ਤੈਨੂੰ ਮੰਨਦੇ ਆ। ਸਰਬੰ ਪ੍ਰਾਣੰ ਸਰਬੰ ਤ੍ਰਾਣੰ। ਸਾਰੀ ਸ੍ਰਿਸ਼ਟੀ ਦਾ ਪ੍ਰਾਣ ਵੀ ਤੂੰ ਹੀ ਹੈ, ਤੇਥੋਂ ਹੀ ਸਭ ਨੂੰ ਸੱਤਾ ਆ ਰਹੀ ਹੈ। ਸਰਬੰ ਤ੍ਰਾਣੰ, ਸਭ ਦਾ ਤ੍ਰਾਣ ਵੀ ਤੂੰ ਹੀ ਹੈ, ਜੋਰ ਵੀ ਤੂੰ ਹੀ। ਤੈਨੂੰ ਨਮਸਕਾਰ ਹੈ। ਸਰਬੰ ਭੁਗਤਾ ਸਰਬੰ ਜੁਗਤਾ। ਸਾਰੀ ਸ੍ਰਿਸ਼ਟੀ ਦੇ ਵਿੱਚ ਆਪ ਬੈਠ ਕੇ ਭੋਗ ਵੀ ਰਿਹਾ ਔਰ ਸਾਰੀ ਸ੍ਰਿਸ਼ਟੀ ਤੋਂ ਜੁਦਾ ਹੋ ਕੇ ਜੋਗ ਵੀ ਧਾਰਨ ਕਰਿਆ ਹੋਇਆ, ਜੁੜਿਆ ਹੋਇਆ। ਸਰਬੰ ਦੇਵੰ ਸਰਬੰ ਭੇਵੰ। ਸਾਰੇ ਦੇਵਤਿਆਂ ਦੇ ਵਿੱਚ ਵੀ ਤੂੰ ਹੀ ਹੈ, ਦੇਵਤਿਆਂ ਦਾ ਦੇਵਤਾ ਦੇਵਾਦ ਦੇਵ ਵੀ ਤੂੰ ਹੀ ਹੈ, ਸਾਰਿਆਂ ਭੇਦਾਂ ਵਿੱਚ ਵੀ ਤੂੰ ਹੀ। ਸਰਬੰ ਕਾਲੇ ਸਰਬੰ ਪਾਲੇ। ਸਭ ਦਾ ਕਾਲ ਵੀ ਤੂੰ ਹੀ ਹੈ, ਸਭ ਨੂੰ ਪਾਲਦਾ ਵੀ ਤੂੰ ਹੀ ਹੈ। ਰੁਆਲ ਛੰਦ ਤੋਇ ਪ੍ਰਸਾਦ। ਆਦ ਰੂਪ ਅਨਾਦ ਮੂਰਤ, ਅਜੋਨ ਪੁਰਖ ਅਪਾਰ। ਆਦ ਰੂਪ ਅਨਾਦੀ ਮੂਰਤ, ਅਜੋਨੀ ਅਪਾਰ ਪੁਰਖ ਵਾਹਿਗੁਰੂ ਜੀ ਤੁਸੀਂ ਹੋ। ਸਰਬਮਾਨ ਤ੍ਰਿਮਾਨ ਦੇਵ ਅਭੇਵ ਆਦ ਉਦਾਰ। ਸਭ ਨੂੰ ਮਾਨਿਆ, ਤਿੰਨਾਂ ਦੇਵਤਿਆਂ ਦਾ ਦੇਵਤਾ, ਜਿਹੜੇ ਤੇਰੀ ਮਾਨਤਾ ਕਰਦੇ ਆ ਤਿੰਨੇ, ਬ੍ਰਹਮਾ ਵਿਸ਼ਨੂੰ ਮਹੇਸ਼। ਲੋਕ ਇਹਨਾਂ ਨੂੰ ਵੱਡਾ ਕਰਦੇ ਆ, ਪਰ ਗੁਰੂ ਸਾਹਿਬ ਨੇ ਫਰਮਾਇਆ ਹੈ ਵੀ ਇਹ ਵੀ ਉਹਨੂੰ ਪੂਜਦੇ, ਇਹ ਵੀ ਉਹਦੇ ਅੰਡਰ ਚੱਲਦੇ ਆ। ਅਭੇਵ ਆਦ ਉਦਾਰ। ਤੇਰਾ ਭੇਦ ਨਹੀਂ ਕਿਸੇ ਨੇ ਪਾਇਆ, ਤੂੰ ਬਹੁਤ ਉਦਾਰ ਹੈ, ਸਭ ਨੂੰ ਦਾਤਾਂ ਦੇਈ ਜਾਂਦਾ। ਸਰਬ ਘਾਲਕ ਸਰਬ ਪਾਲਕ। ਸਭ ਦਾ ਪਾਲਣੇ ਵਾਲਾ, ਸਾਰਿਆਂ ਦਾ ਲੈ ਕਰਨ ਵਾਲਾ ਤੂੰ ਹੀ ਹੈ। ਸਰਬ ਕੋ ਪੁਨਹ ਕਾਲ। ਫਿਰ ਤੂੰ ਸਭ ਦਾ ਕਾਲ ਬਣ ਜਾਂਦਾ, ਪਾਲਦਾ ਵੀ ਤੂੰ ਹੀ ਹੈ, ਰੋਟੀ ਵੀ ਰਿਜ਼ਕ ਵੀ ਦਿੰਦਾ, ਫਿਰ ਸਭ ਨੂੰ ਮਾਰਦਾ ਵੀ ਤੂੰ ਹੀ ਹੈ।
ਜਤਰ ਤਤਰ ਵਿਰਾਜ ਹੀ ਅਵਧੂਤ ਰੂਪ ਰਸਾਰ। ਜਿੱਥੇ ਕਿਤੇ ਹਰ ਜਗ੍ਹਾ ਤੂੰ ਵਿਰਾਜਮਾਨ ਹੈ। ਖਲਾ ਵਿੱਚ ਉੱਪਰ ਹੇਠ ਅਰਧ ਉਰਧ ਧਰਤੀ ਆਕਾਸ਼ ਜਲ ਥਲ ਸਭ ਜਗ੍ਹਾ ਤੂੰ ਹੀ ਅਵਧੂਤ ਹੈ। ਤੇਰਾ ਰੂਪ ਬੜਾ ਰਸੀਲਾ ਹੈ। ਅਵਧੂਤ ਸਾਧ ਸੰਗਤ ਜੀਓ ਇੱਕ ਪਰਟੀਕੂਲਰ ਸ਼ਬਦ ਹੈ ਸਾਧੂਆਂ ਖਾਤਰ। ਇੱਕ ਖਾਸ ਕਿਸਮ ਦੇ ਸਾਧੂਆਂ ਨੂੰ ਅਵਧੂਤ ਕਿਹਾ ਜਾਂਦਾ ਹੈ। ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ। ਤੇਰਾ ਕੋਈ ਨਾਮ ਨਹੀਂ, ਤੇਰਾ ਕੋਈ ਠਾਮ ਨਹੀਂ, ਜਗ੍ਹਾ ਨਹੀਂ, ਨਾ ਤੇਰੀ ਕੋਈ ਜਾਤ ਹੈ, ਨਾ ਤੇਰਾ ਕੋਈ ਰੂਪ ਹੈ, ਨਾ ਰੰਗ ਹੈ, ਨਾ ਕੋਈ ਰੇਖਾ, ਕੋਈ ਸ਼ਕਲ ਵੀ ਹੈ ਨਹੀਂ ਤੇਰੀ। ਆਦਿ ਪੁਰਖ ਉਦਾਰ ਮੂਰਤ। ਹੁਣ ਇੱਥੇ ਗੱਲ ਇਹ ਵੀ ਹੈ ਸਾਧ ਸੰਗਤ ਜੀ, ਤੇਰਾ ਕੋਈ ਰੂਪ ਰੰਗ ਨਹੀਂ, ਤੇਰੀ ਕੋਈ ਮੂਰਤ ਨਹੀਂ, ਪਰ ਸਾਰੀ ਮੂਰਤਾਂ ਤੇਰੀਆਂ। ਤੇਰੇ ਕੋਈ ਚਰਨ ਨਹੀਂ, ਪਰ ਹਜ਼ਾਰਾਂ ਹੀ ਚਰਨ ਤੇਰੇ ਹੀ ਹੈ। ਤੇਰੇ ਕੋਈ ਗੰਧ ਨਹੀਂ, ਨੱਕ ਨਹੀਂ, ਪਰ ਹਜ਼ਾਰਾਂ ਹੀ ਨੱਕ ਤੇਰੇ ਹੈ। ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ ਅਸੇਖ। ਅਸੇਖ ਕਹਿੰਦੇ ਆ ਅਨੰਤ ਅਪਾਰ ਅਜੋਨੀ ਉਦਾਰ ਮੂਰਤ ਆਦਿ ਪੁਰਖ ਸਭ ਤੂੰ ਹੀ ਹੈ, ਤੈਨੂੰ ਨਮਸਕਾਰ ਹੈ। ਦੇਸ਼ ਔਰ ਭੇਸ ਜਾਂ ਕਰ ਰੂਪ ਰੇਖ ਨਾ ਰਾਗ। ਨਾ ਤੇਰਾ ਕੋਈ ਦੇਸ਼ ਹੈ, ਯਾਨੀ ਸਭ ਦੇਸ਼ਾਂ ਵਿੱਚ ਵੀ ਤੂੰ ਹੀ ਹੈ। ਨਾ ਤੇਰਾ ਕੋਈ ਭੇਸ ਹੈ, ਨਾ ਕੋਈ ਰੂਪ ਹੈ, ਨਾ ਰੇਖ ਹੈ, ਨਾ ਰਾਗ ਹੈ। ਤੂੰ ਕੁਛ ਵੀ ਨਹੀਂ ਹੈ, ਤੂੰ ਸਭ ਕੁਛ ਹੈ। ਇਹ ਚੀਜ਼ ਨੂੰ ਸਮਝਣਾ ਬੁੱਧੀ ਖਾਤਰ ਬਹੁਤ ਮੁਸ਼ਕਲ ਹੈ। ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਜਤਰ ਤਤਰ ਹਰ ਜਗ੍ਹਾ, ਹਰ ਦਿਸ਼ਾ ਵਿੱਚ, ਹਰ ਵਿਸ਼ਾ 'ਚ। ਵਿਸ਼ਾ ਕਹਿੰਦੇ ਹੈ ਦੋ ਦਿਸ਼ਾ ਦੇ ਵਿਚਾਲੇ ਵਾਲੀ ਜਿਹੜੀ ਡਾਇਰੈਕਸ਼ਨ ਹੁੰਦੀ ਹੈ। ਜਿਵੇਂ ਪੂਰਬ ਹੈ, ਪੂਰਬ ਦੇ ਨਾਲ ਪੱਛਮ ਹੈ, ਉਹਨਾਂ ਦੋਹਾਂ ਦੇ ਬਿਲਕੁਲ ਵਿਚਾਲੇ ਦੀ ਜਿਹੜੀ 45 ਡਿਗਰੀ ਪਰ ਦਿਸ਼ਾ ਹੈ ਉਹਨੂੰ ਵਿਸ਼ਾ ਕਹਿੰਦੇ। ਇਹ ਚਾਰੇ ਦਿਸ਼ਾਵਾਂ ਦੇ ਵਿਚਾਲੇ ਦੀਆਂ ਚਾਰ ਅਲੱਗ ਦਿਸ਼ਾਵਾਂ ਹੋਰ ਹੈ। ਇੱਕ ਉੱਪਰ ਇੱਕ ਹੇਠ, ਇਹ ਟੋਟਲ ਫਿਰ 10 ਬਣ ਜਾਂਦੀਆਂ। 10 ਦਿਸ਼ਾ 'ਚ ਜ਼ਿਕਰ ਵੀ ਆਉਂਦਾ ਕਈ ਜਗ੍ਹਾ। ਸੋ ਦਿਸ਼ਾ ਵਿਸ਼ਾ ਉੱਪਰ ਹੇਠ, ਇਹ 10 ਦਿਸ਼ਾਵਾਂ ਹੋਏ ਫੈਲਿਓ ਅਨੁਰਾਗ। ਪ੍ਰੇਮ ਬਣ ਕੇ ਸਭ ਜਗ੍ਹਾ ਫੈਲਿਆ ਹੋਇਆ ਤੂੰ। ਅਨੁਰਾਗ ਪ੍ਰੇਮ। ਨਾਮ ਕਾਮ ਵਿਹੀਨ ਪੇਖਤ ਧਾਮ ਹੋ ਨਹਿ ਜਾਹੇ। ਤੇਰਾ ਕੋਈ ਨਾਮ ਨਹੀਂ, ਤੇਰਾ ਕੋਈ ਕਾਮ ਨਹੀਂ, ਇਹਨਾਂ ਤੋਂ ਵਿਹੀਨ ਹੈ। ਤੇਰਾ ਕੋਈ ਧਾਮ ਨਹੀਂ ਦੇਖਿਆ ਜਾਂਦਾ, ਤੂੰ ਕਿੱਥੇ ਰਹਿਣਾ। ਤੂੰ ਸ੍ਰਿਸ਼ਟੀ ਦੇ ਵਿੱਚ ਵੀ ਰਮਿਆ ਹੋਇਆ, ਤੂੰ ਬਾਹਰ ਵੀ ਹੈ, ਤੈਨੂੰ ਨਮਸਕਾਰ ਹੈ। ਸਰਬ ਮਾਨ ਸਰਬੱਤਰ ਮਾਨ। ਸਾਰੀ ਸ੍ਰਿਸ਼ਟੀ ਨੂੰ ਤੂੰ ਮਾਨਿਆ, ਸਭ ਤੇਰੀ ਮਾਨਤਾ ਕਰਦੇ। ਸਦੈਵ ਮਾਨਤ ਤਾਏ, ਸਦਾ ਵਾਸਤੇ ਤੈਨੂੰ ਮੰਨਦੇ ਆ ਰਹੇ ਹਾਂ, ਫਿਰ ਵੀ ਮੰਨਦੇ ਹਾਂ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ। ਤੇਰੀ ਮੂਰਤ ਇੱਕ ਹੈ, ਦਰਸ਼ਨ ਅਨੇਕ ਹੈ, ਔਰ ਤੇਰੇ ਰੂਪ ਵੀ ਅਨੇਕ ਹੈ। ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰੇਕ। ਖੇਡਾਂ ਵੀ ਤੂੰ ਹੀ ਖੇਡਦਾ, ਫਿਰ ਖੇਡਾਂ ਨੂੰ ਸਮੇਟਣ ਵਾਲਾ ਵੀ ਤੂੰ ਹੀ ਹੈ, ਅੰਤ ਨੂੰ ਫਿਰ ਇੱਕ ਹੋ ਜਾਂਦਾ। ਸਾਰੀ ਸ੍ਰਿਸ਼ਟੀ ਨੂੰ ਸਾਜ ਕੇ ਬੈਠ ਜਾਂਦਾ, ਉਦਕਰਕ ਕਰ ਲੈਂਦਾ, ਫਿਰ ਆਕਰਕ ਕਰਕੇ ਸਾਰਿਆਂ ਨੂੰ ਸਮੇਟ ਕੇ ਫਿਰ ਤੇਰੇ ਵਿੱਚ ਸਭ ਕੁਛ ਆ ਜਾਂਦਾ। ਸਾਰੀ ਦੁਨੀਆ ਵੀ ਤੇਥੋਂ ਹੈ, ਔਰ ਦੁਨੀਆ ਫਿਰ ਤੇਰੇ ਵਿੱਚ ਹੀ ਸਮਾ ਜਾਂਦੀ। ਦੇਵ ਭੇਵ ਨਾ ਜਾਣਹੀ ਜਿਹੇ ਵੇਦ ਔਰ ਕਤੇਬ। ਕੋਈ ਦੇਵੀ ਦੇਵਤਾ ਤੇਰਾ ਭੇਦ ਨਹੀਂ ਜਾਣਦਾ। ਵੇਦ ਕਤੇਬਾਂ ਨੂੰ ਤੇਰੀ ਖਬਰ ਕੋਈ ਨਹੀਂ ਹੈ। ਹਾਲਾਂਕਿ ਸਤਿਕਾਰਤ ਗ੍ਰੰਥ ਹੈ, ਧਾਰਮਿਕ ਗ੍ਰੰਥ ਹੈ ਕਿਸੇ ਭਰਾਵਾਂ ਦੇ, ਦੂਜਿਆਂ ਦੇ, ਪਰ ਦੇਖੋ ਗੁਰੂ ਸਾਹਿਬ ਦਾ ਜਿਹੜਾ ਵਿਚਾਰ ਹੈ ਉਹ ਤਾਂ ਨਿਵੇਕਲਾ ਹੈ। ਉਹ ਤਾਂ ਇਹ ਫਰਮਾ ਰਹੇ ਵੀ ਕਿਸੇ ਵੇਦ ਕਤੇਬ ਨੂੰ ਤੇਰੀ ਕੋਈ ਖਬਰ ਨਹੀਂ ਹੈ। ਜਿੱਥੇ ਗੁਰਬਾਣੀ 'ਚ ਜ਼ਿਕਰ ਆਉਂਦਾ ਸਾਧ ਸੰਗਤ ਜੀ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਇਹਨਾਂ ਨੂੰ ਝੂਠਾ ਨਾ ਕਹੋ। ਝੂਠਾ ਉਹ ਹੈ ਜਿਹੜਾ ਇਹਨਾਂ ਨੂੰ ਵਿਚਾਰਦਾ ਨਹੀਂ ਹੈ। ਅਗਰ ਵਿਚਾਰ ਦੇ ਵਿੱਚ ਕੋਈ ਗੱਲ ਨਿਕਲ ਕੇ ਆਉਂਦੀ ਹੈ, ਜਿਵੇਂ ਗੁਰੂ ਸਾਹਿਬ ਕਹਿ ਰਹੇ ਹੋ, ਫਿਰ ਉਹ ਠੀਕ ਹੈ। ਫਿਰ ਉਹ ਆਪ ਹੀ ਫਰਮਾ ਰਹੇ ਆ ਵੀ ਵੇਦ ਕਤੇਬ ਤਿੰਨੇ ਗੁਣਾਂ ਦੀ ਉਪਜ ਹੈ, ਜਿਹਦੇ ਵਿੱਚ ਚਾਰੇ ਵੇਦ ਕਥੈ ਆਕਾਰ, ਤੀਨ ਅਵਸਥਾ ਕਹੈ ਬਖਿਆਨ, ਤੁਰੀਆ ਅਵਸਥਾ ਸਤਿਗੁਰ ਤੇ ਹਰਿ ਜਾ। ਤੁਰੀਆ ਅਵਸਥਾ ਦੀ ਖਬਰ ਕੇਵਲ ਸਤਿਗੁਰੂ ਨੂੰ, ਸੰਤਾਂ ਨੂੰ ਹੁੰਦੀ ਹੈ, ਵੇਦਾਂ ਨੂੰ ਨਹੀਂ ਹੈ ਉਹ ਖਬਰ। ਵੇਦ ਤਿੰਨਾਂ ਗੁਣਾਂ ਦੀ ਉਪਜ ਹੈ, ਰਿਸ਼ੀਆਂ ਦੀ ਉਪਜ ਹੈ। ਜਿਹੜੀ ਬਾਣੀ ਹੈ ਗੁਰਬਾਣੀ, ਇਹਦਾ ਉਹਨਾਂ ਦੇ ਨਾਲ ਕੰਪੈਰੀਜ਼ਨ ਨਹੀਂ ਕਰਿਆ ਜਾ ਸਕਦਾ ਹੈ। ਕਰਦੇ ਆ ਕਈ ਪਾਠੀਆਂ ਨੂੰ ਸੁਣਿਆ, ਦਾਸ ਨੇ ਅਰਦਾਸ 'ਚ ਕਰਦਿਆਂ ਕਹਿੰਦਿਆਂ ਨੂੰ ਵੀ ਪੰਜਵਾਂ ਵੇਦ ਹੈ ਗੁਰਬਾਣੀ। ਬਿਲਕੁਲ ਅਨਰਥ ਕਰਨ ਵਾਲੀ ਗੱਲ ਹੈ।
ਇਹ ਜਿਹੜੀ ਅੰਮ੍ਰਿਤ ਬਾਣੀ ਹੈ ਇਹ ਤਾਂ ਗਿਆਨ ਧਿਆਨ ਵਿੱਚੋਂ ਆਈ ਹੈ। ਅੰਮ੍ਰਿਤ ਬਾਣੀ ਗੁਰਮੁਖ ਜਾਣੀ ਗਿਆਨ ਧਿਆਨ ਵਿੱਚ ਆਈ। ਤੋ ਇਹ ਸਮਾਧੀ ਲੱਗ ਕੇ ਪਰਮਾਤਮਾ ਦੇ ਨਾਲ ਮਿਲ ਕੇ ਜਦੋਂ ਅਵਸਥਾ ਬਣਦੀ ਹੈ, ਇਹ ਉਦੋਂ ਆਈ ਹੋਈ ਹੈ। ਵੇਦਾਂ ਬਾਰੇ 'ਚ ਐਸੀ ਬਾਤ ਨਹੀਂ ਹੈ, ਉਹ ਕਥਾ ਕਹਾਣੀਆਂ ਨੇ ਸਾਰੀਆਂ। ਕਥਾ ਕਹਾਣੀ ਵੇਦੀ ਆਣੀ ਪਾਪ ਪੁੰਨ ਵਿਚਾਰ। ਮੁਬਾਰਕ ਹੈ ਜਿਹੜੇ ਉਹਨਾਂ ਨੂੰ ਮੰਨਦੇ ਆ, ਕਿਸੇ ਨੂੰ ਕੋਈ ਇਤਰਾਜ਼ ਨਹੀਂ, ਪਰ ਆਪਾਂ ਗੁਰੂ ਸਾਹਿਬ ਦੀ ਜਿਹੜੀ ਸੋਚ ਹੈ ਉਹਦਾ ਅਨੁਸਰਨ ਕਰ ਰਹੇ ਹਾਂ। ਤੋ ਜਿਹੇ ਵੇਦ ਔਰ ਕਤੇਬ ਦੇਵ ਭੇਵ ਨਾ ਜਾਣੇ, ਕੋਈ ਭੇਦ ਨਹੀਂ ਜਾਣਦੇ। ਰੂਪ ਰੰਗ ਨਾ ਜਾਤ ਪਾਤ ਨਾ ਸੋ ਜਾਨ ਹੀ ਕਿਹ ਜੇ। ਤੇਰਾ ਕੋਈ ਰੂਪ ਰੰਗ ਨਹੀਂ, ਜਾਤ ਨਹੀਂ, ਗੋਤ ਨਹੀਂ, ਤੇਰੀ ਸੋਭਾ ਦਾ ਕੋਈ ਅੰਤ ਨਹੀਂ, ਕੌਣ ਜਾਣ ਸਕਦਾ ਤੇਰੀ ਸੋਭਾ ਨੂੰ। ਤਾਤ ਮਾਤ ਨਾ ਜਾਤ ਜਾਂ ਕਰ ਜਨਮ ਮਰਨ ਵਿਹੀਨ। ਨਾ ਤੇਰਾ ਕੋਈ ਬਾਪ ਹੈ ਪਿਓ ਹੈ, ਨਾ ਕੋਈ ਮਾਤਾ ਹੈ, ਨਾ ਕੋਈ ਜਾਣਦਾ ਵੀ ਤੇਰਾ ਤੂੰ ਜਨਮ ਮਰਨ ਤੋਂ ਵਿਹੀਨ ਹੈ, ਰਹਿਤ ਹੈ। ਚੱਕਰ ਬੱਕਰ ਫਿਰੈ ਚਤਰ ਚੱਕ ਮਾਨ ਹੀ ਪੁਰਤੀ। ਇਹ ਜਿਹੜਾ ਸਮੇਂ ਦਾ ਚੱਕਰ ਹੈ ਇਹ ਚਾਰੇ ਚੱਕਾਂ ਦੇ ਵਿੱਚ ਫਿਰ ਰਿਹਾ, ਚਾਰੇ ਕਾਰਨਰਸ ਵਿੱਚ ਫਿਰ ਰਿਹਾ, ਸਾਰੀ ਸ੍ਰਿਸ਼ਟੀ ਦੇ ਵਿੱਚ ਫਿਰ ਰਿਹਾ। ਤਿੰਨੇ ਲੋਕ ਤੇਰੀ ਮਾਨਤਾ ਕਰਦੇ, ਤੈਨੂੰ ਵੱਡਾ ਕਰਦੇ। ਲੋਕ 14 ਕੇ ਵਿਖੇ ਜਗ ਜਾਪ ਹੀ ਜਿਹ ਜਾਪ। 14 ਲੋਕਾਂ ਦੇ ਵਿੱਚ 7 ਆਕਾਸ਼ 7 ਪਤਾਲ, ਇਹ ਮੁਸਲਮਾਨ ਖਿਆਲ ਹੈ। ਵੈਸੇ ਗੁਰਮਤ ਦਾ ਖਿਆਲ ਤਾਂ ਇਹ ਹੈ ਵੀ ਕੋਈ ਕਰੋੜਾਂ ਹੀ ਲੋਕ ਹੈ, ਕਰੋੜਾਂ ਹੀ ਖੰਡ ਬ੍ਰਹਿਮੰਡ ਹੈ। ਜਗ ਜਾਪ ਹੀ ਜੇ ਜਾਪ, ਸਾਰਾ ਜਗਤ ਤੇਰਾ ਜਾਪ ਕਰ ਰਿਹਾ। ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜੇ ਥਾਪ। ਉਹ ਆਦ ਦੇਵ ਹੈ, ਦੇਵਾਦ ਦੇਵ ਹੈ, ਅਨਾਦੀ ਹੈ, ਮੂਰਤ ਹੈ। ਸੂਰਤ ਨਹੀਂ ਹੈ, ਉਹਨੂੰ ਮੂਰਤ ਲਿਖਿਆ ਜਾਂਦਾ। ਅਕਾਲ ਮੂਰਤ, ਮੂਰਤ ਔਰ ਸੂਰਤ 'ਚ ਬਹੁਤ ਅੰਤਰ ਹੁੰਦਾ। ਸੂਰਤ ਤ੍ਰੈਗੁਣੀ ਹੁੰਦੀ ਹੈ, ਮੂਰਤ ਚੌਥੇ ਗੁਣ ਵਾਲੀ ਜਾਂ ਪਰਮ ਪਦ ਵਾਲੀ ਹੁੰਦੀ ਹੈ। ਥਾਪਿਓ ਸਭੈ ਜੇ ਥਾਪ, ਸਾਰੀ ਸ੍ਰਿਸ਼ਟੀ ਨੂੰ ਉਹਨੇ ਥਾਪਿਆ, ਉਹ ਅਥਾਪ ਹੈ, ਉਹਨੂੰ ਕੋਈ ਥਾਪ ਨਹੀਂ ਸਕਦਾ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਵੇਂ ਸਾਧ ਸੰਗਤ ਜੀ, ਉਹ ਆਪਾਂ ਦੇਵਤੇ ਨੂੰ ਮੂਰਤੀ ਦੇ ਰੂਪ 'ਚ ਥਾਪ ਦਿੰਦੇ ਹਾਂ ਮੰਦਿਰ 'ਚ, ਪਰਮਾਤਮਾ ਨੂੰ ਨਹੀਂ ਥਾਪਿਆ ਜਾ ਸਕਦਾ, ਕੋਈ ਉਹਨੂੰ ਨਹੀਂ ਥਾਪ ਸਕਦਾ, ਉਹ ਤਾਂ ਸਾਰਿਆਂ ਨੂੰ ਥਾਪਣ ਵਾਲਾ ਹੈ। ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ। ਉਹਦਾ ਪਰਮ ਰੂਪ ਹੈ, ਪੁਨੀਤ ਹੈ, ਪਵਿੱਤਰ ਮੂਰਤ ਹੈ, ਉਹ ਪੂਰਨ ਪੁਰਖ ਹੈ, ਅਪਾਰ। ਸਰਬ ਵਿਸ਼ਵ ਰਚਿਓ ਸਵੰਭਵ ਗਰਨ ਭੰਜਨਹਾਰ। ਸਾਰਾ ਵਿਸ਼ਵ ਉਹਨੇ ਰਚਿਆ। ਔਰ ਇਹ ਸ਼ਬਦ ਹੈ ਜਿਹੜਾ ਸਾਧ ਸੰਗਤ ਜੀ ਵਿਸ਼ਵ ਛੋਟਾ ਵਾਹਵਾ ਪੈਰ ਵਿੱਚ ਆਉਂਦਾ ਹੈ, ਇਹਨੂੰ ਵਿਸ ਵੀ ਲਿਖਿਆ ਜਾਂਦਾ ਗੁਰਬਾਣੀ 'ਚ। ਇਹ ਕਈ ਜਗ੍ਹਾ ਆਉਂਦਾ, ਉੱਥੋਂ ਸ਼ੰਕਾ ਜਿਹਾ ਪੈ ਜਾਂਦਾ ਵੀ ਇਹ ਜਿਹੜਾ ਸੰਸਾਰ ਹੈ ਇਹ ਵਿਸ਼ ਹੈ। ਵਿਸ਼ ਨਹੀਂ ਹੈ ਸੰਸਾਰ, ਤਾਂ ਅੰਮ੍ਰਿਤ ਹੈ, ਇਹ ਵਿਸ਼ਵ ਹੈ। ਇਹ ਇਸ ਤਰ੍ਹਾਂ ਦੀ ਕਲਾ ਹੈ ਪੰਜਾਬੀ ਦੇ ਵਿੱਚ। ਜਿਵੇਂ ਵਿਸ਼ੰਭਰ ਹੈ, ਉੱਥੇ ਜਿਹੜਾ ਛੋਟਾ ਵਾਹਵਾ ਹੈ ਉਹ ਵਿਸੁੰਬਰ ਕਰਕੇ ਸੱਸੇ ਦੇ ਪੈਰ ਹੇਠਾਂ ਔਕੜ ਆ ਜਾਂਦੀ ਹੈ। ਤੇ ਬਹੁਤ ਜਗ੍ਹਾ ਗੁਰਬਾਣੀ 'ਚ ਇਸ ਤਰ੍ਹਾਂ ਹੁੰਦਾ। ਵੈਸੇ ਪੰਜਾਬੀ ਦੀ ਲਿਖਤ ਵਿੱਚ ਵੀ ਇਕਣੇ ਹੈ। ਤੋ ਵਾਹਵਾ ਜਿਹੜਾ ਛੋਟਾ ਹੈ ਉਹ ਔਂਕੜ ਵਿੱਚ ਬਦਲ ਜਾਂਦਾ ਹੈ ਸੱਸੇ ਦੀ 'ਚ। ਰਚਿਓ ਸਵੰਭਵ, ਸਾਰਾ ਵਿਸ਼ਵ ਤੈਂ ਰਚਿਆ ਹੋਇਆ ਹੈ ਸਵੰਭਵ, ਆਪਣੇ ਆਪ ਤੋਂ ਪੈਦਾ ਹੋਏ ਹੋਏ। ਗਰਨ ਭੰਜਨਹਾਰ, ਬਣਾਉਣ ਵਾਲਾ ਤੋੜਨ ਵਾਲਾ ਸਭ ਤੂੰ ਹੀ ਤੋਂ ਹੈ। ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ਼। ਤੇਰੇ ਤੇ ਕੋਈ ਕਾਲ ਨਹੀਂ ਹੈ, ਤੂੰ ਸੰਯੁਕਤ ਹੈ ਕਲਾ ਦੇ ਨਾਲ, ਭਰਿਆ ਹੋਇਆ। ਆਦਿ ਪੁਰਖ ਹੈ, ਤੈਨੂੰ ਆਦੇਸ਼ ਹੈ, ਤੈਨੂੰ ਨਮਸਕਾਰ ਹੈ, ਤੈਨੂੰ ਪ੍ਰਣਾਮ ਹੈ। ਧਰਮ ਧਾਮ ਸੋ ਭਰਮ ਰਹਿਤ। ਉਹਦਾ ਜਿਹੜਾ ਧਾਮ ਹੈ ਉਹ ਧਰਮ ਹੈ, ਭਰਮਾਂ ਤੋਂ ਰਹਿਤ ਹੈ। ਅਭੂਤ ਅਲਖ ਅਭੇਸ, ਤੂੰ ਕੋਈ ਸਰੀਰ 'ਚ ਨਹੀਂ ਹੈ, ਤੂੰ ਅਲਖ ਵੀ ਹੈ, ਤੂੰ ਅਭੇਸ ਵੀ ਹੈ। ਲਖਣਾ ਹੁੰਦਾ ਹੈ ਬਹੁਤ ਮੁਸ਼ਕਲ ਹੈ। ਤੋ ਸਹੀ ਲਖੈ ਜੋ ਕੋਈ, ਲਖਣਾ ਆਉਂਦਾ ਗੁਰੂ ਦੀ ਕਿਰਪਾ ਨਾਲ, ਉਹਨੂੰ ਲਖਿਆ ਨਹੀਂ ਜਾ ਸਕਦਾ। ਸਤਿਗੁਰੂ ਨੂੰ ਵੀ ਲਖਿਆ ਨਹੀਂ ਜਾ ਸਕਦਾ। ਆਪਾਂ ਜਾਂਦੇ ਹਾਂ ਸਤਿਗੁਰੂ ਕੋਲ, ਬਾਣੀ ਕੋਲ, ਲੇਕਿਨ ਲਖਦੇ ਨਹੀਂ ਹੈ। ਲਖਣਾ ਤਾਂ ਬਹੁਤ ਮੁਸ਼ਕਲ ਹੈ। ਉਹ ਤਾਂ ਬੁੱਧੀ ਨੂੰ ਜਿੰਨਾ ਚਿਰ ਪਿੱਛੇ ਨਹੀਂ ਪਰਮਾਤਮਾ ਕਰਦਾ, ਵਿਵੇਕ ਨਹੀਂ ਬਣਾਉਂਦਾ, ਵਿਵੇਕ ਬੁੱਧੀ ਨਹੀਂ ਕਰਦਾ, ਉਨਾ ਚਿਰ ਲਖਿਆ ਨਹੀਂ ਜਾ ਸਕਦਾ।
सतगुर अलख कहो क्यों लखिए, जिस बख्शे तिसै पछाता है। परमात्मा भी अलख है, सतगुरु संत भी अलख हुंदा है। ਆਪਾਂ ਸੰਤ ਦੇ ਕੋਲ ਚਲੇ ਜਾਂਦੇ, ਸਮਝਦੇ ਹਾਂ ਵੀ ਅਸੀਂ ਲੱਖ ਲਿਆ, ਬਿਲਕੁਲ ਨਹੀਂ। ਅੰਦਰ ਦੀ ਅਵਸਥਾ ਸੰਤ ਦੀ ਅਲੱਖ ਹੈ। ਕੇਵਲ ਪਰਮਾਤਮਾ ਦੀ ਜੇ ਕਿਰਪਾ ਹੋ ਜੇ, ਬਾਣੀ ਅੰਦਰ ਵਸ ਜਾਵੇ, ਕੰਠ ਕਰਨਾ ਹੋਰ ਚੀਜ਼ ਹੈ, ਜੇ ਵਸ ਜਾਵੇ ਫੇਰ ਲਖਿਆ ਜਾ ਸਕਦਾ। ਅੰਗ ਰਾਗ ਨਾ ਰੰਗ ਜਾਂਕੈ, ਜਾਤ ਪਾਤ ਨਾ ਨਾਮ। ਨਾ ਕੋਈ ਉਹਦਾ ਅੰਗ ਹੈ, ਨਾ ਕੋਈ ਉਹਦਾ ਰਾਗ ਹੈ, ਨਾ ਰੰਗ ਹੈ, ਨਾ ਜਾਤ ਹੈ, ਨਾ ਗੋਤ ਹੈ, ਨਾ ਉਹਦਾ ਕੋਈ ਨਾਮ ਹੈ। ਗਰਭ ਗੰਜਨ ਦੁਸ਼ਟ ਭੰਜਨ, ਮੁਕਤਦਾਇਕ ਕਾਮ। ਉਹ ਵਾਹਿਗੁਰੂ ਜੀ ਗਰਭ ਗੰਜਨ ਹੈ, ਸਭ ਲੋਕਾਂ ਦਾ ਹੰਕਾਰ ਤੋੜਦਾ ਹੈ, ਦੁਸ਼ਟਾਂ ਨੂੰ ਭੰਜਦਾ ਹੈ, ਮਾਰਦਾ ਹੈ। ਮੁਕਤਦਾਇਕ ਕਾਮ, ਉਹ ਮੁਕਤੀ ਦੇ ਕੰਮ ਕਰਦਾ ਹੈ, ਸਾਰੇ ਸ੍ਰਿਸ਼ਟ ਨੂੰ ਮੁਕਤੀ ਉਹੀ ਦਿੰਦਾ ਹੈ। ਤੋ ਸਾਧ ਸੰਗਤ ਜੀ, ਵਿਚਾਰ ਕਾਫੀ ਲੰਬੀ ਸੀ ਅੱਜ ਦੀ। ਇਹ ਤਾਂ ਹੋਈ ਜਾਪ ਸਾਹਿਬ ਦੀ ਬਾਣੀ ਦੀ ਵਿਚਾਰ। ਥੋੜ੍ਹੀ ਜਿਹੀ ਵਿਚਾਰ ਹੋਰ ਕਰਕੇ ਸਮਾਪਤੀ ਵੱਲ ਵਧੂਗੇ। ਇੱਕ ਭਾਈ ਗੁਰਦਾਸ ਜੀ ਦੀ ਜਿਹੜੀ ਪਹਿਲੀ ਵਾਰ ਹੈ, ਉਹਦੀ 49ਵੀਂ ਪੌੜੀ ਹੈ, 25 ਸਫ਼ੇ ਦੇ ਉੱਤੇ, ਪੰਨੇ ਦੇ ਉੱਤੇ। ਸਤਜੁਗ ਸਤਗੁਰ ਵਾਸਦੇਵ, ਵਵਾ ਵਿਸ਼ਨਾ ਨਾਮ ਜਪਾਵੇ। ਸਤਜੁਗ ਸਤਗੁਰ ਵਾਸਦੇਵ, ਵਵਾ ਵਿਸ਼ਨਾ ਨਾਮ ਜਪਾਵੇ। ਦੁਆਪਰ ਸਤਗੁਰ ਹਰੀ ਕ੍ਰਿਸ਼ਨ, ਹਾਹਾ ਹਰ ਹਰ ਨਾਮ ਜਪਾਵੇ। ਤੇਤੇ ਸਤਗੁਰ ਰਾਮ ਜੀ, ਰਾਰਾ ਰਾਮ ਜਪੇ ਸੁਖ ਪਾਵੇ। ਕਲਯੁਗ ਨਾਨਕ ਗੁਰ ਗੋਬਿੰਦ, ਗੱਗਾ ਗੋਬਿੰਦ ਨਾਮ ਅਲਾਵੇ। ਚਾਰੇ ਜਾਗੇ ਚੌ ਜੁਗੀ, ਪੰਚਾਇਣ ਵਿੱਚ ਜਾਏ ਸਮਾਵੇ। ਚਾਰੋ ਅੱਛਰ ਇੱਕ ਕਰ, ਵਾਹਿਗੁਰੂ ਜਪ ਮੰਤਰ ਜਪਾਵੇ। ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੇ। ਇਹਦੇ ਬਾਰੇ 'ਚ ਵਿਚਾਰ ਭਾਈ ਵੀਰ ਸਿੰਘ ਜੀ ਨੇ ਕਰਿਆ। ਉਹਨਾਂ ਨੇ ਇੱਕ ਜਿਹੜਾ 12 ਭਾਈ ਗੁਰਦਾਸ ਸਟੀਕ ਹੈ, ਉਹਦੇ 44 ਤੋਂ 47 ਪੰਨੇ ਤੱਕ ਭਾਈ ਵੀਰ ਸਿੰਘ ਜੀ ਲਿਖਦੇ हैं ਵੀ ਪੰਡਿਤ ਕਰਤਾਰ ਸਿੰਘ ਜੀ ਦਾਖਾ ਔਰ ਗਿਆਨੀ ਹਜ਼ਾਰਾ ਸਿੰਘ, ਦੋਹੇ ਬਹੁਤ ਬੜੇ ਵਿਦਵਾਨ ਹੈ ਗੁਰਮਤ ਦੇ ਔਰ ਸੰਸਕ੍ਰਿਤ ਦੇ। ਉਹਨਾਂ ਨੇ ਆਪਣੇ ਵਿਚਾਰ ਲਿਖੇ। ਉਹ ਕਹਿ ਰਹੇ ਹੈ ਵੀ ਜਿਹੜੀ 49ਵੀਂ ਇਹ ਪੌੜੀ ਹੈ ਪਹਿਲੀ ਵਾਰ ਦੀ, ਇਹ ਭਾਈ ਗੁਰਦਾਸ ਜੀ ਦੀ ਹੈ ਨਹੀਂ। ਕਾਰਨ ਦਿੱਤਾ ਉਹਨਾਂ ਨੇ, ਬਹੁਤ ਨਿੱਗਰ ਕਾਰਨ ਹੈ। ਉਹ ਕਹਿ ਰਹੇ ਵੀ ਵਾਸਦੇਵ ਨਾਂ ਦਾ ਕੋਈ ਅਵਤਾਰ ਸਤਯੁਗ ਵਿੱਚ ਹੋਇਆ ਹੀ ਨਹੀਂ ਹੈ। ਸਤਯੁਗ ਦੇ ਵਿੱਚ ਬੌਨਾ ਹੋਇਆ, ਹੋਰ ਵੀ 2-3 ਅਵਤਾਰ ਹੋਏ, ਉਹਨਾਂ 'ਚ ਵਾਸਦੇਵ ਨਾਮ ਦਾ ਕੋਈ ਅਵਤਾਰ ਨਹੀਂ। ਇਹ ਗੱਲ ਬਿਲਕੁਲ ਪ੍ਰਮਾਣਿਤ ਹੈ। ਸਾਧ ਸੰਗਤ ਜੀ, ਫਿਰ ਇਹ ਵਾਸਦੇਵ ਕਿੱਥੋਂ ਆ ਗਿਆ? ਸਤਜੁਗ ਸਤਗੁਰ ਵਾਸਦੇਵ, ਵਵਾ ਵਿਸ਼ਨਾ ਨਾਮ ਜਪਾਵੇ। ਅਗਲਾ ਦੁਆਪਰ ਸਤਗੁਰ ਹਰੀ ਕ੍ਰਿਸ਼ਨ, ਹਾਹਾ ਹਰ ਹਰ ਨਾਮ ਜਪਾਵੇ। ਦੁਆਪਰ ਵਿੱਚ ਸ੍ਰੀ ਕ੍ਰਿਸ਼ਨ ਤਾਂ ਹੋਏ ਹੈ, ਪਰ ਹਰ ਕ੍ਰਿਸ਼ਨ ਤਾਂ ਉਹਨਾਂ ਦੇ ਨਾਂ ਨਾਲ ਲੱਗਦਾ ਨਹੀਂ ਹੈ। ਤੋ ਹਾਹਾ ਕਿੱਥੋਂ ਲੈ ਲਿਆ ਫਿਰ ਵਾਹਿਗੁਰੂ ਦਾ? ਵਾਹ ਹਾ ਵਾਹ ਵਾਹ ਹਾਹਾ। ਇਹ ਵੀ ਗੱਲ ਸਮਝ ਨਹੀਂ ਆਉਂਦੀ, ਬੁੱਧੀ ਨੂੰ ਸਮਝ ਨਹੀਂ ਆ ਰਹੀ। ਤੇਤੇ ਸਤਗੁਰ ਰਾਮ ਜੀ, ਰਾਰਾ ਰਾਮ ਜਪੇ ਸੁਖ ਪਾਵੇ। ਚਲੋ ਤ੍ਰੇਤੇ ਵਿੱਚ ਰਾਮਚੰਦਰ ਜੀ ਹੋਏ ਆ, ਉਹਦਾ ਰਾਰਾ ਮੰਨਿਆ ਜਾ ਸਕਦਾ। ਕਲਯੁਗ ਨਾਨਕ ਗੁਰ ਗੋਬਿੰਦ, ਗੱਗਾ ਗੋਬਿੰਦ ਨਾਮ ਅਲਾਵੇ। ਭਾਈ ਗੁਰਦਾਸ ਜੀ ਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਹੈ ਨਹੀਂ ਸੀਗੇ, ਉਹ ਤਾਂ ਉਹਨਾਂ ਤੋਂ ਬਾਅਦ ਦੇ ਵਿੱਚ ਹੈ। ਤੋ ਫਿਰ ਭਾਈ ਗੁਰਦਾਸ ਜੀ ਗੁਰੂ ਗੋਬਿੰਦ ਦਾ ਜ਼ਿਕਰ ਕਿਵੇਂ ਕਰ ਸਕਦੇ? ਜਿਹੜਾ ਵਾਹ ਗੁਰੂ ਗੱਗਾ ਜਿਹੜਾ ਵੀ, ਉਹ ਗੁਰੂ ਗੋਬਿੰਦ ਸਿੰਘ ਜੀ ਤੋਂ ਲਿਆ ਹੈ, ਇਹ ਵੀ ਗੱਲ ਬਣਦੀ ਨਹੀਂ ਹੈ। ਉਹਨਾਂ ਤੋਂ ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਹੈ, ਉਹ ਨਾਨਕ ਸਾਹਿਬ ਦਾ ਕੋਈ ਜ਼ਿਕਰ ਨਹੀਂ ਕਰਿਆ। ਤੋ ਇਹ ਗੱਲ ਕੁਛ ਸਮਝ ਨਹੀਂ ਆਉਂਦੀ ਬੁੱਧੀ ਨੂੰ। ਔਰ ਗਿਆਨੀ ਹਜ਼ਾਰਾ ਸਿੰਘ ਜੀ ਔਰ ਪੰਡਿਤ ਕਰਤਾਰ ਸਿੰਘ ਜੀ ਦਾਖਾ, ਉਹਨਾਂ ਨੇ ਇਹ ਗੱਲ ਲਿਖੀ ਹੈ ਬਈ ਇਹ ਪੌੜੀ ਭਾਈ ਗੁਰਦਾਸ ਜੀ ਦੀ ਨਹੀਂ ਹੈ। ਬਹੁਤ ਹੱਦ ਤੱਕ ਸੱਚਾਈ ਹੈ ਇਸ ਗੱਲ 'ਚ, ਬਾਕੀ ਹੋਰ ਖੋਜ ਹੋ ਜਾਊਗੀ। ਔਰ ਉਹਨਾਂ ਨੇ ਇਹ ਵੀ ਦਲੀਲ ਦਿੱਤੀ ਹੈ ਵੀ ਜਿਹੜੇ ਵੀ ਅਵਤਾਰ ਹੈ ਦਸੇ, ਉਹਨਾਂ ਨੂੰ ਸਤਿਗੁਰੂ ਦੀ ਉਪਾਧੀ ਪ੍ਰਾਪਤ ਨਹੀਂ ਸੀਗੀ। ਸਤਿਗੁਰੂ ਦੀ ਉਪਾਧੀ ਗੁਰੂ ਨਾਨਕ ਸਾਹਿਬ ਤੋਂ ਚੱਲੀ ਹੈ। ਉਹਨਾਂ ਨੇ ਜਿਹੜੇ ਗੁਰੂ ਧਾਰੇ ਅਵਤਾਰਾਂ ਨੇ, ਉਹ ਵੀ ਜੀਵ ਕੋਟੀ 'ਚੋਂ ਸੀਗੇ, ਰਿਸ਼ੀ ਜੀਵ ਕੋਟੀ। ਉਹਨਾਂ ਨੂੰ ਵੀ ਸਤਿਗੁਰੂ ਦੀ ਉਪਾਧੀ ਨਹੀਂ ਸੀ ਮਿਲੀ ਹੋਈ। ਜੀਵ ਕੋਟੀ 'ਚ ਜਿਹੜੇ ਰਿਸ਼ੀ ਤੇ, ਉਹ ਗੁਰੂ ਧਾਰੇ ਉਹਨਾਂ ਨੇ, ਜਿਵੇਂ ਗਰਗ ਮੁਨੀ ਜੀ,
ਵਸ਼ਿਸ਼ਟ, ਇਸ ਤਰ੍ਹਾਂ ਉਹਨਾਂ ਨੂੰ ਸਤਿਗੁਰੂ ਦੀ ਉਪਾਧੀ ਨਹੀਂ ਸੀ ਮਿਲੀ ਹੋਈ। ਤੋ ਇਹ ਗੱਲਾਂ ਉਹਨਾਂ ਦੀਆਂ ਬਹੁਤ ਵਜਨ ਵਾਲੀਆਂ। ਔਰ ਹਰਗੋਬਿੰਦ ਸਾਹਿਬ ਸੀਗੇ ਉਦੋਂ, ਪਰ ਗੱਗਾ ਤਾਂ ਫਿਰ ਉਹਦੇ ਨਾਲ ਤਾਂ ਹਾਹਾ ਹੋਣਾ ਚਾਹੀਦਾ ਮੂਹਰੇ। ਹਰਗੋਬਿੰਦ ਸਾਹਿਬ, ਇਹ ਵੀ ਗੱਲ ਨਹੀਂ ਸਮਝ ਲੱਗ ਰਹੀ ਉਦੋਂ। ਜੇ ਹਰਗੋਬਿੰਦ ਸਾਹਿਬ ਤੋਂ ਲਿਆ ਜਾਵੇ ਤਾਂ ਹਾਹਾ ਮੂਹਰੇ ਆਉਂਦਾ, ਫਿਰ ਗੱਗਾ ਤਾਂ ਆਉਂਦਾ ਕੋਈ ਨਹੀਂ। ਗੱਗਾ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਮੂਹਰੇ ਆਉਂਦਾ। ਤੋ ਇਹ ਕੁਛ ਸਮਝ ਨਹੀਂ ਆ ਰਹੀ ਗੱਲ ਦੀ ਬੁੱਧੀ ਨੂੰ, ਵੀ ਇਹ ਉਹਨਾਂ ਦੀ ਵਾਰ ਹੈ ਭਾਈ ਗੁਰਦਾਸ ਜੀ ਦੀ ਜਾਂ ਨਹੀਂ ਹੈ। ਉਹ ਤਾਂ ਕਹਿ ਰਹੇ ਵੀ ਹੈ ਨਹੀਂ, ਬਾਕੀ ਸੰਗਤ ਦੇ ਸਾਹਮਣੇ ਸਾਰੀ ਬਾਤ। ਆਪੇ ਨਿਰਣਾ ਕਰੋ ਸੰਗਤ ਜੀਓ ਵੀ ਇਹ ਕਿਆ ਮਤਲਬ ਕਿਆ ਇਸ ਗੱਲ ਦਾ। ਉਂਝ ਇਹ ਗੱਲ ਜ਼ਰੂਰ ਹੈ, ਜੇ ਆਪਾਂ ਸਮੱਗਰਤਾ ਵੀ ਜਾਈਏ ਗੁਰਬਾਣੀ ਦੇ ਵਿੱਚ, ਤਾਂ ਅਵਤਾਰਾਂ ਨੂੰ ਕੋਈ ਰੁਤਬਾ ਸਤਿਗੁਰੂ ਵਾਲਾ ਬਿਲਕੁਲ ਨਹੀਂ ਹੈ ਗੁਰਬਾਣੀ 'ਚ। ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਬਾਬਾ ਨਾਮਦੇਵ ਜੀ ਨੇ ਇੱਕ ਜਗ੍ਹਾ ਗੁਰਬਾਣੀ 'ਚ ਫਰਮਾਇਆ, ਧਿਆਨ ਨਾਲ ਸੁਣਿਓ। ਪੰਡੇ ਤੁਮਰਾ ਰਾਮਚੰਦ ਸੋ ਵੀ ਆਵਤ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਸਤਿਗੁਰੂ ਦੀ ਉਪਾਧੀ ਤਾਂ ਬਹੁਤ ਦੂਰ ਦੀ ਬਾਤ ਹੈ। ਨਾਨਕ ਨਿਰਭਉ ਨਿਰੰਕਾਰ ਹੁਰ ਕੀਤੇ ਰਾਮ ਰਵਾਲ। ਸਤਿਗੁਰੂ ਦੀ ਉਪਾਧੀ ਬਹੁਤ ਦੂਰ ਦੀ ਬਾਤ ਹੈ, ਇਹ ਸੋਚਣ ਵਾਲੀ ਬਾਤ ਹੈ। ਹਾਲਾਂਕਿ ਸਤਿਕਾਰਤ ਹੈ ਔਰ ਮਾਨਤਾ ਵੀ ਪੂਰੀ ਹੈ ਉਹਨਾਂ ਦੀ, ਪਰ ਜਿਹੜੀ ਜੇ ਉਹ ਗੱਲ ਸਾਨੂੰ ਗੁਰਬਾਣੀ ਦੱਸ ਰਹੀ ਹੈ ਉੱਥੇ ਗੱਲ ਹੋਰ ਹੈ, ਉਹ ਵਿਚਾਰਨ ਵਾਲੀ ਹੈ। ਕਈ ਵਾਰ ਹੋਲੀਆਂ ਵਿਚਾਰਾਂ ਇਸ ਤਰ੍ਹਾਂ ਦੀਆਂ। ਤੋ ਸਾਧ ਸੰਗਤ ਜੀਓ, ਬਿਲਕੁਲ ਦਾਸਰਾ ਤਾਂ ਸਹਿਮਤ ਹੈ ਪੰਡਿਤ ਕਰਤਾਰ ਸਿੰਘ ਜੀ ਦਾਖਾ ਔਰ ਗਿਆਨੀ ਹਜ਼ਾਰਾ ਸਿੰਘ ਨਾਲ, ਭਾਈ ਵੀਰ ਸਿੰਘ ਜੀ ਨਾਲ ਇਸ ਗੱਲ 'ਚ, ਵੀ ਇਹ ਜਿਹੜੀ 49ਵੀਂ ਵਾਰ ਹੈ, ਜਾਂ ਤਾਂ ਇਹਦੀ ਸਮਝ ਨਹੀਂ ਆ ਰਹੀ ਵੀ ਭਾਈ ਗੁਰਦਾਸ ਜੀ ਕਿਆ ਕਹਿਣਾ ਚਾਹੁੰਦੇ, ਜਾਂ ਇਹ ਉਹਨਾਂ ਦੀ ਹੈ ਨਹੀਂ। ਇਹ ਗੱਲ ਨਿਸ਼ਚਿਤ ਹੈ। ਬਾਕੀ ਹੋਰ ਕੋਈ ਵਿਦਵਾਨ ਇਸ ਗੱਲ ਨੂੰ ਖੋਲ੍ਹੇਗਾ ਤਾਂ ਚੰਗੀ ਗੱਲ ਹੋਊਗੀ। ਗੁਰਬਾਣੀ ਦੇ ਝਰੋਖੇ 'ਚੋਂ ਵੀ ਇਹ ਗੱਲ ਪੂਰੀ ਫਿੱਟ ਨਹੀਂ ਬੈਠਦੀ। ਇਹਦੀ ਵਿਆਖਿਆ ਹੋਰ ਵੀ ਕਰੀ ਜਾ ਸਕਦੀ ਹੈ, ਪਰ ਕਿਸੇ ਕਾਰਨ ਦਾਸਰਾ ਬਹੁਤੀ ਨਹੀਂ ਕਰ ਰਿਹਾ ਉਰੇ। ਹੋ ਸਕਦੀ ਹੈ ਵਿਦਵਾਨਾਂ ਦੇ ਵਿੱਚ ਇਹ ਗੱਲ ਵਿਚਾਰੀ ਜਾਣੀ ਚਾਹੀਦੀ ਹੈ। ਕੋਈ ਅਪਸ਼ਬਦ ਦੀ ਖਿਮਾ ਦਿਓ ਆਗਿਆ। ਬਖਸ਼ੋ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।